हालांकि मैं गल ही रखी तुसी ਉਹਦਾ ਰਿਐਕਸ਼ਨ ਦੇਖੋ ਹਨਾ ਸੋ ਉਸ ਰਿਐਕਸ਼ਨ ਨਾਲ ਕਹਿੰਦੇ ਦੀਪ ਸਿੱਧੂ ਨੇ ਢੈਂ ਦੀ ਗੱਲ ਕਰਤੀ ਮਤਲਬ ਢੈਂ ਦੀ ਕਲਾ ਵਾਲੀ ਗੱਲ ਕੀਤੀ ਹਾਲਾਂਕਿ ਮੈਨੂੰ ਪੋਲੀਟੀਕਲ ਡਿਪਲੋਮੇਸੀ ਨੂੰ ਜਦੋਂ ਆਪਾਂ ਗੱਲ ਦੇਖਦੇ ਆ ਉਹ ਪੋਲੀਟੀਕਲ ਡਿਪਲੋਮੇਸੀ 'ਚ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਜਿਵੇਂ ਗੱਲਾਂ ਸਿਖਾਈਆਂ ਵੀ ਅਸੀਂ ਨਿਰਭਉ ਤੇ ਨਿਰਵੈਰ ਨਹੀਂ ਕਿ ਮੇਰਾ ਨੁਕਸਾਨ ਹੋਊਗਾ ਇਹਦੇ ਵਿੱਚ ਫਾਇਦਾ ਹੋਊਗਾ ਕੀ ਹੋਊਗਾ ਤੁਸੀਂ ਕਿਹਾ ਵੀ ਗੱਲ ਲੋਕਾਂ ਤੱਕ ਜਾਣੀ ਚਾਹੀਦੀ ਪਰ ਉਹਦੇ ਤੇ ਤੁਹਾਡੇ ਤੇ ਸਵਾਲ ਹੋਗੇ ਕਿ ਕਿਉਂ ਇਹ ਗੱਲ ਕਹੀ ਗਈ ਦੀਪ ਸਿੱਧੂ ਦੇ ਵੱਲੋਂ ਸ਼ਾਇਦ ਕੋਈ ਢਾਹ ਨਾ ਲੱਗ ਜਾਵੇ ਅੰਦੋਲਨ ਨੂੰ ਸ਼ਾਇਦ ਕੋਈ ਨੁਕਸਾਨ ਨਾ ਹੋ ਜਾਵੇ ਅੰਦੋਲਨ ਨੂੰ ਕਿਉਂਕਿ ਜਦੋਂ ਜਿੱਥੇ ਅਸੀਂ ਖੜੇ ਆ ਉੱਥੇ ਤਾਂ ਚੜ੍ਹਦੀ ਕਲਾ ਦੀ ਗੱਲ ਹੋਣੀ ਚਾਹੀਦੀ ਹੈ ਜੇ ਕਿਸੇ ਨੂੰ ਇਹ ਲੱਗਦਾ ਕੋਈ ਵੀ ਬੰਦਾ ਜਾਂ ਮੈਂ ਢਹਿੰਦੀ ਕਲਾ ਵਾਲੀ ਗੱਲ ਕੀਤੀ ਹੈ ਤਾਂ ਦਿਲ ਤਾਂ ਦੁਖਣਗੇ ਦਿਲ ਤਾਂ ਟੁੱਟਣਗੇ ਤੁਹਾਡੇ ਸਾਥੀਆਂ ਨੇ ਕਹਿ ਦਿੱਤਾ ਕਿ ਉਹੀ ਫੇਰ ਆਰਐਸਐਸ ਦਾ ਅੰਬਾਨੀਆਂ ਦਾ ਅਡਾਨੀਆਂ ਦਾ ਇਦਾਂ ਏਜੰਸੀਆਂ ਦਾ ਜਦੀ ਨਾਲ ਦੀ ਨਾਲ ਬਿਆਨਬਾਜ਼ੀ ਸ਼ੁਰੂ ਹੋ ਜਾਂਦੀ ਨਹੀਂ ਇਹ ਵੀ ਗੱਲ ਮੈਂ ਤੁਹਾਨੂੰ ਦੱਸਦਾ ਹੁਣ ਜਿਨ੍ਹਾਂ ਨੇ ਇਮੀਡੀਏਟਲੀ ਇਹਦੇ ਤੇ ਇਹੋ ਜਿਹੀ ਪ੍ਰਤੀਕਿਰਿਆ ਦਿੱਤੀ ਆ ਉਹਨਾਂ ਨੂੰ ਮੈਨੂੰ ਲੱਗਦਾ ਇੱਕ ਵਾਰੀ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਵੀ ਪਿੱਛੇ ਸਾਡੇ ਬਹੁਤ ਲੰਬਾ ਇੱਕ ਸਫ਼ਰ ਪਿਆ ਜਦੋਂ ਦੀਪ ਸਿੱਧੂ ਖੜਾ ਤਾਂ ਪੰਜਾਬ ਦੇ ਹਿੱਤ 'ਚ ਹੀ ਖੜਾ ਹੱਕਾਂ ਖਾਤਰ ਹੀ ਲੜਦੇ ਆ ਰਹੇ ਤੇ ਦੀਪ ਸਿੱਧੂ ਨੇ ਉਹ ਬਿਰਤਾਂਤ ਜਾਂ ਉਹ ਨੈਰੇਟਿਵ ਖੜਾ ਕੀਤਾ ਜਿਹੜਾ ਕਦੇ ਕਿਸਾਨ ਜਥੇਬੰਦੀਆਂ ਦੇ ਸਟੇਜ ਤੋਂ ਖੜਾ ਨਹੀਂ ਹੋਇਆ ਸੀ ਪਰ ਸਟੇਜ ਤੋਂ ਇਹ ਕਹਿਣਾ ਕਿ ਤੁਸੀਂ ਸਟੇਜ ਤੇ ਨੇੜੇ ਵੀ ਨਾ ਆਓ ਸਟੇਜ ਤੇ ਸੰਬੋਧਨ ਨਾ ਕਰੋ ਮਤਾ ਪਾ ਦੇਣਾ ਤੁਹਾਤੋਂ ਕਿਸਾਨ ਜਥੇਬੰਦੀਆਂ ਇੰਨਾ ਖਫਾ ਕਿਉਂ ਨੇ ਨਾਰਾਜ਼ ਕਿਉਂ ਨੇ ਵੱਖ ਕਿਉਂ ਕਰਕੇ ਚੱਲਦੀਆਂ ਇਹ ਤਾਂ ਹੁਣ ਉਹਨਾਂ ਤੋਂ ਪੁੱਛੋ ਖਫਾ ਕਿਉਂ ਆ ਕਿਉਂਕਿ ਮੈਂ ਇੱਕ ਮੇਰੇ 'ਚ ਵੀ ਇਹ ਗੱਲ ਆ ਵੀ ਮੇਰੇ ਤੋਂ ਸੱਚ ਬਿਆਨ ਕੀਤੇ ਬਿਨਾ ਨਹੀਂ ਰਿਹਾ ਜਾਂਦਾ ਇਹ ਸੁਭਾਅ ਹੁੰਦਾ ਬੰਦੇ ਦਾ ਜਥੇਬੰਦੀਆਂ ਦੇ ਆਗੂਆਂ ਨਾਲ ਗੱਲ ਹੋਈ ਤਾਂ ਉਹ ਕਹਿੰਦੇ ਦੀਪ ਸਿੱਧੂ ਕਹਿੰਦੇ ਸੀਗੇ ਕਿ ਮੈਂ ਅਗਵਾਈ ਕਰਦਾ ਜਥੇਬੰਦੀਆਂ ਮੇਰੇ ਨਾਲ ਮਤਲਬ ਪਿੱਛੇ ਚੱਲਣ ਮੇਰੇ ਨਾਲ ਚੱਲਣ ਇਸ ਤਰ੍ਹਾਂ ਦੀ ਗੱਲ ਨਹੀਂ ਇਹ ਕਦੋਂ ਹੋਈ ਹੈ ਇਹ ਤਾਂ ਕਦੇ ਵੀ ਨਹੀਂ ਹੋ ਸਕਦੀ ਹੁਣ ਵੀ ਤੁਸੀਂ ਕਹਿੰਦੇ ਉਹੀ ਗੱਲ ਕਿ ਖੇਤੀ ਕਾਨੂੰਨ ਦੇ ਨਾਲ ਨਾਲ ਹੋਰ ਵੀ ਚੀਜ਼ਾਂ ਦੀ ਗੱਲ ਹੋਣੀ ਚਾਹੀਦੀ ਹੈ ਜਿਵੇਂ ਹਮੇਸ਼ਾ ਤੁਸੀਂ ਕਹਿੰਦੇ ਰਹੇ ਕਿ ਪੰਜਾਬ ਦੀ ਹੋਂਦ ਦੀ ਲੜਾਈ ਹੈ ਪੰਜਾਬ ਦੇ ਹੱਕਾਂ ਦੀ ਲੜਾਈ ਹੈ ਸਾਡੀ ਲੜਾਈ ਬਹੁਤ ਲੰਬੀ ਆ ਇਹਦੇ 'ਚ ਕੋਈ ਸ਼ੱਕ ਨਹੀਂ ਅਜੇ ਤਾਂ ਸ਼ੁਰੂਆਤ ਆ ਜਿਹੜੇ ਵਾਰ-ਵਾਰ ਸਾਡੇ ਤੇ ਨਵੇਂ-ਨਵੇਂ ਕਾਨੂੰਨ ਆਉਣੇ ਵਾਰ-ਵਾਰ ਸਾਨੂੰ ਉਹਨਾਂ ਕਾਨੂੰਨਾਂ ਨੂੰ ਲਾਗੂ ਕੀਤਾ ਜਾਣਾ ਸਾਡੇ ਤੇ ਜਿਹੜੇ ਪੰਜਾਬ ਪੱਖੀ ਨਹੀਂ ਆ ਉਹ ਜੜ ਉੱਥੇ ਹੀ ਪਈ ਆ ਵੀ ਪਾਲਿਸੀ ਮੇਕਿੰਗ ਡਿਸੀਜਨਸ ਆ ਜਿਹੜੇ ਉਹ ਸਾਰੇ ਸੈਂਟਰ ਕੋਲੇ ਆ ਸੂਬਾ ਸਰਕਾਰ ਕੋਲੇ ਤਾਂ ਕੁਝ ਵੀ ਨਹੀਂ ਅਮਿਤ ਸ਼ਾਹ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ 'ਚ ਕਹਿ ਚੁੱਕੇ ਨੇ ਕਿ ਕ੍ਰੈਕ ਡਾਊਨ ਅਸੀਂ ਨਹੀਂ ਕਰਦੇ ਵੈਸੇ ਵੀ ਇੰਨੇ ਜਦੋਂ ਲੱਖਾਂ ਦਾ ਇਕੱਠ ਹੋਵੇ ਤਾਂ ਇਸ ਤਰ੍ਹਾਂ ਬਲ ਦਾ ਪ੍ਰਯੋਗ ਸਰਕਾਰਾਂ ਨਹੀਂ ਕਰਦੀਆਂ ਨਹੀਂ ਇਹ ਤੁਸੀਂ ਕੀ ਗੱਲ ਨੂੰ ਸਮਝੀਏ ਆਪਾਂ ਅਸੀਂ ਕਿਸੇ ਕ੍ਰੈਕ ਡਾਊਨ ਤੋਂ ਥੋੜੀ ਡਰ ਰਹੇ ਹਾਂ ਔਰ ਤੁਸੀਂ ਉਸ ਬੰਦੇ ਦੇ ਜਿਹੜਾ ਸਾਡਾ ਦੁਸ਼ਮਣ ਆ ਜਿਹੜਾ ਦੁਸ਼ਮਣ ਦੀ ਗੱਲ ਤੇ ਵਿਸ਼ਵਾਸ ਕਰੋਗੇ ਵੀ ਕ੍ਰੈਕ ਡਾਊਨ ਨਹੀਂ ਕਰਦੇ ਇਹ ਤਾਂ ਫਿਰ ਬੇਵਕੂਫੀ ਵਾਲੀ ਗੱਲ ਆ ਨਾ ਵੀ ਉਹਨਾਂ ਨੇ ਕਹਿਤਾ ਤੇ ਇਹ ਤਾਂ ਪਹਿਲਾਂ ਹੀ ਵੀ ਸਾਨੂੰ ਭਰੋਸਾ ਦਿੱਤਾ ਉਹਨਾਂ ਨੇ ਨਹੀਂ ਕਰਨਾ ਤਨੀ ਦਿਓਲ ਹੋਰਾਂ ਦਾ ਟਵੀਟ ਆਇਆ ਸੀਗਾ ਉਹ ਤੋਂ ਬਾਅਦ ਫੋਨ ਤੇ ਗੱਲਬਾਤ ਕੋਈ ਹੋਈ ਬਾਈ ਵੀ ਟਵੀਟ ਕਰਨ ਦੀ ਕੀ ਲੋੜ ਸੀ ਜਾਂ ਕੀਤਾ ਤੁਸੀਂ ਨਹੀਂ ਕੋਈ ਗੱਲਬਾਤ ਨਹੀਂ ਹੋਈ ਸਤਿ ਸ਼੍ਰੀ ਅਕਾਲ ਜੀ ਮੈਂ ਰਣਬੀਰ ਸਿੰਘ ਰਾਣਾ ਕਿਸਾਨੀ ਸੰਘਰਸ਼ ਜਾਰੀ ਹੈ ਤੇ ਇਸੇ ਦੇ ਵਿਚਾਲੇ ਚਾਹੇ ਕਿਸਾਨ ਜਥੇਬੰਦੀਆਂ ਹੋਣ ਚਾਹੇ ਦੀਪ ਸਿੱਧੂ ਹੋਣ ਚਾਹੇ ਲੱਖਾ ਸਿਧਾਣਾ ਹੋਣ ਲਗਾਤਾਰ ਇਸ ਸੰਘਰਸ਼ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਨੇ ਇਸ ਵੇਲੇ ਬਾਈ ਦੀਪ ਸਿੱਧੂ ਸਾਡੇ ਨਾਲ ਨੇ ਦੀਪ ਸਿੱਧੂ ਕੱਲ ਲਾਈਵ ਹੋਏ ਅੱਜ ਫੇਰ ਲਾਈਵ ਹੋਏ ਤਾਂ ਪਹਿਲਾਂ ਵਾਲਾ ਜਿਹੜਾ ਬਿਆਨ ਸੀਗਾ ਤਾਂ ਉਹ ਤੋਂ ਕੁਝ ਵੱਖਰਾ ਸੀਗਾ ਤਾਂ ਸਵਾਲ ਇਹੀ ਹੈ ਕਿ ਜਿਹੜੀ ਕੱਲ ਗੱਲ ਹੋਈ ਸੀਗੀ ਤਾਂ ਉਹ ਬਦਲਣੀ ਕਿਉਂ ਪਈ ਹੈਗੀ ਦੇਖੋ ਇਸ ਕਰਕੇ ਬਦਲਣੀ ਪਈ ਕਈ ਵਾਰੀ ਸਾਨੂੰ ਸਾਡੀ ਸਮਝ ਤੇ ਬੜਾ ਭਰੋਸਾ ਹੋ ਜਾਂਦਾ ਉਹ ਸਮਝ ਨੂੰ ਅਸੀਂ ਜੋ ਘਟਨਾਵਾਂ ਵਾਪਰਦੀਆਂ ਤੇ ਉਸ ਸਮਝ ਨੂੰ ਅਸੀਂ ਇਹ ਮੰਨ ਲੈਂਦੇ ਆ ਵੀ ਨਹੀਂ ਜੋ ਮੈਂ ਗੱਲ ਸਮਝ ਰਿਹਾ ਉਹ ਗੱਲ ਵਾਪਰ ਸਕਦੀ ਆ ਉਹ ਹੋ ਸਕਦੀ ਆ ਹਜੇ ਤੱਕ ਜੋ ਇੱਥੇ ਹੋਇਆ ਉਹ ਅਕਾਲ ਪੁਰਖ ਦੀ ਅਗਵਾਈ 'ਚ ਹੋਇਆ ਉਹ ਤੋਂ ਬਿਨਾਂ ਇਹ ਗੱਲ ਵਾਪਰ ਨਹੀਂ ਸਕਦੀ ਸੀ ਇਹ ਗੱਲ ਸਾਨੂੰ ਪਤਾ ਕਿਸੇ ਨੇ ਸੋਚੀ ਵੀ ਨਹੀਂ ਸੀ ਇਹ ਕਲਪਨਾ ਨਹੀਂ ਕੀਤੀ ਸੀ ਜੋ ਹੋ ਗਿਆ ਹਨਾ ਤੇ ਜਦੋਂ ਕਿਤੇ ਅਸੀਂ ਆਪਦੀ ਸਮਝ ਨੂੰ ਵੱਡਾ ਮੰਨ ਲੈਂਦੇ ਆ ਤੇ ਉਸ ਭਰੋਸੇ ਨੂੰ ਥੋੜਾ ਬਹੁਤ ਨਹੀਂ ਉਸ ਲੈਵਲ ਤੇ ਦੇਖਦੇ ਆ ਉਹਨੂੰ ਉਹ ਸਾਡੇ ਤੋਂ ਖੁੱਸ ਜਾਂਦਾ ਤੇ ਫਿਰ ਜੋ ਕੱਲ ਬਿਆਨ ਦਿੱਤਾ ਗਿਆ ਉਹ ਉਸ ਢੰਗ ਨਾਲ ਬਿਆਨ ਦਿੱਤਾ ਗਿਆ ਕਿਉਂਕਿ ਮੈਨੂੰ ਐਂ ਲੱਗਿਆ ਵੀ ਕਈ ਬੰਦੇ ਜਿਹੜੇ ਇੱਥੇ ਜਿਵੇਂ ਤੁਸੀਂ ਦੇਖਿਓ ਸਲੋਗਨ ਲਿਖੇ ਪਏ ਆ ਲਾਲ ਰੰਗ 'ਚ ਹਨਾ ਤੇ ਸਲੋਗਨ ਇਸ ਢੰਗ ਨਾਲ ਆਏ ਆ ਖਾਲਸਾ ਜੀ ਤੁਸੀਂ ਇੱਧਰ ਆ ਜਾਓ ਹਾਂਜੀ ਹਾਂਜੀ ਸਲੋਗਨ ਇਸ ਢੰਗ 'ਚ ਆ ਵੀ ਕੁਝ ਹੋਰ ਹੀ ਰੰਗਤ ਦਿੱਤੀ ਜਾ ਰਹੀ ਆ ਮੈਨੂੰ ਇਹ ਲੱਗਿਆ ਉਦੋਂ ਹਨਾ ਤੇ ਮੇਰੇ ਤੱਕ ਜੋ ਗੱਲਾਂ ਪਹੁੰਚੀਆਂ ਉਹ ਗੱਲਾਂ ਵੀ ਐਂ ਪਹੁੰਚੀਆਂ ਵੀ ਕੁਝ ਬੰਦੇ ਆਪਦੇ ਸਿਆਸੀ ਇੱਕ ਪਾਰੀ ਖੇਡਣ ਲਈ ਜਾਂ ਸਿਆਸਤ ਖੜੀ ਕਰਨ ਲਈ
ਸਾਡੇ ਬੰਦਿਆਂ ਦਾ ਨੁਕਸਾਨ ਕਰਾ ਸਕਦੇ ਆ। ਕੀ ਨੁਕਸਾਨ ਹੋ ਸਕਦਾ? ਨੁਕਸਾਨ ਕੀ ਹੁੰਦਾ? ਕੱਲ ਨੂੰ ਮੰਨ ਲਓ ਰਿਪਰੈਸ਼ਨ ਹੁੰਦਾ, ਉਹ ਰਿਪਰੈਸ਼ਨ ਅਸੀਂ ਨੁਕਸਾਨ ਤੋਂ ਨਹੀਂ ਡਰਦੇ। ਜਾਨਾਂ ਜਾ ਸਕਦੀਆਂ ਨੇ। ਹਾਂ, ਜਾਨਾਂ ਜਾ ਸਕਦੀਆਂ ਨਾ, ਅਸੀਂ ਜਾਨ ਦੇਣ ਤੋਂ ਨਹੀਂ ਡਰਦੇ, ਸ਼ਹਾਦਤ ਤੋਂ ਨਹੀਂ ਡਰਦੇ। ਸ਼ਹਾਦਤ ਗੁਰੂ ਦੇ ਨਾਂ ਤੇ ਹੋਵੇ, ਅਸੀਂ ਕਦੇ ਨਹੀਂ ਪਿੱਛੇ ਹਟਾਂਗੇ। ਪਰ ਕਿਸੇ ਦੀ ਮਨੁੱਖੀ ਬੁੱਧੀ ਚੋਂ ਇਹ ਗੱਲ ਜਾਂ ਇਹ ਵਰਤਾਰਾ ਵਾਪਰੇ ਫਿਰ ਤੇ ਉਹਦੇ ਤੇ ਉਹ ਆਪਦੀ ਸਿਆਸਤ ਖੜੀ ਕਰਨਾ ਚਾਹੇ, ਇਹ ਗੱਲ ਬਹੁਤ ਗਲਤ ਆ। ਦੀਪ ਸਿੱਧੂ ਜੀ, ਸਵਾਲ ਹੈ ਇੱਕ ਛੋਟਾ ਜਿਹਾ ਇੱਥੇ। ਤੁਸੀਂ ਜਦੋਂ ਸ਼ੁਰੂਆਤ ਦੇ ਵਿੱਚ ਸਟਾਰਟ ਹੋਏ ਤਾਂ ਤੁਸੀਂ ਕਿਹਾ ਵੀ ਸਿਰ ਤੇ ਕਫਨ ਬੰਨ੍ਹ ਕੇ ਚੱਲਦੇ ਆ। ਤਾਂ ਹੁਣ ਜਦੋਂ ਕਫਨ ਬੰਨ੍ਹ ਕੇ ਚੱਲਦੇ ਆ ਤਾਂ ਜਿਹੜਾ ਕੱਲ ਦੀ ਤੁਹਾਡੀ ਸਟੇਟਮੈਂਟ ਸੀਗੀ ਤਾਂ ਉਹਦੇ ਵਿੱਚ ਕਿਹਾ ਵੀ ਨਹੀਂ ਬਈ ਅਸੀਂ ਉਸ ਪਾਸੇ ਨੂੰ ਨਾ ਜਾਈਏ, ਇਹਦਾ ਕਾਰਨ ਕੀ? ਨਹੀਂ, ਇਹ ਨਹੀਂ ਮੈਂ ਕਿਹਾ ਉਸ ਪਾਸੇ ਨੂੰ ਨਾ ਜਾਈਏ। ਕਫਨ ਜੇ ਬੰਨੀ ਫਿਰਦੇ ਆ ਤਾਂ ਹੀ ਇੱਥੇ ਖੜੇ ਆ ਨਾ। ਜੇ ਉਹ ਕਫਨ ਲਾਹੇ ਹੁੰਦੇ ਤਾਂ ਫਿਰ ਦੀਪ ਸਿੱਧੂ ਕੋਲੇ ਤਾਂ ਬਹੁਤ ਕਾਰਨ ਸੀ ਇੱਥੋਂ ਜਾਣ ਦੇ। ਜਦੋਂ ਮੇਰੇ ਵਾਰੀ ਬਾਰ-ਬਾਰ ਬਿਆਨ ਦਿੱਤੇ ਗਏ ਵੀ ਦੀਪ ਸਿੱਧੂ ਇਸ ਸਟੇਜ ਤੋਂ ਨਹੀਂ ਬੁਲਾਉਣ ਦੇਣਾ, ਬਾਰ-ਬਾਰ ਇਹ ਕਿਹਾ ਗਿਆ ਵੀ ਮੈਂ ਤਾਂ ਇਸ ਸੰਘਰਸ਼ ਨੂੰ ਕਿਸੇ ਹੋਰ ਪਾਸੇ ਲੈ ਕੇ ਗਿਆ ਜਾਂ ਇਹਨੂੰ ਧਾਰਮਿਕ ਰੰਗਤ ਦੇ ਰਿਹਾ। ਮੇਰੇ ਕੋਲੇ ਤਾਂ ਬੜੇ ਕਾਰਨ ਸੀ। ਇਹ ਕਹਿ ਕੇ ਇੱਥੋਂ ਨਿਕਲ ਜਾਂਦਾ ਵੀ ਮੈਂ ਕੀ ਕਰਨਾ ਯਾਰ, ਤੁਸੀਂ ਆਪ ਹੀ ਮੈਨੂੰ ਕੱਢੀ ਜਾਂਦੇ ਹੋ। ਬੈਠਾ ਉੱਥੇ ਫੇਸਬੁੱਕਾਂ ਤੇ ਗੱਲਾਂ ਕਰੀ ਜਾਂਦਾ। ਮੈਂ ਤਾਂ ਉਸੇ ਧਰਾਤਲ ਤੇ ਖੜਾ ਨਾ, ਉਸੇ ਸੰਘਰਸ਼ 'ਚ ਬੈਠਾ ਅੱਜ। ਤੁਸੀਂ ਕੀ ਚਾਹੁੰਦੇ ਹੋ ਫਿਰ? ਚਾਹੁੰਦੇ ਕਿਉਂ? ਵਿਚਲੀ ਕੋਈ ਰਸਤਾ ਚਾਹੁੰਦੇ ਹੋ ਕਿ ਖੇਤੀ ਕਾਨੂੰਨ, ਕਿਉਂਕਿ ਸਰਕਾਰ ਹਾਲੇ ਬਜਿੱਦ ਹੈ ਕਿ ਖੇਤੀ ਕਾਨੂੰਨ ਅਸੀਂ ਰੱਦ ਨਹੀਂ ਕਰਨੇ। ਦੂਜੇ ਪਾਸੇ ਜਥੇਬੰਦੀਆਂ ਕਹਿ ਰਹੇ ਨੇ ਕਿ ਖੇਤੀ ਕਾਨੂੰਨ ਰੱਦ ਕਰਵਾਏ ਤੋਂ ਬਿਨਾਂ ਅਸੀਂ ਜਾਣਾ ਨਹੀਂ ਹੈਗਾ। ਤਾਂ ਕੀ ਹੱਲ? ਦੇਖੋ, ਸੰਗਤ ਇਹ ਚਾਹੁੰਦੀ ਆ ਵੀ ਅਸੀਂ ਰੱਦ ਕਰਾਏ ਬਿਨਾਂ ਨਹੀਂ ਜਾਣਾ, ਤਾਂ ਸੰਗਤ ਦਾ ਹੁਕਮ ਹੀ ਸਿਰ ਮੱਥੇ ਆ। ਮੇਰੀ ਆਪਦੀ ਸਮਝ ਆ ਜਿਹੜੀ ਇੰਡੀਵਿਜੂਅਲਸ ਤਾਂ ਡਿਸੋਲਵ ਹੋ ਜਾਂਦੇ ਆ ਨਾ, ਉਹ ਤਾਂ ਇੱਕ ਆਪਦੀ ਸਮਝ ਆ ਇੱਕ ਬੰਦੇ ਦੀ। ਔਰ ਉਹ ਸਮਝ ਕਿਉਂ ਬਣੀ? ਸਮਝ ਇਸ ਕਰਕੇ ਬਣੀ ਵੀ ਸਾਡੇ ਬੰਦਿਆਂ ਦਾ ਕੋਈ ਨੁਕਸਾਨ ਨਾ ਹੋਵੇ। ਪਰ ਬੰਦੇ ਕਹਿੰਦੇ ਆ ਅਸੀਂ ਤਾਂ ਯਾਰ ਨੁਕਸਾਨ, ਕੁਛ ਸਾਡੇ ਲਈ ਤਾਂ ਜਾਨ ਵੀ ਚਲੀ ਜਾਵੇ, ਇਹ ਨੁਕਸਾਨ ਨਹੀਂ ਆ। ਠੀਕ ਆ, ਫਿਰ ਤੁਹਾਨੂੰ ਸੰਗਤ ਦਾ ਹੁਕਮ ਹੀ ਸਿਰ ਮੱਥੇ ਮੰਨਣਾ ਪਊਗਾ। ਪਰ ਮੈਂ ਤਾਂ ਆਪਦੀ ਇੱਕ ਗੱਲ ਲੈ ਕੇ ਗਿਆ ਸੀ ਨਾ, ਗੱਲ ਆਪਦੀ ਸਮਝ ਦੇ ਆਧਾਰ ਤੇ ਲੈ ਕੇ ਗਿਆ ਸੀ, ਜਿੱਥੇ ਇਸ ਗੱਲ ਤੋਂ ਮੈਂ ਪਰੇ ਹੋ ਗਿਆ ਵੀ ਇਸ ਮੋਰਚੇ ਦੀ ਅਗਵਾਈ ਅਕਾਲ ਪੁਰਖ ਵਾਹਿਗੁਰੂ ਕਰ ਰਹੇ ਆ, ਇਸ ਮੋਰਚੇ ਦੀ ਅਗਵਾਈ ਗੁਰੂ ਸਾਹਿਬ ਕਰ ਰਹੇ ਆ ਆਪ। ਤੇ ਕੋਈ ਜਿੰਨੀਆਂ ਮਰਜ਼ੀ ਸਕੀਮਾਂ ਲਾ ਲੇ, ਜਿੰਨੀਆਂ ਮਰਜ਼ੀ ਉਹ ਆਪਦੀਆਂ ਘਾੜਤਾਂ ਘੜ ਲੇ, ਹੋਣਾ ਉਹੀ ਹੈ ਜੋ ਅਕਾਲ ਪੁਰਖ ਨੇ ਚਾਹਣਾ। ਬਿਲਕੁਲ ਠੀਕ ਹੈ। ਕੁਝ ਖਦਸ਼ੇ ਹੁੰਦੇ ਨੇ, ਖਦਸ਼ੇ ਪ੍ਰਗਟਾਏ ਜਾਂਦੇ ਨੇ, ਜਿਵੇਂ ਤੁਸੀਂ ਖਦਸ਼ੇ ਪ੍ਰਗਟਾਏ ਵੀ ਐਂ ਵੀ ਹੋ ਸਕਦਾ ਹੈ, ਬਲ ਦਾ ਪ੍ਰਯੋਗ ਹੋ ਸਕਦਾ ਹੈ, ਸਾਹਮਣੇੋਂ ਕੁਝ। ਪਰ ਹੁਣ ਤੱਕ ਤਾਂ ਇਹ ਸ਼ਾਂਤਮਈ ਚੱਲ ਰਿਹਾ, ਕਿਤੇ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਤਾਂ ਤੁਸੀਂ ਕਿਉਂ ਕਿਹਾ ਇਹ? ਅਸੀਂ ਨਹੀਂ ਕਰਾਂਗੇ ਬਲ ਦਾ ਪ੍ਰਯੋਗ। ਅਸੀਂ ਤਾਂ ਦੇਖੋ ਸਰਕਾਰ ਕਰੂਗੀ, ਕਰ ਸਕਦੀ ਹੈ, ਪਰ ਹੁਣ ਤੱਕ ਮੈਂ ਕਹਿ ਰਿਹਾ ਕਿ ਸ਼ਾਂਤਮਈ ਹੈ, ਕਿਤੇ ਇਸ ਤਰ੍ਹਾਂ ਦਾ ਕੁਝ ਨਹੀਂ ਦਿਖਿਆ ਹੈਗਾ। ਪਰ ਤੁਸੀਂ ਕਿਹਾ ਵੀ ਨੁਕਸਾਨ ਹੋ ਸਕਦਾ, ਇਹ ਕਿਉਂ? ਨਹੀਂ, ਦੇਖੋ ਨੁਕਸਾਨ ਕਿਸ ਢੰਗ 'ਚ, ਇਹਨੂੰ ਸਮਝਦੇ ਆਪਾਂ। ਮੈਂ ਇਹ ਗੱਲ ਕਹੀ ਵੀ ਜੇ ਕੋਈ ਜਾਣ ਬੁੱਝ ਕੇ ਇਹੋ ਜਿਹਾ ਮਾਹੌਲ ਰਚਦਾ ਜਿਹਦੇ ਚੋਂ ਉਹ ਇਹ ਚਾਹੁੰਦਾ ਵੀ ਇੱਥੇ ਬੰਦੇ ਮਰਨ ਹੀ ਮਰਨ। ਤੁਸੀਂ ਲਿਆ ਨਾਮ, ਕਾਮਰੇਡਾਂ ਦਾ ਨਾਮ ਲਿਆ ਤੁਸੀਂ। ਹਾਂਜੀ, ਸੋ ਕਿਉਂਕਿ ਉਹਨਾਂ ਦਾ ਇੱਕ ਸੈੱਟ ਫਾਰਮੂਲਾ ਵੀ ਜਦੋਂ ਤੱਕ ਸਮੂਹਕ ਰਿਪਰੈਸ਼ਨ ਨਹੀਂ ਹੁੰਦਾ, ਸਮੂਹਕ ਕਤਲੇਆਮ ਨਹੀਂ ਹੁੰਦਾ, ਉਦੋਂ ਤੱਕ ਇਨਕਲਾਬ ਨਹੀਂ ਪੈਦਾ ਹੁੰਦਾ। ਇਨਕਲਾਬ ਪੈਦਾ ਹੀ ਸਮੂਹਕ ਕਤਲੇਆਮ 'ਚ ਹੁੰਦਾ। ਕਿਹਦੀ ਵਰਡਿੰਗ ਹੈ ਇਹ? ਇੱਕ ਉਹਨਾਂ ਦਾ ਫਾਰਮੂਲਾ ਇਹ, ਤੁਸੀਂ ਦੇਖ ਲਓ ਜਿਹੜੇ ਐਕਸਟ੍ਰੀਮ ਲੈਫਟ ਆ ਉਹ ਐਂ ਚੱਲਦੇ ਆ। ਇਹ ਉਹਨਾਂ ਦੇ ਤਾਂ ਘਾੜ ਤਾਂ ਘੜੀਆਂ ਹੋਈਆਂ ਇਹ। ਪਰ ਸਿੱਖ ਐਂ ਨਹੀਂ ਹੋ ਸਕਦਾ। ਸਿੱਖ ਕਿਸੇ ਦੀ ਮੌਤ ਤੇ ਆਪਦੀ ਸਿਆਸਤ ਨਹੀਂ ਸਿਰਜ ਸਕਦਾ। ਅਸੀਂ ਕਿਸੇ ਕਤਲੇਆਮ ਤੋਂ ਨਹੀਂ ਡਰਦੇ। ਅਸੀਂ ਅੱਜ ਤੱਕ ਕਿੰਨੇ ਕਤਲੇਆਮ ਝੱਲੇ ਆ, ਬਿਲਕੁਲ, ਹਨਾ, ਪਰ ਅਸੀਂ ਕਿਸੇ ਦਾ ਸ਼ਿਕਾਰ ਵੀ ਨਹੀਂ ਹੋਣਾ। ਸਾਡੇ ਨਾਲ ਇਤਿਹਾਸ 'ਚ ਵਾਪਰੀਆਂ ਇਹ ਗੱਲਾਂ। ਨਨਕਾਣਾ ਸਾਹਿਬ ਦਾ ਸਾਕਾ, ਗੁਰੂ ਤੇ ਸ਼ਹਾਦਤਾਂ ਹੋਈਆਂ। ਗਾਂਧੀ ਆ ਕੇ ਉਸ ਕਨਵੈਨਸ਼ਨ 'ਚ, ਨਨਕਾਣਾ ਸਾਹਿਬ ਪੀਸ ਕਨਵੈਨਸ਼ਨ ਹੁੰਦੀ ਆ ਦਸੰਬਰ 'ਚ ਮੇਰੇ ਖਿਆਲ 1921 'ਚ, ਤੇ ਉਦੋਂ ਆ ਕੇ ਇਹ ਗੱਲ ਕਹਿੰਦਾ ਵੀ ਗੁਰੂ ਦੀਆਂ ਸ਼ਹਾਦਤਾਂ ਨਹੀਂ ਇਹ ਤਾਂ ਸਿਆਸਤ ਦੇ ਲੇਖੇ ਲਾਓ, ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਉਹਦੇ ਲੇਖੇ ਲਾਓ। ਵੀ ਗੁਰੂ ਦੀਆਂ ਸ਼ਹਾਦਤਾਂ, ਉਹਦੇ ਗੁਰੂ ਦੇ ਲਈ ਸ਼ਹਾਦਤਾਂ ਦਿੱਤੀਆਂ, ਕਿਸੇ ਹੋਰ ਪਾਸੇ ਆਪਦੀ ਸਿਆਸਤ ਖੜਨ ਦੇ ਲੇਖੇ ਲਾਤੀਆਂ। ਇਹ ਪਹਿਲਾਂ ਸਾਡੇ ਨਾਲ ਹੁੰਦਾ ਆ ਰਿਹਾ। ਤੇ ਉਸ ਵੇਲੇ ਉਦੋਂ ਬਾਅਦ ਜਿਹੜੀ ਇੱਕ ਸਿੱਖ ਦੀ ਭੂਮਿਕਾ ਹੋਣੀ ਚਾਹੀਦੀ ਹੈ ਜਾਂ ਸਾਡੀ ਆਪਦੀ ਪੰਜਾਬ ਦੀ ਹਸਤੀ ਹੋਣੀ ਚਾਹੀਦੀ ਹੈ, ਉਹਦੇ 'ਚ ਇੱਕ ਬਹੁਤ ਵੱਡੀ ਸ਼ਿਫਟ ਆਈ ਉਸ ਗੱਲ ਤੋਂ ਬਾਅਦ। ਉਦੋਂ ਪਹਿਲਾਂ ਗਾਂਧੀ ਨੇ ਕਦੇ ਆ ਕੇ ਸਾਡੇ 'ਚ ਸ਼ਮੂਲੀਅਤ ਨਹੀਂ ਕੀਤੀ ਸੀ। ਤਾਂ ਸਾਡੇ ਕੋਲੇ ਇਤਿਹਾਸ 'ਚ ਵਰਤਾਰੇ ਪਏ ਆ। ਤੇ ਜਿਨ੍ਹਾਂ ਲੋਕਾਂ ਨੂੰ ਮੈਂ ਹੁਣ, ਇਹ ਸਾਡੇ ਨਾਲ ਖੜੇ ਆ, ਜਿਨ੍ਹਾਂ ਨੂੰ ਇੱਥੇ ਮਿਲਦਾ, ਜਿਹੜੇ ਕਹਿ ਰਹੇ ਆ ਬਾਈ ਤੇਰੇ ਕਰਕੇ ਆਏ ਆ, ਤੁਹਾਡੇ ਕਰਕੇ ਆਏ ਆ, ਤੁਹਾਡੇ ਕਰਕੇ ਆਏ ਆ। ਹਾਂਜੀ, ਸੋ ਉਹਨਾਂ ਬੰਦਿਆਂ ਨੂੰ ਮੈਂ ਹੁਣ, ਜੇ ਕੋਈ ਉਹਨਾਂ ਨੂੰ
ਯੂਜ਼ ਕਰ ਜੇ, ਉਹਨਾਂ ਬੰਦਿਆਂ ਦਾ ਨੁਕਸਾਨ ਕਰਾ ਜੇ ਕਿਸੇ ਢੰਗ 'ਚ, ਇਹ ਕਿਵੇਂ ਸਹਿ ਸਕਦਾ। ਸੋ ਮੈਂ ਆਪਦੀ ਇੱਕ ਗੱਲ ਲੈ ਕੇ ਗਿਆ ਸੀ। ਸੋ ਇਸ ਸਮਝਿਆ ਗਿਆ ਇਸ ਗੱਲ ਬਾਈ ਜੀ ਇੱਕ ਮਿੰਟ ਇੱਧਰ ਆਓ। ਸਰੋਪਾ ਗਲ 'ਚ ਪਾ ਕੇ ਹੀ ਮੈਂ ਇਹਦੀ ਇੱਕ ਮਿੰਟ ਸਰੋਪਾ ਗਲ, ਇੱਧਰ ਆ ਜਾਓ ਤੁਸੀਂ, ਨਹੀਂ ਇੱਧਰ ਆ ਜਾਓ, ਇੱਧਰ ਆ ਜਾਓ ਤੁਸੀਂ ਨਾ, ਆਪਾਂ ਨੂੰ ਨਾ ਕਈ ਵਾਰੀ ਬਹੁਤ ਗੱਲਾਂ ਆਪਾਂ ਕਿਸੇ ਹੋਰ ਢੰਗ 'ਚ ਸੋਚਣ ਲੱਗ ਜਾਂਦੇ ਆ। ਤੁਸੀਂ ਸਾਹਮਣੇ ਆਓ, ਸਾਹਮਣੇ ਆਓ, ਕੋਈ ਨਹੀਂ ਬਾਈ, ਕੋਈ ਨਹੀਂ, ਸੋਹਣਾ ਨਹੀਂ, ਤੁਸੀਂ ਸੋਹਣੇ ਕਰਕੇ ਨਹੀਂ ਕਿਹਾ, ਤੁਸੀਂ ਇਸ ਕਰਕੇ ਕਿਹਾ ਵੀ ਗਲ 'ਚ ਪਾ, ਇਹ ਹੱਥ 'ਚ ਨਹੀਂ ਫੜਿਆ ਜਾਂਦਾ ਹੁੰਦਾ, ਉਹ ਗਲ 'ਚ ਪਾਏ ਆ ਜਿਨ੍ਹਾਂ ਨੇ ਸਰੋਪੇ ਸਾਡੇ ਨਾਲ ਬਹੁਤ ਕੁਝ ਕਰ ਗਏ। ਆਪਾਂ ਇਹਨਾਂ ਛੋਟੀਆਂ ਗੱਲਾਂ ਤੇ ਨਾ ਧਿਆਨ ਦਿਆ ਕਰੀਏ, ਹਨਾ। ਤੇ ਪਲੀਜ਼ ਆਪਾਂ ਇੱਕ ਦੂਜੇ ਨੂੰ ਥੋੜਾ ਜਿਹਾ ਉਸ ਢੰਗ ਨਾਲ ਸਪੋਰਟ ਕਰੀਏ ਵੀ ਅਸੀਂ ਇੱਕ ਦੂਜੇ ਦੇ ਹੀ ਆ, ਅਸੀਂ ਇੱਕ ਦੂਜੇ ਤੋਂ ਵੱਖ ਨਹੀਂ ਆ, ਇੱਕ ਦੂਜੇ ਤੋਂ ਵੱਖ ਨਹੀਂ ਆ। ਸੋ ਪਲੀਜ਼ ਇਹ ਕੋਈ ਗੱਲ ਨਹੀਂ ਆ ਵੀ ਆਪਾਂ ਇਹਨਾਂ ਨੂੰ ਕੰਟੀਨਿਊ ਕਰਦੇ ਆ। ਹੁਣ ਜਿੱਥੇ ਗੱਲ ਖੜੀ ਹੈ, ਇੱਕ ਡੈਡ ਲੌਕ ਤੇ ਗੱਲ ਖੜ ਗਈ ਹੈ ਇਸ ਵੇਲੇ ਦੀਪ ਸਿੱਧੂ ਜੀ, ਕਿ ਇੱਕ ਪਾਸੇ ਆਪਾਂ ਫੇਰ ਉਸੇ ਗੱਲ ਤੇ ਆ ਜਾਈਏ ਤਾਂ ਕਿਸਾਨ ਜਥੇਬੰਦੀਆਂ ਹੁਣ ਕਹਿ ਰਹੇ ਨੇ ਗੱਲਬਾਤ ਹਾਲੇ ਨਹੀਂ ਕਰਾਂਗੇ ਜਦ ਤੱਕ ਕੋਈ ਵੱਡਾ ਪ੍ਰਪੋਜ਼ਲ ਜਾਂ ਖੇਤੀ ਕਾਨੂੰਨ ਰੱਦ ਕਰਨ ਬਾਰੇ ਸਰਕਾਰ ਨਹੀਂ ਕਹਿੰਦੀ। ਤਾਂ ਹੁਣ ਅੱਗੇ ਦੀ ਰਣਨੀਤੀ ਇਹ ਬਣਾਈ ਗਈ ਹੈ ਕਿ ਸਾਰੇ ਦੇਸ਼ ਦੇ ਵਿੱਚ ਮੁਜ਼ਾਹਰੇ ਹੋਣਗੇ, ਜਾਂ ਹੁਣ ਦਿੱਲੀ ਜੈਪੁਰ ਹਾਈਵੇ ਜਿਹੜਾ ਉਹ ਵੀ ਘੇਰਿਆ ਜਾਊਗਾ, ਜਾਂ ਹੋਰ ਹਾਈਵੇ ਘੇਰੇ ਜਾਣਗੇ। ਇਹ ਰਣਨੀਤੀ ਨੂੰ ਤੁਸੀਂ ਕਿਵੇਂ ਦੇਖਦੇ? ਦੇਖੋ, ਰਣਨੀਤੀ ਅੱਜ ਤੱਕ ਜੋ ਕਿਸਾਨ ਜਥੇਬੰਦੀਆਂ ਹੁਣ ਕਰ ਰਹੀਆਂ ਉਹ ਤਾਂ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰ ਰਹੀਆਂ, ਲੋਕਾਂ ਦੇ ਹਿੱਤਾਂ ਦੀ ਰਾਖੀ ਕਰ ਰਹੀਆਂ, ਤੇ ਉੱਥੋਂ ਭੱਜ ਹੀ ਨਹੀਂ ਸਕਦੀਆਂ। ਕਿਉਂਕਿ ਹੁਣ ਤਾਂ ਲੋਕ ਇਹ ਜਾਣ ਚੁੱਕੇ ਆ ਵੀ ਸਾਡਾ ਟੀਚਾ ਕੀ ਆ, ਸਾਡੇ ਹਿੱਤ ਕੀ ਆ। ਇਸ ਗੱਲ ਤੋਂ ਕੋਈ ਵੀ ਬੰਦਾ ਮਾੜਾ ਮੋਟਾ ਵੀ ਪਾਸੇ ਹੁੰਦਾ, ਉਹ ਇੱਥੇ ਮਨਜ਼ੂਰ ਹੀ ਨਹੀਂ ਆ। ਉਸ ਗੱਲ ਨੂੰ ਜਮਾਂ ਹੀ ਨਕਾਰ ਦਿੱਤਾ ਜਾਂਦਾ। ਕੱਲ ਆ ਕੇ ਮੈਂ ਗੱਲ ਹੀ ਰੱਖੀ, ਤੁਸੀਂ ਉਹਦਾ ਰਿਐਕਸ਼ਨ ਦੇਖੋ। ਹਾਂ ਬਿਲਕੁਲ, ਹਨਾ। ਸੋ ਉਸ ਰਿਐਕਸ਼ਨ ਨਾਲ ਕਹਿੰਦੇ ਦੀਪ ਸਿੱਧੂ ਨੇ ਢੈਂ ਦੀ ਗੱਲ ਕਰਤੀ, ਮਤਲਬ ਢੈਂ ਦੀ ਕਲਾ ਵਾਲੀ ਗੱਲ ਕੀਤੀ। ਹਾਲਾਂਕਿ ਮੈਨੂੰ ਪੋਲੀਟੀਕਲ ਡਿਪਲੋਮੈਸੀ ਨੂੰ ਜਦੋਂ ਆਪਾਂ ਗੱਲ ਦੇਖਦੇ ਆ, ਉਹ ਪੋਲੀਟੀਕਲ ਡਿਪਲੋਮੈਸੀ 'ਚ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਜਿਵੇਂ ਗੱਲਾਂ ਸਿਖਾਈਆਂ ਵੀ ਅਸੀਂ ਨਿਰਭਉ ਤੇ ਨਿਰਵੈਰ ਆ। ਦੇਖੋ ਤੁਸੀਂ ਕਿੱਡੀ ਵੱਡੀ ਗੱਲ ਆ, ਔਰ ਅਸੀਂ ਉਸ ਸੰਦਰਭ 'ਚ ਨਹੀਂ ਦੇਖ ਰਹੇ, ਪਰ ਗੱਲ ਨੂੰ ਸਮਝੀਏ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਔਰੰਗਜ਼ੇਬ ਨੇ ਕੀਤੀ, ਤੇ ਗੁਰੂ ਸਾਹਿਬ ਉਹਨੂੰ ਜ਼ਫਰਨਾਮਾ ਲਿਖਦੇ ਆ। ਕਿਉਂ? ਔਰ ਉਹਦੇ ਬੇਟੇ ਨੂੰ ਤਖਤ ਲੈਣ 'ਚ ਸਹਾਇਤਾ ਦਿੰਦੇ ਆ। ਕਿਉਂ? ਕਿਉਂਕਿ ਗੁਰੂ ਸਾਹਿਬ ਨੂੰ ਇਹ ਪਤਾ ਸੀ ਵੀ ਮੇਰੀ ਕੌਮ ਦੇ, ਮੇਰੇ ਸਿੱਖਾਂ ਦੇ ਹਿੱਤ ਕਿੱਥੇ ਪਏ ਆ, ਉਹਨਾਂ ਦੀ ਰਾਖੀ ਕਰਨੀ ਸਭ ਤੋਂ ਜ਼ਿਆਦਾ ਜ਼ਰੂਰੀ ਆ। ਤੇ ਸੰਗਤ ਦਾ ਫੈਸਲਾ ਉਹ ਹਮੇਸ਼ਾ ਗੁਰੂ ਸਾਹਿਬ ਆਪ ਹੀ ਕਹਿੰਦੇ ਹੁੰਦੇ ਸੀ, ਸੰਗਤ ਮੇਰਾ ਰੂਪ ਹੈ ਖਾਸ, ਸੰਗਤ ਮੈਂ ਹੋ ਕਰੋ ਨਿਵਾਸ। ਸੋ ਸੰਗਤ ਦਾ ਜੋ ਕਿਹਾ ਗਈ ਗੱਲ ਆ ਉਹ ਤਾਂ ਸਿਰ ਮੱਥੇ ਹੀ ਆ। ਅੱਜ ਸੰਗਤ ਜੋ ਤਰਜਮਾਨੀ ਕਰਦੀ ਆ ਉਹ ਸਿਰ ਮੱਥੇ ਆ। ਹੁਣ ਬਿਆਨਬਾਜ਼ੀ ਨੂੰ ਲੈ ਕੇ ਗੱਲਬਾਤ ਹੁੰਦੀ ਹੈ ਕਿ ਜਿਹੜੀ ਬਿਆਨਬਾਜ਼ੀ ਹੁੰਦੀ ਹੈ, ਬਹੁਤ ਸਾਰੇ ਲੋਕ ਜਿਹੜੇ ਇੱਥੇ ਆਉਂਦੇ ਨੇ ਆਪਣੇ ਤੌਰ ਤੇ, ਲੀਡਰ ਆਪਣੇ ਤੌਰ ਤੇ ਬਿਆਨਬਾਜ਼ੀ ਕਰਦੇ ਨੇ ਕਿ ਜਿਵੇਂ ਕਹਿੰਦੇ ਨੇ ਕਿ ਅਸੀਂ ਜਾਂ ਖੇਤੀ ਕਾਨੂੰਨ ਰੱਦ ਕਰਾਵਾਂਗੇ, ਜਾਂ ਸਾਡੀਆਂ ਲਾਸ਼ਾਂ ਵਾਪਸ ਜਾਣਗੀਆਂ, ਜਾਂ ਉਹ ਗੋਲੀਆਂ ਚਲਾ ਲੈਣ, ਜਾਂ ਸਾਨੂੰ ਖੇਤੀ ਕਾਨੂੰਨ ਵਾਪਸ ਕਰ ਦੇਣ। ਜਾਂ ਜਿਹੜੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਆ ਉਹ ਕਿਵੇਂ ਦੇਖਦੇ ਹੋ? ਨਹੀਂ ਦੇਖੋ, ਜੇ ਬਿਆਨਬਾਜ਼ੀ ਤੇ ਹੀ ਮੈਨੂੰ ਪ੍ਰੋਬਲਮ ਸੀ ਵੀ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਜਾਂ ਤਾਂ ਕਾਨੂੰਨ ਰੱਦ ਕਰੋ ਜਾਂ ਗੋਲੀ। ਹਾਂ ਬਿਲਕੁਲ, ਹਨਾ। ਐਡੇ ਵੱਡੇ ਇਤਿਹਾਸਕ ਵਰਤਾਰੇ ਨੂੰ ਇਸ ਢੰਗ ਨਾਲ ਉਹਦੀ ਤਰਜਮਾਨੀ ਕੀਤੀ ਜਾਵੇ, ਇਹ ਚੰਗੀ ਗੱਲ ਨਹੀਂ ਆ। ਉਹਦੀ ਤਰਜਮਾਨੀ ਬਹੁਤ ਹੀ ਵਿਆਪਕ ਤੇ ਬੜੇ ਅਸੀਂ ਬੌਧਿਕ ਲੈਵਲ ਤੇ ਬੜੇ ਚੰਗੇ ਢੰਗ ਨਾਲ ਕੀਤੀ ਜਾਣੀ ਚਾਹੀਦੀ ਆ। ਔਰ ਇਹਦੀ ਤਰਜਮਾਨੀ ਜੇ ਅਸੀਂ ਇਸ ਢੰਗ ਨਾਲ ਕਰਾਂਗੇ ਤੇ ਇਹ ਗੱਲ ਸਾਡੀ ਸੰਗਤ 'ਚ ਫੈਲਾਵਾਂਗੇ, ਫਿਰ ਲੋਕ ਤਾਂ ਬਾਈ ਸੱਚੀ ਭੋਲੇ ਹੁੰਦੇ ਆ। ਲੋਕਾਂ ਨੂੰ ਰਾਜਨੀਤੀ ਜਿਹੜੀ ਅੱਗੇ ਹੋ ਰਿਹਾ ਹੁੰਦਾ ਉਹੀ ਰਾਜਨੀਤੀ ਲੱਗਦੀ ਆ, ਪਰ ਰਾਜਨੀਤੀ ਜੋ ਪਿੱਛੇ ਹੋ ਰਿਹਾ ਹੁੰਦਾ ਉਹ ਹੁੰਦੀ ਆ। ਸੋ ਜੋ ਪਿੱਛੇ ਗੱਲ ਵਾਪਰ ਰਹੀ ਆ ਉੱਥੋਂ ਹੀ ਬਹੁਤ ਗੱਲਾਂ ਮੇਰੇ ਤੱਕ ਪਹੁੰਚੀਆਂ ਸੀ। ਔਰ ਜੇ ਮੇਰੀ ਵਫਾਦਾਰੀ ਲੋਕਾਂ ਤੱਕ ਆ ਨਾ, ਤੇ ਉਹ ਵਫਾਦਾਰੀ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਮੈਂ ਬਿਨਾਂ ਕਿਸੇ ਡਰ ਤੋਂ ਆਪਦੀ ਗੱਲ ਲੈ ਜਾਣਾ। ਤੁਸੀਂ ਇਹ ਦੇਖਦੇ ਨਹੀਂ ਕਿ ਮੇਰਾ ਨੁਕਸਾਨ ਹੋਊਗਾ, ਇਹਦੇ ਵਿੱਚ ਫਾਇਦਾ ਹੋਊਗਾ, ਕੀ ਹੋਊਗਾ। ਤੁਸੀਂ ਕਿਹਾ ਵੀ ਗੱਲ ਲੋਕਾਂ ਤੱਕ ਜਾਣੀ ਚਾਹੀਦੀ ਹੈ। ਪਰ ਉਹਦੇ ਤੇ ਤੁਹਾਡੇ ਤੇ ਸਵਾਲ ਹੋ ਗਏ ਕਿ ਕਿਉਂ ਇਹ ਗੱਲ ਕਹੀ ਗਈ ਦੀਪ ਸਿੱਧੂ ਦੇ ਵੱਲੋਂ, ਸ਼ਾਇਦ ਕੋਈ ਢਾਹ ਨਾ ਲੱਗ ਜਵੇ ਅੰਦੋਲਨ ਨੂੰ, ਸ਼ਾਇਦ ਕੋਈ ਨੁਕਸਾਨ ਨਾ ਹੋ ਜਵੇ ਅੰਦੋਲਨ ਦਾ। ਹਾਂ ਨਹੀਂ ਇਹ ਵੀ ਗੱਲ ਸਹੀ ਆ। ਕਿਉਂਕਿ ਜਦੋਂ ਜਿੱਥੇ ਅਸੀਂ ਖੜੇ ਆ ਅੱਜ, ਉੱਥੇ ਤਾਂ ਚੜ੍ਹਦੀ ਕਲਾ ਦੀ ਗੱਲ ਹੋਣੀ ਚਾਹੀਦੀ ਆ। ਜੇ ਕਿਸੇ ਨੂੰ ਇਹ ਲੱਗਦਾ ਕੋਈ ਵੀ ਬੰਦਾ ਜਾਂ ਮੈਂ ਢਹਿੰਦੀ ਕਲਾ ਵਾਲੀ ਗੱਲ ਕੀਤੀ ਹੈ ਤਾਂ ਦਿਲ ਤਾਂ ਦੁਖਣਗੇ, ਦਿਲ ਤਾਂ ਟੁੱਟਣਗੇ। ਤੁਹਾਡੇ ਸਾਥੀਆਂ ਨੇ ਕਹਿ ਦਿੱਤਾ ਕਿ ਉਹੀ ਫੇਰ RSS ਦਾ, ਅੰਬਾਨੀਆਂ ਦਾ, ਅੰਡਾਨੀਆਂ ਦਾ, ਇਦਾਂ ਏਜੰਸੀਆਂ ਦਾ ਜਦੀ ਨਾਲ ਦੀ ਨਾਲ ਬਿਆਨਬਾਜ਼ੀ ਸ਼ੁਰੂ ਹੋ ਜਾਂਦੀ। ਨਹੀਂ, ਇਹ ਵੀ ਗੱਲ ਮੈਂ ਤੁਹਾਨੂੰ ਦੱਸਦਾ। ਹੁਣ ਜਿਨ੍ਹਾਂ ਨੇ ਇਮੀਡੀਏਟਲੀ ਇਹਦੇ ਤੇ ਇਹੋ ਜਿਹੀ ਪ੍ਰਤੀਕਿਰਿਆ ਦਿੱਤੀ ਆ, ਉਹਨਾਂ ਨੂੰ ਮੈਨੂੰ ਲੱਗਦਾ ਇੱਕ ਵਾਰੀ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਵੀ ਪਿੱਛੇ ਸਾਡੇ ਬਹੁਤ ਲੰਬਾ ਇੱਕ ਸਫ਼ਰ ਪਿਆ।
ਉਹ ਸਫ਼ਰ 'ਚ ਵਾਰ-ਵਾਰ ਇਹ ਗੱਲ ਸਿੱਧ ਹੁੰਦੀ ਰਹੀ ਆ ਵੀ ਜਦੋਂ ਦੀਪ ਸਿੱਧੂ ਖੜਾ ਤਾਂ ਪੰਜਾਬ ਦੇ ਹਿੱਤ 'ਚ ਹੀ ਖੜਾ, ਹੱਕਾਂ ਖਾਤਰ ਹੀ ਲੜਦੇ ਆ ਰਹੇ ਆ। ਤੇ ਦੀਪ ਸਿੱਧੂ ਨੇ ਉਹ ਬਿਰਤਾਂਤ ਜਾਂ ਉਹ ਨੈਰੇਟਿਵ ਖੜਾ ਕੀਤਾ ਜਿਹੜਾ ਕਦੇ ਕਿਸਾਨ ਜਥੇਬੰਦੀਆਂ ਦੇ ਸਟੇਜ ਤੋਂ ਖੜਾ ਨਹੀਂ ਹੋਇਆ ਸੀ। ਜੇ ਵੱਧ ਅਧਿਕਾਰਾਂ ਦੀ ਗੱਲ ਕਰਨ ਲੱਗੇ ਆ ਤਾਂ ਉਹ ਸ਼ੰਭੂ ਮੋਰਚੇ ਤੋਂ ਕਰਨ ਲੱਗੇ ਆ, ਜੇ ਅਸੀਂ ਖੁਦਮੁਖਤਿਆਰੀ ਦੀ ਗੱਲ ਕਰਨ ਲੱਗੇ ਆ ਤਾਂ ਉਹ ਸ਼ੰਭੂ ਮੋਰਚੇ 'ਚ ਕਰਨ ਲੱਗੇ ਆ। ਇਹ ਤਾਂ ਕਦੇ ਸਾਡੇ ਸੈਂਟਰ ਦੇ ਜਿਹੜੇ ਸਰਕਾਰ ਆ ਜਾਂ RSS BJP ਉਹਨਾਂ ਨੂੰ ਕਦੇ ਵੀ ਮਨਜ਼ੂਰ ਨਹੀਂ ਹੋ ਵੀ ਇਹ ਗੱਲਾਂ ਹੋਣ। ਜੇ ਤੁਸੀਂ ਪੋਲਿਟਿਕਸ ਨੂੰ ਸਮਝਦੇ ਆ ਤਾਂ ਤੇ ਫਿਰ ਤੁਸੀਂ ਉਹ ਪਿੱਛੇ ਜਿਹੜਾ ਟੋਟੈਲਿਟੀ 'ਚ ਗੱਲ ਨੂੰ ਨਹੀਂ ਦੇਖਦੇ, ਕਿਸੇ ਇੱਕ ਸਟੇਟਮੈਂਟ ਤੋਂ ਉਹ ਕਿਉਂ ਕਹੀ ਗਈ ਇਹ ਸਮਝਣ ਦੀ ਗੱਲ ਨਹੀਂ ਕਰਦੇ, ਪਰ ਤੁਸੀਂ ਸਿੱਧਾ ਜਾ ਕੇ ਟੈਗ ਲਾ ਦਿੰਦੇ ਹੋ। ਤਾਂ ਇੱਥੇ ਤਾਂ ਤੁਹਾਡੀ ਸੁਹਿਰਦਤਾ ਤੇ ਸ਼ੱਕ ਹੁੰਦਾ। ਦੀਪ ਸਿੱਧੂ ਜੀ, ਬਾਰ-ਬਾਰ ਤੁਹਾਨੂੰ ਕੀ ਲੱਗਦਾ, ਵੈਸੇ ਤਾਂ ਪਹਿਲਾਂ ਵੀ ਸਵਾਲ ਦਾ ਜਵਾਬ ਤੁਸੀਂ ਦਿੱਤਾ ਹੋਣਾ, ਪਰ ਸਟੇਜ ਤੋਂ ਇਹ ਕਹਿਣਾ ਕਿ ਤੁਸੀਂ ਸਟੇਜ ਤੇ ਨੇੜੇ ਵੀ ਨਾ ਆਓ, ਸਟੇਜ ਤੇ ਸੰਬੋਧਨ ਨਾ ਕਰੋ, ਮਤਾ ਪਾ ਦੇਣਾ, ਤੁਹਾਤੋਂ ਕਿਸਾਨ ਜਥੇਬੰਦੀਆਂ ਇੰਨਾ ਖਫਾ ਕਿਉਂ ਨੇ, ਨਾਰਾਜ਼ ਕਿਉਂ ਨੇ, ਵੱਖ ਕਿਉਂ ਕਰਕੇ ਚੱਲਦੀਆਂ ਨੇ? ਇਹ ਤਾਂ ਹੁਣ ਉਹਨਾਂ ਤੋਂ ਪੁੱਛੋ ਖਫਾ ਕਿਉਂ ਆ। ਕਿਉਂਕਿ ਮੈਂ ਇੱਕ ਮੇਰੇ 'ਚ ਵੀ ਇਹ ਗੱਲ ਆ ਵੀ ਮੇਰੇ ਤੋਂ ਸੱਚ ਬਿਆਨ ਕੀਤੇ ਬਿਨਾ ਨਹੀਂ ਰਿਹਾ ਜਾਂਦਾ। ਇਹ ਸੁਭਾਅ ਹੁੰਦਾ ਬੰਦੇ ਦਾ, ਤੇ ਉਹਨਾਂ ਨੂੰ ਲੱਗਦਾ ਵੀ ਹੋ ਸਕਦਾ ਇਹਦੀ ਕੋਈ ਇਹਦਾ ਟਾਈਮ ਹੁੰਦਾ ਵੀ ਕਦੋਂ ਜਾ ਕੇ ਤੁਸੀਂ ਗੱਲ ਦੱਸਣੀ ਆ, ਹਨਾ। ਤੇ ਇਹੀ ਗੱਲ ਆ ਵੀ ਬਾਕੀ ਜਦੋਂ ਉਹਨਾਂ ਨੇ ਇਹ ਗੱਲ ਕਹੀ ਵੀ ਤੁਸੀਂ ਸਟੇਜ ਦੇ ਨੇੜੇ ਤੇੜੇ ਨਾ ਆਓ, ਤਾਂ ਮੈਂ ਤਾਂ ਹਮੇਸ਼ਾ ਹੀ ਕਿਹਾ ਸਿਰ ਮੱਥੇ, ਮੈਂ ਬੋਲਣ ਥੋੜੀ ਆਇਆ। ਕੁਝ ਜਥੇਬੰਦੀਆਂ ਦੇ ਆਗੂਆਂ ਨਾਲ ਗੱਲ ਹੋਈ ਤਾਂ ਉਹ ਕਹਿੰਦੇ ਦੀਪ ਸਿੱਧੂ ਕਹਿੰਦੇ ਸੀਗੇ ਕਿ ਮੈਂ ਅਗਵਾਈ ਕਰਦਾ, ਜਥੇਬੰਦੀਆਂ ਮੇਰੇ ਨਾਲ ਮਤਲਬ ਪਿੱਛੇ ਚੱਲਣ, ਮੇਰੇ ਨਾਲ ਚੱਲਣ, ਇਸ ਤਰ੍ਹਾਂ ਦੀ ਗੱਲ ਹੋਈ? ਨਹੀਂ, ਇਹ ਕਦੋਂ ਹੋਈ ਆ? ਇਹ ਤਾਂ ਕਦੇ ਵੀ ਨਹੀਂ ਹੋ ਸਕਦੀ ਵੀ ਮੈਂ ਅਗਵਾਈ ਕਰਦਾ ਤੇ ਜਥੇਬੰਦੀਆਂ ਮੇਰੇ ਨਾਲ ਚੱਲਣ। ਮੈਂ ਹਮੇਸ਼ਾ ਹੀ ਇਹ ਕਹਿੰਦਾ ਰਿਹਾ, ਐਡੀ ਵੱਡੀ ਲਾਮਬੰਦੀ ਆ ਜਿਹੜੀ ਪੰਜਾਬ 'ਚ ਪਹਿਲਾਂ ਰਾਮਬੰਦੀ ਹੋਈ ਤੇ ਅਸੀਂ ਤਿਆਰ ਹੋਏ, ਇਹ ਉਹਨਾਂ ਦੇ ਕੈਡਰ ਤੋਂ ਬਿਨਾਂ ਹੋ ਹੀ ਨਹੀਂ ਸਕਦੀ ਸੀ। ਮੇਰੀ ਕੋਈ ਆਰਗੇਨਾਈਜੇਸ਼ਨ ਥੋੜੀ ਆ, ਮੈਂ ਕੋਈ ਇੱਕ ਇਹ ਥੋੜੀ ਆ ਵੀ ਮੈਂ ਬਹੁਤ ਲੰਬੇ ਸਮੇਂ ਤੋਂ ਇੱਕ ਕੋਈ ਆਪਦੀ ਪੋਲੀਟੀਕਲ ਪਾਰਟੀ ਚਲਾ ਰਿਹਾ ਜਾਂ ਕੋਈ ਆਰਗੇਨਾਈਜੇਸ਼ਨ ਚਲਾ ਰਿਹਾ। ਮੈਂ ਤਾਂ ਇੱਕ ਇੰਡੀਵਿਜੂਅਲ ਬੰਦਾ ਹੀ ਆ ਨਾ। ਸੋ ਜਿਹਨੇ ਜਜ਼ਬਾਤਾਂ ਦੇ ਆਧਾਰ ਤੇ ਇੱਕ ਮੋਰਚਾ ਵਿੱਢ ਲਿਆ ਤੇ ਮੋਰਚੇ 'ਚੋਂ ਗੱਲਾਂ ਉਹ ਕੀਤੀਆਂ ਜਿਹੜੀਆਂ ਪੰਜਾਬ ਦੇ ਹੱਕਾਂ ਖਾਤਰ ਹੋਣੀਆਂ ਚਾਹੀਦੀਆਂ। ਹੁਣ ਵੀ ਤੁਸੀਂ ਕਹਿੰਦੇ ਹੋ ਉਹੀ ਗੱਲ ਕਿ ਖੇਤੀ ਕਾਨੂੰਨ ਦੇ ਨਾਲ ਹੋਰ ਵੀ ਚੀਜ਼ਾਂ ਦੀ ਗੱਲ ਹੋਣੀ ਚਾਹੀਦੀ ਹੈ, ਜਿਵੇਂ ਹਮੇਸ਼ਾ ਤੁਸੀਂ ਕਹਿੰਦੇ ਰਹੇ ਹੋ ਕਿ ਪੰਜਾਬ ਦੀ ਹੋਂਦ ਦੀ ਲੜਾਈ ਹੈ, ਪੰਜਾਬ ਦੇ ਹੱਕਾਂ ਦੀ ਲੜਾਈ ਹੈ, ਜਾਂ ਸਿਰਫ ਕਿਉਂਕਿ ਹਮੇਸ਼ਾ ਤੁਸੀਂ ਇਹ ਗੱਲ ਵੀ ਕਹੀ ਹੈ ਕਿ ਜਿਹੜਾ ਪਹਿਲਾਂ ਸਟਰਕਚਰ ਇੱਕ ਚੱਲ ਰਿਹਾ, APMC ਐਕਟ ਚੱਲ ਰਿਹਾ, MSP ਚੱਲ ਰਿਹਾ, ਉਹਨੇ ਵੀ ਸਾਨੂੰ ਖੁਦਕੁਸ਼ੀਆਂ ਜਾਂ ਕਰਜ਼ਾਨੀ ਕਰਜ਼ਾ ਸਾਰਾ ਕੁਝ ਉਹੀ ਦਿੱਤਾ। ਜੇ ਅਸੀਂ ਆਹ ਸਟਰਕਚਰ ਜਿਹੜਾ ਨਵਾਂ ਆਇਆ ਇਹਨੂੰ ਭੰਗ ਕਰਾ ਕੇ ਉਹ ਲਾ ਵੀ ਲੈਂਦੇ ਹਾਂ, ਫਿਰ ਵੀ ਬਹੁਤ ਵੱਡਾ ਹੱਲ ਸਾਡੇ ਕੋਲ ਹੈ ਨਹੀਂ। ਪਰ ਇਹ ਦੇਖੋ ਤੁਸੀਂ, ਸਾਡੀ ਲੜਾਈ ਬਹੁਤ ਲੰਬੀ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਹਜੇ ਤਾਂ ਸ਼ੁਰੂਆਤ ਆ। ਤੇ ਇਹ ਜਜ਼ਬਾ ਜਿਹੜਾ ਉਭਾਰ ਪ੍ਰਗਟ ਹੋਇਆ ਇਹਨੇ, ਜਾਂ ਇਹ ਨੌਜਵਾਨੀ ਨੇ ਜੋ ਕਰਕੇ ਦਿਖਾਇਆ, ਰਾਤੋਂ ਰਾਤ ਜ਼ੀਰੋ ਤੋਂ ਹੀਰੋ ਬਣੇ ਆ, ਇਹਨਾਂ ਨੇ ਹਜੇ ਹੋਰ ਬਹੁਤ ਲੜਾਈਆਂ ਲੜਨੀਆਂ ਪੰਜਾਬ ਦੇ ਹੱਕਾਂ ਖਾਤਰ। ਅੱਜ ਅਸੀਂ ਇੱਥੇ ਆਏ ਆ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਖਾਤਰ। ਅੱਜ ਤਾਂ ਅਸੀਂ ਇਹੀ ਲੜਾਈ ਲੜਨ ਆਏ ਆ ਨਾ। ਜੇ ਅੱਜ ਅਸੀਂ ਕਹਿ ਦਈਏ ਵੀ ਇੱਥੋਂ ਅਸੀਂ ਖੁਦਮੁਖਤਿਆਰੀ ਮੰਗਣ ਲੱਗ ਜਾਈਏ, ਫੇਰ ਤਾਂ ਗੱਲ ਨਹੀਂ ਨਾ ਬਣਨੀ। ਪਰ ਜੜ ਕਿੱਥੇ ਪਈ ਆ? ਜਿਹੜੇ ਵਾਰ-ਵਾਰ ਸਾਡੇ ਤੇ ਨਵੇਂ-ਨਵੇਂ ਕਾਨੂੰਨ ਆਉਣੇ, ਵਾਰ-ਵਾਰ ਸਾਨੂੰ ਉਹਨਾਂ ਕਾਨੂੰਨਾਂ ਨੂੰ ਲਾਗੂ ਕੀਤਾ ਜਾਣਾ ਸਾਡੇ ਤੇ, ਜਿਹੜੇ ਪੰਜਾਬ ਪੱਖੀ ਨਹੀਂ ਆ, ਉਹ ਜੜ ਉੱਥੇ ਹੀ ਪਈ ਆ ਵੀ ਪਾਲਿਸੀ ਮੇਕਿੰਗ ਡਿਸੀਜਨਸ ਆ ਜਿਹੜੇ ਉਹ ਸਾਰੇ ਸੈਂਟਰ ਕੋਲੇ ਆ, ਸੂਬਾ ਸਰਕਾਰ ਕੋਲੇ ਤਾਂ ਕੁਝ ਵੀ ਨਹੀਂ ਆ। ਇਹ ਤਾਂ ਸਾਨੂੰ ਪਿਛਲੇ ਦਿਨਾਂ 'ਚ ਕਲੀਅਰ ਹੋ ਗਿਆ। ਸੋ ਜਦੋਂ ਤੱਕ ਅਸੀਂ ਉਹ ਜੜ ਨੂੰ ਨਹੀਂ ਪੱਟਾਂਗੇ, ਜਦੋਂ ਤੱਕ ਸਟੇਟ ਸੈਂਟਰ ਰਿਲੇਸ਼ਨਸ਼ਿਪ ਨੂੰ ਰੀਡਿਫਾਈਨ ਨਹੀਂ ਕਰਾਂਗੇ, ਜਿਹਨੂੰ ਫੈਡਰਲ ਸਟਰਕਚਰ ਕਿਹਾ ਜਾਂਦਾ ਜਾਂ ਖੁਦਮੁਖਤਿਆਰੀ ਕਿਹਾ ਜਾਂਦਾ, ਉਦੋਂ ਤੱਕ ਅਸੀਂ ਇਹਨਾਂ ਹਾਲਾਤਾਂ ਨਾਲ ਜੂਝਦੇ ਰਹਾਂਗੇ। ਸੋ ਇਹ ਲੜਾਈ ਤਾਂ ਆਪਾਂ ਲੜਾਂਗੇ, ਤਾਂ ਹੀ ਤਾਂ ਬੰਦੇ ਬੇਸ਼ਕੀਮਤੀ ਆ। ਠੀਕ ਹੈ, ਤੁਸੀਂ ਬਹੁਤ ਵਾਰ ਕਿਹਾ ਇਹ ਗੱਲ, ਪਰ ਤੁਸੀਂ ਸ਼ਾਇਦ ਜਦੋਂ ਤੁਸੀਂ ਗੱਲ ਕਰਦੇ ਹੋ, ਜਿਵੇਂ ਤੁਸੀਂ ਪਿਛਲੇ ਸਮੇਂ 'ਚ ਗੱਲ ਕਰਦੇ ਰਹੇ ਕਿ ਐਮਰਜੈਂਸੀ ਲੱਗ ਸਕਦੀ ਹੈ, ਤੁਸੀਂ ਇਹ ਗੱਲ ਕਰਦੇ ਰਹੇ, ਤਾਂ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ, ਤੁਸੀਂ ਬਹੁਤ ਜ਼ਿਆਦਾ ਓਵਰ ਗੱਲ ਕਰ ਜਾਂਦੇ ਹੋ। ਹੁਣ ਵੀ ਜਿਹੜੀ ਗੱਲ ਕੱਲ ਵਾਲੀ ਵੀ ਸੀਗੀ ਕਿ ਤੁਸੀਂ ਕਿਹਾ, ਕਿਉਂਕਿ ਅਮਿਤ ਸ਼ਾਹ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ 'ਚ ਕਹਿ ਚੁੱਕੇ ਨੇ ਕਿ ਕ੍ਰੈਕ ਡਾਊਨ ਅਸੀਂ ਨਹੀਂ ਕਰਦੇ। ਵੈਸੇ ਵੀ ਇੰਨੇ ਜਦੋਂ ਲੱਖਾਂ ਦਾ ਇਕੱਠ ਹੋਵੇ ਤਾਂ ਇਸ ਤਰ੍ਹਾਂ ਬਲ ਦਾ ਪ੍ਰਯੋਗ ਸਰਕਾਰਾਂ ਨਹੀਂ ਕਰਦੀਆਂ ਹੁੰਦੀਆਂ। ਨਹੀਂ, ਇਹ ਤੁਸੀਂ ਕੀ ਗੱਲ ਨੂੰ ਸਮਝੀਏ ਆਪਾਂ। ਅਸੀਂ ਕਿਸੇ ਕ੍ਰੈਕ ਡਾਊਨ ਤੋਂ ਥੋੜੀ ਡਰ ਰਹੇ ਹਾਂ। ਔਰ ਤੁਸੀਂ ਉਸ ਬੰਦੇ ਦੇ ਜਿਹੜਾ ਸਾਡਾ ਦੁਸ਼ਮਣ ਆ, ਜਿਹੜਾ ਦੁਸ਼ਮਣ ਦੀ ਗੱਲ ਤੇ ਵਿਸ਼ਵਾਸ ਕਰੋਗੇ ਵੀ ਕ੍ਰੈਕ ਡਾਊਨ ਨਹੀਂ ਕਰਦੇ? ਇਹ ਤਾਂ ਫਿਰ ਬੇਵਕੂਫੀ ਵਾਲੀ ਗੱਲ ਆ ਨਾ, ਵੀ ਉਹਨਾਂ ਨੇ ਕਹਿਤਾ ਤੇ ਇਹ ਤਾਂ ਪਹਿਲਾਂ ਹੀ ਵੀ ਸਾਨੂੰ ਭਰੋਸਾ ਦਿੱਤਾ ਉਹਨਾਂ ਨੇ ਨਹੀਂ ਕਰਨਾ। ਅੱਜ ਉਹ ਫਸੇ ਖੜੇ ਆ, ਉਹਨਾਂ ਦੀ ਸਿਆਸਤ ਡਿੱਗਦੀ ਆ। ਜੇ ਇਹ ਕਾਨੂੰਨ ਰੱਦ ਹੁੰਦੇ ਆ ਤਾਂ ਇਹ ਗੱਲ ਤਾਂ ਸਮਝਦੇ ਆ ਨਾ ਆਪਾਂ, ਇਸ ਗੱਲ ਤੋਂ ਕੋਈ ਮੁਨਕਰ ਹੋ ਸਕਦਾ? ਰਿਊਮਰਸ ਵੀ ਹੋ ਸਕਦੀਆਂ ਨੇ ਨਾ, ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਕਿ ਫੌਜ ਆ ਰਹੀ ਹੈ, ਫੌਜ ਜ਼ਿਆਦਾ ਲੱਗ ਰਹੀ ਹੈ, ਜਾਂ ਸਟੇਜ ਤੋਂ ਰਾਤ ਅਨਾਉਂਸਮੈਂਟ ਹੋ ਗਈਆਂ ਕਿ ਗੜਬੜ ਹੋ ਸਕਦੀ ਹੈ, ਇਹ ਰਿਊਮਰਸ ਵੀ ਤਾਂ ਨਹੀਂ ਨਾ। ਨਹੀਂ, ਰਿਊਮਰਸ ਤਾਂ ਚੱਲਣਗੇ, ਪਰ ਅਸੀਂ ਕੁਝ ਇਵੈਂਚੁਅਲਿਟੀ ਨੂੰ, ਸਾਡੇ ਦੇਖੋ ਰਿਪਰੈਸ਼ਨ ਕਦੋਂ ਹੁੰਦਾ ਤੁਸੀਂ ਇੱਕ ਗੱਲ ਆਪਾਂ ਦੇਖਦੇ ਆ, ਅਸੀਂ ਉਸ ਰਿਪਰੈਸ਼ਨ ਤੋਂ ਨਹੀਂ ਮੈਂ ਡਰ ਰਹੇ,
ਅਸੀਂ ਡਰ ਕਿਸ ਗੱਲ ਤੋਂ ਰਹੇ ਹਾਂ ਵੀ ਸਾਡੇ ਬੰਦੇ ਕੁਛ ਉਸ ਢੰਗ ਦਾ ਇੱਕ ਆਪਦੀ ਬੁੱਧੀ ਚੋਂ ਇੱਕ ਸਿਸਟਮ ਨਾ ਸਿਰਜ ਜਾਣ ਵੀ ਜਿੱਥੇ ਇਹੀ ਸ਼ੋਰ ਕਰਾ ਜਾਣ ਵੀ ਰਿਪਰੈਸ਼ਨ ਹੋਵੇ ਫੇਰ ਹੀ ਕੋਈ ਗੱਲ ਬਣਨੀ ਆ। ਅਕਾਲ ਪੁਰਖ ਦਾ ਭਾਣਾ ਕੁਝ ਜੋ ਵਾਪਰਨਾ ਉਸ ਰਜ਼ਾ 'ਚ ਕੋਈ ਗੱਲ ਹੋਵੇ, ਨਹੀਂ ਇਹਨੂੰ ਆਪਾਂ ਇਹਦੇ 'ਚ ਫਰਕ ਦੇਖਦੇ ਆ ਤਾਂ ਸਾਨੂੰ ਸਿਰ ਮੱਥੇ ਆ। ਸਿੱਧੂ ਜੀ ਕਿਸਾਨ ਜਥੇਬੰਦੀਆਂ ਦਾ ਵਾਰ-ਵਾਰ ਕਹਿ ਰਹੇ ਨੇ ਕਿ ਆਪਾਂ ਸ਼ਾਂਤਮਈ ਲੜਨਾ, ਸ਼ਾਂਤਮਈ ਰੱਖਣਾ, ਸ਼ਾਂਤਮਈ ਰੱਖਣਾ। ਜਦੋਂ ਅਸੀਂ ਸ਼ਾਂਤਮਈ ਆ ਫਿਰ ਸਾਹਮਣੇ ਵਾਲਾ ਕਿਉਂ? ਨਹੀਂ ਭਾਈ ਜੀ ਆਏ ਆ, ਅਸੀਂ ਤਾਂ ਸ਼ਾਂਤਮਈ ਲੜਾਂਗੇ। ਅਸੀਂ ਹਰ ਵਾਰ ਕਹਿ ਰਹੇ ਹਾਂ ਸਬਰ ਤੇ ਸਹਿਜਤਾ ਨਾਲ ਹੀ ਸਾਨੂੰ ਲੜਨਾ ਚਾਹੀਦਾ ਤੇ ਅਸੀਂ ਹਜੇ ਤੱਕ ਉਹ ਕਰਕੇ ਦਿਖਾਇਆ। ਪਰ ਜਦੋਂ ਸਰਕਾਰ ਨੇ ਜਿਸ ਮੰਨ ਲਓ ਰਿਪਰੈਸ਼ਨ ਕਰਨਾ ਹੋਵੇ, ਉਹਨਾਂ ਨੇ ਇਹ ਥੋੜੀ ਦੇਖਣਾ ਫਿਰ ਅਸੀਂ ਸ਼ਾਂਤਮਈ ਆ ਕਿ ਅਸੀਂ ਕਿਵੇਂ ਬੈਠੇ ਆ। ਅਗਲਿਆਂ ਨੇ ਤਾਂ ਪਹਿਲਾਂ ਵੀ ਤਾਂ ਅਸੀਂ ਸ਼ਾਂਤਮਈ ਜਦੋਂ ਪੰਜਾਬ ਤੋਂ ਤੁਰੇ ਆ, ਕੋਈ ਇਹੋ ਜਿਹੀ ਘਟਨਾ ਹੋਈ ਕਿਸੇ ਪੁਲਿਸ ਅਫਸਰ ਨੂੰ ਅਸੀਂ ਬੇਇੱਜ਼ਤੀ ਕੀਤੀ ਹੋਵੇ, ਉਹਦੀ ਵਰਦੀ ਨੂੰ ਫੜ ਕੇ ਉਹਨਾਂ ਨੂੰ ਪਾੜਿਆ ਹੋਵੇ, ਜਾਂ ਕੋਈ ਰੇੜੀਆਂ ਨੂੰ ਅਸੀਂ ਦਾ ਸਮਾਨ ਚੱਕ ਕੇ ਲੁੱਟਿਆ ਹੋਵੇ, ਜਾਂ ਦੁਕਾਨਾਂ 'ਚ ਵੜ ਗਏ ਹੋਈਏ, ਕਦੇ ਨਹੀਂ ਹੋਇਆ ਨਾ। ਸੋ ਅਸੀਂ ਤਾਂ ਸ਼ਾਂਤਮਈ, ਪਰ ਉਹਨਾਂ ਨੇ ਜੋ ਬੈਰੀਕੇਟਿੰਗ ਕੀਤੀ, ਜੋ ਸਾਡੇ ਤੇ ਅਥਰੂ ਗੈਸ ਚਲਾਈ, ਜੋ ਸਾਡੇ ਤੇ ਜਿਹੜੀਆਂ ਵਾਟਰ ਕੈਨਨਸ ਯੂਜ਼ ਕੀਤੀਆਂ, ਔਰ ਇੱਥੋਂ ਤੱਕ ਕਿ ਸਾਡੇ ਤੇ ਕਿਤੇ ਲਾਠੀ ਚਾਰਜ ਵੀ ਹੋਇਆ, ਤੇ ਉਦੋਂ ਵੀ ਸ਼ਾਂਤਮਈ ਤੇ ਹੀ ਹੋਇਆ ਨਾ। ਤੇ ਵਾਪਰ ਕੀ ਸਕਦਾ? ਇਹ ਗੱਲ ਤਾਂ ਸਾਡੇ ਕੰਟਰੋਲ 'ਚ ਨਹੀਂ ਆ। ਸਰਕਾਰ ਨੇ ਕੀ ਕਰਨਾ ਕੱਲ ਦਾ ਕਿਸੇ ਨੂੰ ਨਹੀਂ ਪਤਾ ਹੁੰਦਾ। ਹਾਂਜੀ ਸੋ ਸਰਕਾਰ ਤੇ ਅੱਜ ਜੇ ਅਸੀਂ ਕਹੀਏ ਵੀ ਸਾਨੂੰ ਭਰੋਸਾ ਦਿਵਾਇਆ, ਤੇ ਜਿਹਦੇ ਨਾਲ ਤੁਸੀਂ ਲੜੀ ਜਾਂਦੇ ਹੋ ਉਹ ਤੁਹਾਨੂੰ ਭਰੋਸਾ ਦਿਵਾਊਗਾ? ਇਹ ਤਾਂ ਕੋਈ ਗੱਲ ਨਹੀਂ ਹੋਈ। ਠੀਕ ਹੈ, ਲਾਸਟ ਦੇ ਵਿੱਚ ਜਿੱਥੇ ਗੱਲ ਖੜੀ ਆ ਅੱਗੇ ਕਿਵੇਂ ਵੱਧ ਸਕਦੀ ਹੈ? ਕਿਉਂਕਿ ਜਿਹੜੀ ਗੱਲ ਹੈ ਉਹ ਡਿਵੈਲਪਮੈਂਟ ਗਰੋਥ ਉਹਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਹੁਣ ਗੱਲਬਾਤ ਹਾਲੇ ਟੁੱਟੀ ਹੋਈ ਹੈ। ਤੇ ਦੂਜੇ ਪਾਸਿਓਂ ਹੁਣ ਫੇਰ ਰੇਲ ਰੋਕੋ ਅੰਦੋਲਨ ਦੀ ਕਾਲ ਵੀ ਆ ਰਹੀ ਹੈ, ਜਾਂ ਹਾਈਵੇ ਵਧਾਉਣ ਰੋਕਣ ਦੀ ਵੀ ਗੱਲ ਆ ਰਹੀ ਹੈ। ਦਿੱਲੀ ਤੋਂ ਜਦੋਂ ਅਸੀਂ ਆਲੇ ਦੁਆਲੇ ਜਾਂਦੇ ਹਾਂ ਤਾਂ ਲੋਕ ਵੀ ਥੋੜਾ ਪਰੇਸ਼ਾਨ ਹੋ ਰਹੇ ਨੇ, ਕਿਉਂਕਿ ਟ੍ਰੈਫਿਕ ਦੀ ਇੱਕ ਦੋ ਰਸਤੇ ਰਹਿ ਗਏ ਜਿਹੜੇ ਚੱਲ ਰਹੇ ਨੇ, ਕਾਫੀ ਮੁਸ਼ਕਿਲ ਹੈ ਇਸ ਵੇਲੇ। ਨਹੀਂ ਮੁਸ਼ਕਿਲ ਤਾਂ ਹੁਣ ਆਏ ਆ ਨਾ ਵੀ ਸਾਡੇ ਤੇ ਕਿੱਡੀ ਵੱਡੀ ਮੁਸ਼ਕਿਲ ਆ। ਤੁਸੀਂ ਇਹ ਤਾਂ ਦੇਖੋ ਨਾ, ਅਸੀਂ ਆਪਦੀ ਹੋਂਦ ਦੀ ਲੜਾਈ ਲੜ ਰਹੇ ਹਾਂ। ਸੋ ਅਸੀਂ ਹੋਂਦ ਤੇ ਗੱਲ ਆ ਗਈ ਆ। ਦਿੱਲੀ ਦਾ ਟ੍ਰੈਫਿਕ ਨਿਕਲੇ ਜਾਂ ਨਾ ਨਿਕਲੇ ਤਾਂ ਬਹੁਤ ਛੋਟੀਆਂ ਜਿਹੀਆਂ ਗੱਲਾਂ ਉਹਦੇ ਸਾਹਮਣੇ। ਕੋਈ ਇੱਕ ਕੌਮ ਆਪਦੀ ਹੋਂਦ ਲਈ ਲੜ ਰਹੀ ਆ, ਹਨਾ। ਇੱਥੇ ਕਿੱਡੇ ਵੱਡੇ ਮਨੁੱਖੀ ਅਧਿਕਾਰਾਂ ਦੀ, ਇੱਧਰ ਅਸੀਂ ਆ, ਉਹ ਵੀ ਪਬਲਿਕ ਹੈ, ਉਹ ਵੀ ਆਮ ਲੋਕ ਨੇ, ਅਸੀਂ ਵੀ ਆਮ ਲੋਕ ਆ। ਅਸੀਂ ਤਾਂ ਪਬਲਿਕ ਨੂੰ ਤੰਗ ਹੀ ਨਹੀਂ ਕਰ ਰਹੇ। ਅਸੀਂ ਜਦੋਂ ਪੰਜਾਬ ਤੋਂ ਤੁਰੇ ਆ ਅੱਜ ਤੱਕ ਪਬਲਿਕ ਨੂੰ ਤੰਗ ਕਰਨ ਵਾਲੀ ਇੱਕ ਘਟਨਾ ਦੱਸ ਦਿਓ। ਔਰ ਉਲਟਾ ਸਾਡੇ ਮੁੰਡੇ ਤਾਂ ਟ੍ਰੈਫਿਕ ਨੂੰ ਖੜ ਕੇ ਨਿਗਾਹ ਰਹੇ ਆ। ਤੰਗ ਕੌਣ ਕਰ ਰਹੇ ਆ? ਤੰਗ ਸਰਕਾਰਾਂ ਕਰ ਰਹੀਆਂ ਨਾ, ਜਦੋਂ ਸਾਨੂੰ ਰਿਜ਼ੋਲਵ ਨਹੀਂ ਕਰ ਰਹੀਆਂ। ਉਸੇ ਤੇ ਗੱਲ ਸਵਾਲ ਹੈ ਵੀ ਸਰਕਾਰਾਂ ਧਿਆਨ ਕਿਉਂ ਨਹੀਂ ਦੇ ਰਹੀਆਂ ਫਿਰ? ਨਹੀਂ, ਸਰਕਾਰਾਂ ਦਾ ਫਰਜ਼ ਬਣਦਾ। ਸਰਕਾਰ ਜੇ ਦੇਸ਼ ਨੂੰ ਦੇਸ਼ ਸਮਝਦੀ ਆ, ਦੇਸ਼ ਤਾਂ ਲੋਕ ਹੁੰਦੇ ਆ, ਤੇ ਲੋਕ ਵੀ ਇਹ ਜੇ ਪੰਜਾਬ ਵਾਲੇ ਹਰਿਆਣੇ ਵਾਲੇ ਆਪਦੇ ਹੱਕਾਂ ਖਾਤਰ ਉੱਠ ਕੇ ਆ ਗਏ, ਤੇ ਇਹਨਾਂ ਨੂੰ ਤਾਂ ਕੋਈ ਤਰਜੀਹ ਨਾ ਦਿਓ। ਕੋਈ ਸਵਾਲ ਵਿੱਚ ਰਹਿ ਗਿਆ ਵੀ ਅੱਗੇ ਕਿਵੇਂ ਵਧੀਏ ਫਿਰ? ਹੁਣ ਅੱਗੇ ਵਧਣਾ, ਦੇਖੋ ਸਾਡੇ ਕੋਲੇ ਅੱਗੇ ਵਧਣ ਦਾ ਹੁਣ ਦੋ ਹੀ ਗੱਲਾਂ। ਜਿਵੇਂ ਮੈਂ ਕਿਹਾ, ਇੱਕ ਤਾਂ ਸਬਰ ਬਣਾ ਕੇ ਰੱਖੋ, ਸਹਿਜਤਾ ਨਾਲ ਰਹੋ, ਡਿਸਪਲਿਨ 'ਚ ਰਹੋ। ਇੱਥੇ ਅਗਲੀ ਗੱਲ ਮੈਂ ਬਾਰ-ਬਾਰ ਕਹਿਣਾ ਹੁੰਦਾ ਵੀ ਡਾਇਲੌਗ ਆ ਨਾ ਜਿਹੜਾ, ਉਹ ਟੁੱਟੇ ਨਾ। ਇਹ ਗੱਲ ਮੈਂ ਮੰਨਦਾ, ਕਿਉਂਕਿ ਡਾਇਲੌਗ 'ਚੋਂ ਸਾਨੂੰ ਜਿੱਤ ਮਿਲਣੀ ਆ, ਉੱਥੋਂ ਹੀ ਮਿਲਣੀ ਆ ਨਾ ਜਿੱਤ। ਜਥੇਬੰਦੀਆਂ ਕਹਿੰਦੀਆਂ ਨੇ, ਹੁਣ ਗੱਲ ਕਹਿੰਦੀਆਂ ਨੇ ਵੀ ਜਦੋਂ ਅਸੀਂ 7-7 ਘੰਟੇ 5-5 ਘੰਟੇ 4-4 ਘੰਟੇ ਦੀ ਮੀਟਿੰਗ ਕਰਕੇ ਆਉਂਦੇ ਆ ਵਾਪਸ, ਤਾਂ ਲੋਕ ਸਾਨੂੰ ਕਹਿੰਦੇ ਨੇ ਕਿ ਤੁਸੀਂ ਜਾਂਦੇ ਹੋ ਮੀਟਿੰਗ ਕਰਦੇ ਹੋ ਇੰਨੇ ਘੰਟੇ, ਤਾਂ ਫਿਰ ਕਿਉਂ ਸਿੱਟਾ ਕੋਈ ਨਿਕਲਦਾ ਨਹੀਂ ਹੈਗਾ? ਆਸ ਟੁੱਟਦੀ ਹੈ ਉਹਨਾਂ ਦੀ। ਦੇਖੋ, ਪਹਿਲੀਆਂ 2 ਮੀਟਿੰਗ ਤੋਂ ਬਾਅਦ ਜਦੋਂ ਅਸੀਂ ਗਏ ਆ, ਅਸੀਂ ਉਹਨਾਂ ਮੀਟਿੰਗਾਂ ਤੋਂ ਵੀ ਜਿੱਤ ਕੇ ਆਏ ਆ। ਜਦੋਂ ਸਾਡੇ ਜਥੇਬੰਦੀਆਂ ਦੇ ਆਗੂਆਂ ਨੇ ਆਪਦਾ ਭੁੰਜੇ ਬਹਿ ਕੇ ਰੋਟੀ ਖਾਧੀ, ਕਿੱਡੀ ਵੱਡੀ ਜਿੱਤ ਸੀ। ਉਹ ਵੀ ਕਹਿੰਦੇ ਦੀਪ ਸਿੱਧੂ ਨੇ ਕਹਿੰਦੇ ਮਜਬੂਰ ਕੀਤਾ। ਕਿੰਨੀ ਗੱਲ ਸੱਚਾਈ ਹੈ ਇਸ ਨਹੀਂ, ਮਜਬੂਰ ਨਹੀਂ ਮੈਂ ਕੀਤਾ। ਮੈਂ ਤਾਂ ਇੱਕ ਆਪਦੀ ਗੱਲ ਰੱਖੀ ਸੀ ਵੀ ਅੱਖਾਂ ਸ਼ਰਮਾਉਂਦੀਆਂ ਮੁੜ ਕੇ ਉਹ ਗੱਲ ਹੀ ਨਹੀਂ ਹੁੰਦੀ। ਜਦੋਂ ਕਿਸੇ ਦੇ ਘਰੇ ਜਾ ਕੇ ਰੋਟੀ ਖਾ ਲਓ ਨਾ, ਜੇ ਉੱਥੋਂ ਕੁਛ ਆਪਦਾ ਹੱਕ ਲੈਣ ਗਏ ਹੋ, ਅਗਲਾ ਕਹਿੰਦਾ ਛੱਡ ਪਰਾਂ ਯਾਰ। ਇਹ ਲਿਟਰਲੀ ਇਹ ਗੱਲ ਆ। ਪਰ ਜਦੋਂ ਅਸੀਂ ਨਹੀਂ ਖਾਧਾ, ਉਦੋਂ ਕਿੱਡੀ ਵੱਡੀ ਸਾਡੀ ਸ਼ਲਾਘਾ ਹੋਈ, ਨੈਸ਼ਨਲ ਮੀਡੀਆ 'ਚ ਹੋਈ ਵੀ ਕਿਸਾਨਾਂ ਨੇ ਦਿਖਾਤਾ ਕਿਸਾਨ ਕੌਣ ਆ। ਅਗਲੀ ਗੱਲ, ਜਦੋਂ ਯੈਸ ਨੋ ਕਰਕੇ ਉੱਥੇ ਖੜ ਜਾਂਦੇ ਆ, ਉਹ ਕਿੱਡੀ ਵੱਡੀ ਜਿੱਤ ਆ। ਵੀ ਇਦੋਂ ਬਾਅਦ ਸਾਨੂੰ ਇਦੋਂ ਹੋਰ ਕੋਈ ਗੱਲ ਕਰੋ ਨਾ ਸਾਡੇ ਨਾਲ, ਯੈਸ ਜਾਂ ਨੋ ਤੇ ਆਓ। ਵਾਰ-ਵਾਰ ਅਸੀਂ ਉਹਨਾਂ ਨੂੰ ਡਿਪਲੋਮੈਟਿਕ ਟਾਕ ਤੇ ਹਰਾਇਆ, ਵਾਰ-ਵਾਰ ਬੈਕਫੁੱਟ ਤੇ ਲੈ ਕੇ ਗਏ ਆ। ਮੈਨੂੰ ਪਤਾ ਬੁਲਾਉਣਗੇ ਵਾਰ-ਵਾਰ, ਹੋ ਸਕਦਾ ਉਹੀ ਗੱਲ ਕਰਨ, ਪਰ ਅਸੀਂ ਡਿਪਲੋਮੈਟਿਕਲੀ ਵੀ ਤਾਂ ਉਹਨਾਂ ਨੂੰ ਹਰਾਉਣਾ ਨਾ, ਉਹਨਾਂ ਨੂੰ ਉਸ ਟੇਬਲ ਤੇ ਬੈਠ ਕੇ ਵੀ ਤਾਂ ਹਰਾਉਣਾ ਨਾ। ਕੱਲਾ ਇੱਥੇ ਹਰਾ ਰਹੇ ਆ, ਇੱਥੇ ਤਾਂ ਅਸੀਂ ਬਹੁਤ ਚੰਗਾ ਲੜ ਰਹੇ ਆ। ਸਾਡੀਆਂ ਫੌਜਾਂ, ਸਾਡੀ ਸੰਗਤ ਬਹੁਤ ਕਮਾਲ ਦੀ ਲੜਾਈ ਲੜ ਰਹੀ ਆ। ਪਰ ਆਗੂਆਂ ਨੇ ਲੜਾਈ ਟੇਬਲ ਤੇ ਵੀ ਲੜਨੀ ਹੁੰਦੀ ਆ, ਤੇ ਟੇਬਲ ਤੇ ਵੀ ਹਰਾਉਣਾ ਪਊਗਾ, ਵਾਰ-ਵਾਰ ਹਰਾਉਣਾ ਪਊਗਾ। ਜਾਣਾ ਚਾਹੀਦਾ ਜਿੰਨੀ ਵਾਰ ਵੀ ਬੁਲਾਉਣ। ਦੇਖੋ, ਮੈਨੂੰ ਲੱਗਦਾ ਵੀ ਡਾਇਲੌਗ ਲਈ ਜਾਣਾ ਚਾਹੀਦਾ।
ਇਹ ਜ਼ਰੂਰ ਆ ਵੀ ਵਾਰ-ਵਾਰ ਇੱਕੋ ਹੀ ਗੱਲ ਕਰ ਰਹੇ ਆ, ਇਹ ਗੱਲ ਕਹਿ ਰਹੇ ਆ ਉਹ ਵੀ ਕਿੰਨੇ ਵਾਰੀ ਇੱਕੋ ਗੱਲ ਸੁਣੀਏ, ਪਰ ਵਾਰ-ਵਾਰ ਹਰਾਓ ਉਹਨਾਂ ਨੂੰ, ਉਹਨਾਂ ਦਾ ਚਿਹਰਾ ਦਿਖਾਓ, ਠੀਕ ਹੈ ਹਨਾ। ਅੱਛਾ, ਉਹਨਾਂ ਦੇ ਬਿਆਨ ਕੱਢ ਕੇ ਲੈ ਕੇ ਜਾਓ ਵੀ ਤੁਸੀਂ ਸਾਨੂੰ ਬੁਲਾਉਣੇ ਹੋ, ਤੁਸੀਂ 10 ਵਾਰੀ ਇੱਕੋ ਹੀ ਗੱਲ ਕਰਦੇ ਹੋ, ਫਿਰ ਤੁਸੀਂ ਗੱਲ ਐਡਵਾਂਸ ਨਹੀਂ ਕਰ ਰਹੇ। ਸਾਨੂੰ ਜੇ ਡਾਇਲੌਗ ਲਈ ਤੁਸੀਂ ਬੁਲਾ ਰਹੇ ਹੋ, ਉਹਦੇ 'ਚ ਗੱਲ ਐਡਵਾਂਸ ਨਹੀਂ ਹੋ ਰਹੀ, ਤੇ ਤੁਹਾਡਾ ਮਕਸਦ ਕੀ ਆ? ਕੋਈ ਨਹੀਂ, ਸਾਡਾ ਪੇਸ਼ੈਂਸ ਟੈਸਟ ਕਰ ਰਹੇ ਹੋ ਨਾ, ਕੋਈ ਨਹੀਂ, ਕਰ ਲਓ ਪੇਸ਼ੈਂਸ ਟੈਸਟ। ਉਹਨਾਂ ਕੋਲੇ ਇਹ ਮੌਕਾ ਤਾਂ ਨਹੀਂ ਹੋਊਗਾ ਨੈਸ਼ਨਲ ਮੀਡੀਆ 'ਚ ਚਲਾਉਣ ਦਾ ਵੀ ਅਸੀਂ ਤਾਂ ਅੜ ਕੇ ਬਹਿ ਗਏ, ਅਸੀਂ ਤਾਂ ਗੱਲ ਹੀ ਨਹੀਂ ਸੁਣ ਰਹੇ। ਅਦਰਵਾਈਜ਼ ਉਹਨਾਂ ਨੇ ਕੀ ਕਰਨਾ, ਪੂਰੇ ਦੇਸ਼ 'ਚ ਇਹ ਗੱਲ ਫੈਲਾ ਦੇਣੀ ਆ ਵੀ ਕਿਸਾਨ ਅੜ ਕੇ ਬੈਠੇ ਆ, ਅਸੀਂ ਤਾਂ ਉਹਨਾਂ ਨਾਲ ਗੱਲ ਕਰਨ ਨੂੰ ਰਾਜ਼ੀ ਆ, ਵਾਰ-ਵਾਰ ਸੱਦਾ ਭੇਜ ਰਹੇ ਆ, ਉਹੀ ਨਹੀਂ ਆ ਰਹੇ। ਠੀਕ ਹੈ ਦੀਪ ਸਿੱਧੂ ਜੀ, ਲਾਸਟ ਸਵਾਲ ਹੈ। ਲੋਕ ਸਾਨੂੰ ਪੁੱਛਦੇ ਨੇ, ਤੁਹਾਨੂੰ ਵੀ ਪੁੱਛਦੇ ਨੇ ਵੀ ਬਾਈ ਕਦੋਂ ਕੁ ਗੱਲ ਬਣੂਗੀ, ਕਦੋਂ ਕੁ ਗੱਲ ਬਣੂਗੀ, ਤਾਂ ਉਹ ਵਾਰ-ਵਾਰ ਉਹਨੂੰ ਲੱਗਦਾ ਕਿ ਥੋੜੇ ਅਸੀਂ ਜਲਦੀ ਹੋ ਜਵੇ, ਤਾਂ ਸਾਰਿਆਂ ਨੂੰ ਲੱਗਦਾ ਸ਼ਾਇਦ। ਤੁਸੀਂ ਇਸ ਤੇ ਕੀ ਜਵਾਬ ਦੇਣਾ? ਨਹੀਂ, ਜਲਦੀ ਦੇਖੋ, ਅਸੀਂ ਜੇ ਇਹ ਕਹਿ ਕੇ ਆਏ ਆ ਨਾ ਵੀ ਅਸੀਂ ਤਾਂ ਲੰਬਾ ਸਮਾਂ ਇੱਥੇ ਬੈਠਣ ਨੂੰ ਤਿਆਰ ਆ, ਸਾਡੇ ਕੋਲੇ ਹੁਣ ਦੇਖੋ, ਅਸੀਂ ਇਹ ਘਰੋਂ ਕਹਿ ਸੀ ਵੀ ਜੇ 6 ਮਹੀਨੇ ਵੀ ਬੈਠਣਾ ਪਿਆ ਤਾਂ ਬੈਠਾਂਗੇ, ਤੇ ਹੁਣ ਸਬਰ ਇੰਨੀ ਛੇਤੀ ਨਾ ਤੋੜੋ। ਅਸੀਂ ਜੋ ਕਰ ਰਹੇ ਆ ਨਾ ਉਹ ਅਨਪ੍ਰੈਸੀਡੈਂਟਡ ਆ, ਕਦੇ ਹੋਇਆ ਹੀ ਨਹੀਂ। ਹੁਣ ਤੱਕ 6 ਸਾਲ ਦੀ ਸਰਕਾਰ 'ਚ ਵੀ ਨਹੀਂ ਹੋਇਆ, ਮੋਦੀ ਸਾਹਿਬ ਦੀ ਪਹਿਲਾਂ ਵੀ ਨਹੀਂ ਕਦੇ ਹੋਇਆ, ਦੁਨੀਆ 'ਚ ਨਹੀਂ ਹੋਇਆ, ਦੁਨੀਆ 'ਚ ਨਹੀਂ ਹੋਇਆ। ਤੇ ਇਸ ਕਰਕੇ ਜੇ ਇਤਿਹਾਸ ਰਚਨਾ, ਇਤਿਹਾਸ ਉਦੋਂ ਹੀ ਰਚੇ ਜਾਂਦੇ ਹੁੰਦੇ ਆ ਜਦੋਂ ਤੁਹਾਡੀ ਤਿਆਰੀ ਲੰਬੇ ਸੰਘਰਸ਼ ਦੀ ਹੋਵੇ, ਦ੍ਰਿੜਤਾ ਹੋਵੇ ਤੇ ਨਿਸ਼ਚਾ ਹੋਵੇ। ਸਨੀ ਦਿਓਲ ਹੋਰਾਂ ਦਾ ਟਵੀਟ ਆਇਆ ਸੀਗਾ, ਉਹ ਤੋਂ ਬਾਅਦ ਫੋਨ ਤੇ ਗੱਲਬਾਤ ਕੋਈ ਹੋਈ ਬਾਈ ਵੀ ਟਵੀਟ ਕਰਨ ਦੀ ਕੀ ਲੋੜ ਸੀ ਜਾਂ ਕੀਤਾ ਤੁਸੀਂ? ਨਹੀਂ, ਕੋਈ ਗੱਲਬਾਤ ਨਹੀਂ ਹੋਈ ਜੀ। ਹਾਂਜੀ, ਚਲੋ ਬਹੁਤ ਥੈਂਕ ਯੂ ਗੱਲਬਾਤ ਕਰਨ ਲਈ, ਸਮਾਂ ਦੇਣ ਦੇ ਲਈ। ਦੀਪ ਸਿੱਧੂ ਇਹੀ ਹੈ ਕਿ ਸਬਰ ਰੱਖਣਾ ਪਊਗਾ, ਇੰਨੀ ਕਾਹਲ ਨਹੀਂ ਹੋ ਸਕਦੀ, ਇੰਨੀ ਜਲਦਬਾਜ਼ੀ ਨਹੀਂ ਹੋ ਸਕਦੀ, ਕਿਉਂਕਿ ਦੇਸ਼ ਦੀ ਸਰਕਾਰ ਹੈ ਇੱਕ ਪਾਸੇ, ਤੇ ਇਹ ਪਹਿਲੀ ਵਾਰ ਹੋਊਗਾ ਕਿ ਦੇਸ਼ ਦੀ ਸਰਕਾਰ ਵੱਲੋਂ ਬਣਾਏ ਹੋਏ ਇਹ ਕਾਨੂੰਨ ਇਸ ਢੰਗ ਦੇ ਨਾਲ ਪਬਲਿਕ ਰੱਦ ਕਰਾਊਗੀ, ਤਾਂ ਇਹ ਵੱਡੀ ਗੱਲ ਹੋਊਗੀ। ਫਿਲਹਾਲ ਸਬਰ ਤੋਂ ਕੰਮ ਲੈਣਾ ਜ਼ਰੂਰੀ ਹੈ, ਦੇਖਣਾ ਹੋਏਗਾ ਸਰਕਾਰ ਕਦੋਂ ਇਹ ਕਾਨੂੰਨ ਵਾਪਸ ਲੈਂਦੀ ਹੈ। ਕੈਮਰਾਮੈਨ ਗਗਨ ਦੇ ਨਾਲ ਰਣਬੀਰ ਸਿੰਘ ਰਾਣਾ। ਕੱਲ ਆ ਕੇ ਮੈਂ ਗੱਲ ਹੀ ਰੱਖੀ, ਤੁਸੀਂ ਉਹਦਾ ਰਿਐਕਸ਼ਨ ਦੇਖੋ, ਹਨਾ। ਸੋ ਉਸ ਰਿਐਕਸ਼ਨ ਨਾਲ ਕਹਿੰਦੇ ਦੀਪ ਸਿੱਧੂ ਨੇ ਢੈਂ ਦੀ ਗੱਲ ਕਰਤੀ, ਮਤਲਬ ਢੈਂ ਦੀ ਕਲਾ ਵਾਲੀ ਗੱਲ ਕੀਤੀ। ਹਾਲਾਂਕਿ ਮੈਨੂੰ ਪੋਲੀਟੀਕਲ ਡਿਪਲੋਮੇਸੀ ਨੂੰ ਜਦੋਂ ਆਪਾਂ ਗੱਲ ਦੇਖਦੇ ਆ, ਉਹ ਪੋਲੀਟੀਕਲ ਡਿਪਲੋਮੇਸੀ 'ਚ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਜਿਵੇਂ ਗੱਲਾਂ ਸਿਖਾਈਆਂ ਵੀ ਅਸੀਂ ਨਿਰਭਉ ਤੇ ਨਿਰਵੈਰ, ਕਿਤੇ ਨਹੀਂ ਕਿ ਮੇਰਾ ਨੁਕਸਾਨ ਹੋਊਗਾ, ਇਹਦੇ ਵਿੱਚ ਫਾਇਦਾ ਹੋਊਗਾ, ਕੀ ਹੋਊਗਾ। ਤੁਸੀਂ ਕਿਹਾ ਵੀ ਗੱਲ ਲੋਕਾਂ ਤੱਕ ਜਾਣੀ ਚਾਹੀਦੀ, ਪਰ ਉਹਦੇ ਤੇ ਤੁਹਾਡੇ ਦੇ ਸਵਾਲ ਹੋਗੇ ਕਿ ਕਿਉਂ ਇਹ ਗੱਲ ਕਹੀ ਗਈ ਦੀਪ ਸਿੱਧੂ ਦੇ ਵੱਲੋਂ, ਸ਼ਾਇਦ ਕੋਈ ਢਾਹ ਨਾ ਲੱਗ ਜਾਵੇ ਅੰਦੋਲਨ ਨੂੰ, ਸ਼ਾਇਦ ਕੋਈ ਨੁਕਸਾਨ ਨਾ ਹੋ ਜਾਵੇ ਅੰਦੋਲਨ ਨੂੰ। ਕਿਉਂਕਿ ਜਦੋਂ ਜਿੱਥੇ ਅਸੀਂ ਖੜੇ ਆ ਉੱਥੇ ਤਾਂ ਚੜ੍ਹਦੀ ਕਲਾ ਦੀ ਗੱਲ ਹੋਣੀ ਚਾਹੀਦੀ ਹੈ। ਜੇ ਕਿਸੇ ਨੂੰ ਇਹ ਲੱਗਦਾ, ਕੋਈ ਵੀ ਬੰਦਾ, ਜਾਂ ਮੈਂ ਢਹਿੰਦੀ ਕਲਾ ਵਾਲੀ ਗੱਲ ਕੀਤੀ ਹੈ, ਤਾਂ ਦਿਲ ਤਾਂ ਦੁਖਣਗੇ, ਦਿਲ ਤਾਂ ਟੁੱਟਣਗੇ। ਤੁਹਾਡੇ ਸਾਥੀਆਂ ਨੇ ਕਹਿ ਦਿੱਤਾ ਕਿ ਉਹੀ ਫੇਰ RSS ਦਾ, ਅੰਬਾਨੀਆਂ ਦਾ, ਅਡਾਨੀਆਂ ਦਾ, ਇਦਾਂ ਏਜੰਸੀਆਂ ਦਾ, ਜਦ ਨਾਲ ਦੀ ਨਾਲ ਬਿਆਨਬਾਜ਼ੀ ਸ਼ੁਰੂ ਹੋ ਜਾਂਦੀ। ਨਹੀਂ, ਇਹ ਵੀ ਗੱਲ ਮੈਂ ਤੁਹਾਨੂੰ ਦੱਸਦਾ, ਹੁਣ ਜਿਨ੍ਹਾਂ ਨੇ ਇਮੀਡੀਏਟਲੀ ਇਹਦੇ ਤੇ ਇਹੋ ਜਿਹੀ ਪ੍ਰਤੀਕਿਰਿਆ ਦਿੱਤੀ ਆ, ਉਹਨਾਂ ਨੂੰ ਮੈਨੂੰ ਲੱਗਦਾ ਇੱਕ ਵਾਰੀ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਵੀ ਪਿੱਛੇ ਸਾਡੇ ਬਹੁਤ ਲੰਬਾ ਇੱਕ ਸਫ਼ਰ ਪਿਆ। ਜਦੋਂ ਦੀਪ ਸਿੱਧੂ ਖੜਾ ਤਾਂ ਪੰਜਾਬ ਦੇ ਹਿੱਤ 'ਚ ਹੀ ਖੜਾ, ਹੱਕਾਂ ਖਾਤਰ ਹੀ ਲੜਦੇ ਆ ਰਹੇ, ਤੇ ਦੀਪ ਸਿੱਧੂ ਨੇ ਉਹ ਬਿਰਤਾਂਤ ਜਾਂ ਉਹ ਨੈਰੇਟਿਵ ਖੜਾ ਕੀਤਾ ਜਿਹੜਾ ਕਦੇ ਕਿਸਾਨ ਜਥੇਬੰਦੀਆਂ ਦੇ ਸਟੇਜ ਤੋਂ ਖੜਾ ਨਹੀਂ ਹੋਇਆ ਸੀ। ਪਰ ਸਟੇਜ ਤੋਂ ਇਹ ਕਹਿਣਾ ਕਿ ਤੁਸੀਂ ਸਟੇਜ ਤੇ ਨੇੜੇ ਵੀ ਨਾ ਆਓ, ਸਟੇਜ ਤੇ ਸੰਬੋਧਨ ਨਾ ਕਰੋ, ਮਤਾ ਪਾ ਦੇਣਾ, ਤੁਹਾਤੋਂ ਕਿਸਾਨ ਜਥੇਬੰਦੀਆਂ ਇੰਨਾ ਖਫਾ ਕਿਉਂ ਨੇ, ਨਾਰਾਜ਼ ਕਿਉਂ ਨੇ, ਵੱਖ ਕਿਉਂ ਕਰਕੇ ਚੱਲਦੀਆਂ ਨੇ? ਇਹ ਤਾਂ ਹੁਣ ਉਹਨਾਂ ਤੋਂ ਪੁੱਛੋ ਖਫਾ ਕਿਉਂ ਆ, ਕਿਉਂਕਿ ਮੈਂ ਇੱਕ ਮੇਰੇ 'ਚ ਵੀ ਇਹ ਗੱਲ ਆ ਵੀ ਮੇਰੇ ਤੋਂ ਸੱਚ ਬਿਆਨ ਕੀਤੇ ਬਿਨਾ ਨਹੀਂ ਰਿਹਾ ਜਾਂਦਾ, ਇਹ ਸੁਭਾਅ ਹੁੰਦਾ ਬੰਦੇ ਦਾ। ਕੁਝ ਜਥੇਬੰਦੀਆਂ ਦੇ ਆਗੂਆਂ ਨਾਲ ਗੱਲ ਹੋਈ ਤਾਂ ਉਹ ਕਹਿੰਦੇ ਦੀਪ ਸਿੱਧੂ ਕਹਿੰਦੇ ਸੀਗੇ ਕਿ ਮੈਂ ਅਗਵਾਈ ਕਰਦਾ, ਜਥੇਬੰਦੀਆਂ ਮੇਰੇ ਨਾਲ, ਮਤਲਬ ਪਿੱਛੇ ਚੱਲਣ, ਮੇਰੇ ਨਾਲ ਚੱਲਣ, ਇਸ ਤਰ੍ਹਾਂ ਦੀ ਗੱਲ ਨਹੀਂ। ਇਹ ਕਦੋਂ ਹੋਈ ਆ? ਇਹ ਤਾਂ ਕਦੇ ਵੀ ਨਹੀਂ ਹੋ ਸਕਦੀ। ਹੁਣ ਵੀ ਤੁਸੀਂ ਕਹਿੰਦੇ ਉਹੀ ਗੱਲ ਕਿ ਖੇਤੀ ਕਾਨੂੰਨ ਦੇ ਨਾਲ ਨਾਲ ਹੋਰ ਵੀ ਚੀਜ਼ਾਂ ਦੀ ਗੱਲ ਹੋਣੀ ਚਾਹੀਦੀ ਹੈ, ਜਿਵੇਂ ਹਮੇਸ਼ਾ ਤੁਸੀਂ ਕਹਿੰਦੇ ਰਹੇ ਕਿ ਪੰਜਾਬ ਦੀ ਹੋਂਦ ਦੀ ਲੜਾਈ ਹੈ, ਪੰਜਾਬ ਦੇ ਹੱਕਾਂ ਦੀ ਲੜਾਈ ਹੈ। ਸਾਡੀ ਲੜਾਈ ਬਹੁਤ ਲੰਬੀ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਅਜੇ ਤਾਂ ਸ਼ੁਰੂਆਤ ਆ। ਜਿਹੜੇ ਵਾਰ-ਵਾਰ ਸਾਡੇ ਤੇ ਨਵੇਂ-ਨਵੇਂ ਕਾਨੂੰਨ ਆਉਣੇ, ਵਾਰ-ਵਾਰ ਸਾਨੂੰ ਉਹਨਾਂ ਕਾਨੂੰਨਾਂ ਨੂੰ ਲਾਗੂ ਕੀਤਾ ਜਾਣਾ ਸਾਡੇ ਤੇ, ਜਿਹੜੇ ਪੰਜਾਬ ਪੱਖੀ ਨਹੀਂ ਆ, ਉਹ ਜੜ ਉੱਥੇ ਹੀ ਪਈ ਆ ਵੀ ਪਾਲਿਸੀ ਮੇਕਿੰਗ ਡਿਸੀਜਨਸ ਆ ਜਿਹੜੇ ਉਹ ਸਾਰੇ ਸੈਂਟਰ ਕੋਲੇ ਆ, ਸੂਬਾ ਸਰਕਾਰ ਕੋਲੇ ਤਾਂ ਕੁਝ ਵੀ ਨਹੀਂ। ਅਮਿਤ ਸ਼ਾਹ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ 'ਚ ਕਹਿ ਚੁੱਕੇ ਨੇ ਕਿ ਕ੍ਰੈਕ ਡਾਊਨ ਅਸੀਂ ਨਹੀਂ ਕਰਦੇ। ਵੈਸੇ ਵੀ ਇੰਨੇ ਜਦੋਂ ਲੱਖਾਂ ਦਾ ਇਕੱਠ ਹੋਵੇ ਤਾਂ ਇਸ ਤਰ੍ਹਾਂ ਬਲ ਦਾ ਪ੍ਰਯੋਗ ਸਰਕਾਰਾਂ ਨਹੀਂ ਕਰਦੀਆਂ। ਨਹੀਂ, ਇਹ ਤੁਸੀਂ ਕੀ ਗੱਲ ਨੂੰ ਸਮਝੀਏ ਆਪਾਂ, ਅਸੀਂ ਕਿਸੇ ਕ੍ਰੈਕ ਡਾਊਨ ਤੋਂ ਥੋੜੀ ਡਰ ਰਹੇ ਹਾਂ। ਔਰ ਤੁਸੀਂ ਉਸ ਬੰਦੇ ਦੇ ਜਿਹੜਾ ਸਾਡਾ ਦੁਸ਼ਮਣ ਆ, ਜਿਹੜਾ ਦੁਸ਼ਮਣ ਦੀ ਗੱਲ ਤੇ ਵਿਸ਼ਵਾਸ ਕਰੋਗੇ ਵੀ ਕ੍ਰੈਕ ਡਾਊਨ ਨਹੀਂ ਕਰਦੇ?
ਇਹ ਤਾਂ ਫਿਰ ਬੇਵਕੂਫੀ ਵਾਲੀ ਗੱਲ ਆ ਨਾ ਵੀ ਉਹਨਾਂ ਨੇ ਕਹਿਤਾ ਤੇ ਇਹ ਤਾਂ ਪਹਿਲਾਂ ਹੀ ਵੀ ਸਾਨੂੰ ਭਰੋਸਾ ਦਿੱਤਾ ਉਹਨਾਂ ਨੇ ਨਹੀਂ ਕਰਨਾ। ਤਨੀ ਦਿਓਲ ਉਹਨਾਂ ਦਾ ਟਵੀਟ ਆਇਆ ਸੀਗਾ, ਉਹ ਤੋਂ ਬਾਅਦ ਫੋਨ ਤੇ ਗੱਲਬਾਤ ਕੋਈ ਹੋਈ ਬਾਈ ਵੀ ਟਵੀਟ ਕਰਨ ਦੀ ਕੀ ਲੋੜ ਸੀ ਜਾਂ ਕੀਤਾ ਤੁਸੀਂ? ਨਹੀਂ ਕੋਈ ਗੱਲਬਾਤ ਨਹੀਂ ਹੋਈ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ। ਕਿਸਾਨੀ ਸੰਘਰਸ਼ ਜਾਰੀ ਹੈ ਤੇ ਇਸੇ ਦੇ ਵਿਚਾਲੇ ਚਾਹੇ ਕਿਸਾਨ ਜਥੇਬੰਦੀਆਂ ਹੋਣ, ਚਾਹੇ ਦੀਪ ਸਿੱਧੂ ਹੋਣ, ਚਾਹੇ ਲੱਖਾ ਸਿਧਾਣਾ ਹੋਣ, ਲਗਾਤਾਰ ਇਸ ਸੰਘਰਸ਼ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਨੇ। ਇਸ ਵੇਲੇ ਬਾਈ ਦੀਪ ਸਿੱਧੂ ਸਾਡੇ ਨਾਲ ਨੇ। ਦੀਪ ਸਿੱਧੂ ਕੱਲ ਲਾਈਵ ਹੋਏ, ਅੱਜ ਫੇਰ ਲਾਈਵ ਹੋਏ। ਤਾਂ ਪਹਿਲਾਂ ਵਾਲਾ ਜਿਹੜਾ ਬਿਆਨ ਸੀਗਾ ਤਾਂ ਉਹ ਤੋਂ ਕੁਝ ਵੱਖਰਾ ਸੀਗਾ। ਤਾਂ ਸਵਾਲ ਇਹੀ ਹੈ ਕਿ ਜਿਹੜੀ ਕੱਲ ਗੱਲ ਹੋਈ ਸੀਗੀ ਤਾਂ ਉਹ ਬਦਲਣੀ ਕਿਉਂ ਪਈ ਹੈਗੀ? ਦੇਖੋ ਇਸ ਕਰਕੇ ਬਦਲਣੀ ਪਈ, ਕਈ ਵਾਰੀ ਸਾਨੂੰ ਸਾਡੀ ਸਮਝ ਤੇ ਬੜਾ ਭਰੋਸਾ ਹੋ ਜਾਂਦਾ। ਉਹ ਸਮਝ ਨੂੰ ਅਸੀਂ ਜੋ ਘਟਨਾਵਾਂ ਵਾਪਰਦੀਆਂ ਤੇ ਉਸ ਸਮਝ ਨੂੰ ਅਸੀਂ ਇਹ ਮੰਨ ਲੈਂਦੇ ਆ ਵੀ ਨਹੀਂ, ਜੋ ਮੈਂ ਗੱਲ ਸਮਝ ਰਿਹਾ ਉਹ ਗੱਲ ਵਾਪਰ ਸਕਦੀ ਆ, ਉਹ ਹੋ ਸਕਦੀ ਆ। ਹਜੇ ਤੱਕ ਜੋ ਇੱਥੇ ਹੋਇਆ ਉਹ ਅਕਾਲ ਪੁਰਖ ਦੀ ਅਗਵਾਈ 'ਚ ਹੋਇਆ ਜੀ। ਉਹ ਤੋਂ ਬਿਨਾਂ ਇਹ ਗੱਲ ਵਾਪਰ ਨਹੀਂ ਸਕਦੀ ਸੀ। ਇਹ ਗੱਲ ਸਾਨੂੰ ਪਤਾ, ਕਿਸੇ ਨੇ ਸੋਚੀ ਵੀ ਨਹੀਂ ਸੀ, ਇਹ ਕਲਪਨਾ ਨਹੀਂ ਕੀਤੀ ਸੀ ਜੋ ਹੋ ਗਿਆ, ਠੀਕ ਹੈ ਹਨਾ। ਤੇ ਜਦੋਂ ਕਿਤੇ ਅਸੀਂ ਆਪਦੀ ਸਮਝ ਨੂੰ ਵੱਡਾ ਮੰਨ ਲੈਂਦੇ ਆ ਤੇ ਉਸ ਭਰੋਸੇ ਨੂੰ ਥੋੜਾ ਬਹੁਤ ਨਹੀਂ ਉਸ ਲੈਵਲ ਤੇ ਦੇਖਦੇ ਆ ਉਹਨੂੰ, ਉਹ ਸਾਡੇ ਤੋਂ ਖੁੱਸ ਜਾਂਦਾ। ਤੇ ਫਿਰ ਜੋ ਕੱਲ ਬਿਆਨ ਦਿੱਤਾ ਗਿਆ ਉਹ ਉਸ ਢੰਗ ਨਾਲ ਬਿਆਨ ਦਿੱਤਾ ਗਿਆ, ਕਿਉਂਕਿ ਮੈਨੂੰ ਐਂ ਲੱਗਿਆ ਵੀ ਕਈ ਬੰਦੇ ਜਿਹੜੇ ਇੱਥੇ, ਜਿਵੇਂ ਤੁਸੀਂ ਦੇਖਿਓ ਸਲੋਗਨ ਲਿਖੇ ਪਏ ਆ ਲਾਲ ਰੰਗ 'ਚ ਹਨਾ, ਤੇ ਸਲੋਗਨ ਇਸ ਢੰਗ ਨਾਲ ਆਏ ਆ। ਖਾਲਸਾ ਜੀ ਤੁਸੀਂ ਇੱਧਰ ਆ ਜਾਓ, ਇੱਧਰ ਆ ਜਾਓ, ਇੱਧਰ ਆ ਜਾਓ। ਹਾਂਜੀ ਸਲੋਗਨ ਇਸ ਢੰਗ 'ਚ ਆ ਵੀ ਕੁਝ ਹੋਰ ਹੀ ਰੰਗਤ ਦਿੱਤੀ ਜਾ ਰਹੀ ਆ, ਮੈਨੂੰ ਇਹ ਲੱਗਿਆ ਉਦੋਂ ਹਨਾ। ਤੇ ਮੇਰੇ ਤੱਕ ਜੋ ਗੱਲਾਂ ਪਹੁੰਚੀਆਂ ਉਹ ਗੱਲਾਂ ਵੀ ਐਂ ਪਹੁੰਚੀਆਂ ਵੀ ਕੁਝ ਬੰਦੇ ਆਪਦੇ ਸਿਆਸੀ ਇੱਕ ਪਾਰੀ ਖੇਡਣ ਲਈ ਜਾਂ ਸਿਆਸਤ ਖੜੀ ਕਰਨ ਲਈ ਸਾਡੇ ਬੰਦਿਆਂ ਦਾ ਨੁਕਸਾਨ ਕਰਾ ਸਕਦੇ ਆ। ਕੀ ਨੁਕਸਾਨ ਹੋ ਸਕਦਾ? ਨੁਕਸਾਨ ਕੀ ਹੁੰਦਾ? ਕੱਲ ਨੂੰ ਮੰਨ ਲਓ ਰਿਪਰੈਸ਼ਨ ਹੁੰਦਾ, ਉਹ ਰਿਪਰੈਸ਼ਨ ਅਸੀਂ ਨੁਕਸਾਨ ਤੋਂ ਨਹੀਂ ਡਰਦੇ, ਜਾਨਾਂ ਜਾ ਸਕਦੀਆਂ ਨੇ। ਹਾਂ ਜਾਨਾਂ ਜਾ ਸਕਦੀਆਂ ਨਾ, ਅਸੀਂ ਜਾਨ ਦੇਣ ਤੋਂ ਨਹੀਂ ਡਰਦੇ, ਸ਼ਹਾਦਤ ਤੋਂ ਨਹੀਂ ਡਰਦੇ। ਸ਼ਹਾਦਤ ਗੁਰੂ ਦੇ ਨਾਂ ਤੇ ਹੋਵੇ ਅਸੀਂ ਕਦੇ ਨਹੀਂ ਪਿੱਛੇ ਹਟਾਂਗੇ। ਪਰ ਕਿਸੇ ਦੀ ਮਨੁੱਖੀ ਬੁੱਧੀ ਚੋਂ ਇਹ ਗੱਲ ਜਾਂ ਇਹ ਵਰਤਾਰਾ ਵਾਪਰੇ ਫਿਰ ਤੇ ਉਹਦੇ ਤੇ ਉਹ ਆਪਦੀ ਸਿਆਸਤ ਖੜੀ ਕਰਨਾ ਚਾਹੇ, ਇਹ ਗੱਲ ਬਹੁਤ ਗਲਤ ਆ। ਪਰ ਸਵਾਲ ਹੈ ਛੋਟਾ ਜਿਹਾ ਇੱਥੇ, ਤੁਸੀਂ ਜਦੋਂ ਸ਼ੁਰੂਆਤ ਦੇ ਵਿੱਚ ਸਟਾਰਟ ਹੋਏ ਤੁਸੀਂ ਕਿਹਾ ਵੀ ਸਿਰ ਤੇ ਕਫਨ ਬੰਨ ਕੇ ਚੱਲਦੇ ਆ। ਤਾਂ ਹੁਣ ਜਦੋਂ ਕਫਨ ਬੰਨ ਕੇ ਚੱਲਦੇ ਆ ਤਾਂ ਜਿਹੜਾ ਕੱਲ ਦੀ ਤੁਹਾਡੀ ਸਟੇਟਮੈਂਟ ਸੀਗੀ ਤਾਂ ਉਹਦੇ ਵਿੱਚ ਕਿਹਾ ਵੀ ਨਹੀਂ ਬਈ ਅਸੀਂ ਉਸ ਪਾਸੇ ਨੂੰ ਨਾ ਜਾਈਏ, ਇਹਦਾ ਕਾਰਨ ਕੀ? ਨਹੀਂ ਇਹ ਨਹੀਂ ਮੈਂ ਕਿਹਾ ਉਸ ਪਾਸੇ ਨੂੰ ਨਾ ਜਾਈਏ। ਕਫਨ ਜੇ ਬੰਨੀ ਫਿਰਦੇ ਆ ਤਾਂ ਹੀ ਇੱਥੇ ਖੜੇ ਆ ਨਾ। ਜੇ ਉਹ ਕਫਨ ਲਾਹੇ ਹੁੰਦੇ ਤਾਂ ਫਿਰ ਦੀਪ ਸਿੱਧੂ ਕੋਲੇ ਤਾਂ ਬਹੁਤ ਕਾਰਨ ਸੀ ਇੱਥੋਂ ਜਾਣ ਦੇ। ਜਦੋਂ ਮੇਰੇ ਵਾਰੀ ਬਾਰ-ਬਾਰ ਬਿਆਨ ਦਿੱਤੇ ਗਏ ਵੀ ਦੀਪ ਸਿੱਧੂ ਇਸ ਸਟੇਜ ਤੋਂ ਨਹੀਂ ਬੁਲਾਉਣ ਦੇਣਾ, ਬਾਰ-ਬਾਰ ਇਹ ਕਿਹਾ ਗਿਆ ਵੀ ਮੈਂ ਤਾਂ ਇਸ ਸੰਘਰਸ਼ ਨੂੰ ਕਿਸੇ ਹੋਰ ਪਾਸੇ ਲੈ ਕੇ ਗਿਆ ਜਾਂ ਇਹਨੂੰ ਧਾਰਮਿਕ ਰੰਗਤ ਦੇ ਰਿਹਾ, ਮੇਰੇ ਕੋਲੇ ਤਾਂ ਬੜੇ ਕਾਰਨ ਸੀ। ਇਹ ਕਹਿ ਕੇ ਇੱਥੋਂ ਨਿਕਲ ਜਾਂਦਾ ਵੀ ਮੈਂ ਕੀ ਕਰਨਾ ਯਾਰ, ਤੁਸੀਂ ਆਪ ਹੀ ਮੈਨੂੰ ਕੱਢੀ ਜਾਂਦੇ ਹੋ। ਬੈਠਾ ਉੱਥੇ ਫੇਸਬੁੱਕਾਂ ਤੇ ਗੱਲਾਂ ਕਰੀ ਜਾਂਦਾ, ਮੈਂ ਤਾਂ ਉਸੇ ਧਰਾਤਲ ਤੇ ਖੜਾ ਨਾ, ਉਸੇ ਸੰਘਰਸ਼ 'ਚ ਬੈਠਾ ਅੱਜ। ਤੁਸੀਂ ਕੀ ਚਾਹੁੰਦੇ ਹੋ ਫਿਰ? ਚਾਹੁੰਦੇ ਕਿਉਂ? ਵਿਚਲੀ ਕੋਈ ਰਸਤਾ ਚਾਹੁੰਦੇ ਹੋ ਕਿ ਖੇਤੀ ਕਾਨੂੰਨ, ਕਿਉਂਕਿ ਸਰਕਾਰ ਹਾਲੇ ਵਜਿੱਦ ਹੈ ਕਿ ਖੇਤੀ ਕਾਨੂੰਨ ਅਸੀਂ ਰੱਦ ਨਹੀਂ ਕਰਨੇ, ਦੂਜੇ ਪਾਸੇ ਜਥੇਬੰਦੀਆਂ ਕਹਿ ਰਹੇ ਨੇ ਕਿ ਖੇਤੀ ਕਾਨੂੰਨ ਰੱਦ ਕਰਵਾਏ ਤੋਂ ਬਿਨਾਂ ਅਸੀਂ ਜਾਣਾ ਨਹੀਂ ਹੈਗਾ, ਤਾਂ ਕੀ ਹੱਲ? ਦੇਖੋ ਸੰਗਤ ਇਹ ਚਾਹੁੰਦੀ ਆ ਵੀ ਅਸੀਂ ਰੱਦ ਕਰਾਏ ਬਿਨਾਂ ਨਹੀਂ ਜਾਣਾ, ਤਾਂ ਸੰਗਤ ਦਾ ਹੁਕਮ ਹੀ ਸਿਰ ਮੱਥੇ ਆ। ਮੇਰੀ ਆਪਦੀ ਸਮਝ ਆ ਜਿਹੜੀ ਇੰਡੀਵਿਜੂਅਲਸ ਤਾਂ ਡਿਸੋਲਵ ਹੋ ਜਾਂਦੇ ਆ ਨਾ, ਉਹ ਤਾਂ ਇੱਕ ਆਪਦੀ ਸਮਝ ਆ ਇੱਕ ਬੰਦੇ ਦੀ। ਔਰ ਉਹ ਸਮਝ ਕਿਉਂ ਬਣੀ? ਸਮਝ ਇਸ ਕਰਕੇ ਬਣੀ ਵੀ ਸਾਡੇ ਬੰਦਿਆਂ ਦਾ ਕੋਈ ਨੁਕਸਾਨ ਨਾ ਹੋਵੇ। ਪਰ ਬੰਦੇ ਕਹਿੰਦੇ ਆ ਅਸੀਂ ਤਾਂ ਯਾਰ ਨੁਕਸਾਨ, ਕੁਛ ਸਾਡੇ ਲਈ ਤਾਂ ਜਾਨ ਵੀ ਚਲੀ ਜਾਵੇ ਇਹ ਨੁਕਸਾਨ ਨਹੀਂ ਆ, ਠੀਕ ਆ। ਫਿਰ ਤੁਹਾਨੂੰ ਸੰਗਤ ਦਾ ਹੁਕਮ ਹੀ ਸਿਰ ਮੱਥੇ ਮੰਨਣਾ ਪਊਗਾ। ਪਰ ਮੈਂ ਤਾਂ ਆਪਦੀ ਇੱਕ ਗੱਲ ਲੈ ਕੇ ਗਿਆ ਸੀ ਨਾ, ਗੱਲ ਆਪਦੀ ਸਮਝ ਦੇ ਆਧਾਰ ਤੇ ਲੈ ਕੇ ਗਿਆ ਸੀ, ਜਿੱਥੇ ਇਸ ਗੱਲ ਤੋਂ ਮੈਂ ਪਰੇ ਹੋ ਗਿਆ ਵੀ ਇਸ ਮੋਰਚੇ ਦੀ ਅਗਵਾਈ ਅਕਾਲ ਪੁਰਖ ਵਾਹਿਗੁਰੂ ਕਰ ਰਹੇ ਆ, ਇਸ ਮੋਰਚੇ ਦੀ ਅਗਵਾਈ ਗੁਰੂ ਸਾਹਿਬ ਕਰ ਰਹੇ ਆ ਆਪ। ਤੇ ਕੋਈ ਜਿੰਨੀਆਂ ਮਰਜ਼ੀ ਸਕੀਮਾਂ ਲਾ ਲੇ, ਜਿੰਨੀਆਂ ਮਰਜ਼ੀ ਉਹ ਆਪਦੀਆਂ ਘਾੜਤਾਂ ਘੜ ਲੇ, ਹੋਣਾ ਉਹੀ ਹੈ ਜੋ ਅਕਾਲ ਪੁਰਖ ਨੇ ਚਾਹਣਾ। ਬਿਲਕੁਲ ਠੀਕ ਹੈ। ਕੁਝ ਖਦਸ਼ੇ ਹੁੰਦੇ ਨੇ, ਖਦਸ਼ੇ ਪ੍ਰਗਟਾਏ ਜਾਂਦੇ ਨੇ, ਜਿਵੇਂ ਤੁਸੀਂ ਖਦਸ਼ੇ ਪ੍ਰਗਟਾਏ ਵੀ ਐਂ ਵੀ ਹੋ ਸਕਦਾ ਏ, ਬਲ ਦਾ ਪ੍ਰਯੋਗ ਹੋ ਸਕਦਾ ਹੈ, ਸਾਹਮਣੇ ਕੁਝ। ਪਰ ਹੁਣ ਤੱਕ ਤਾਂ ਇਹ ਸ਼ਾਂਤਮਈ ਚੱਲ ਰਿਹਾ, ਕਿਤੇ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਤਾਂ ਤੁਸੀਂ ਕਿਉਂ ਕਿਹਾ ਇਹ? ਅਸੀਂ ਨਹੀਂ ਕਰਾਂਗੇ ਬਲ ਦਾ ਪ੍ਰਯੋਗ, ਅਸੀਂ ਤਾਂ ਦੇਖੋ ਸਰਕਾਰ ਕਰੂਗੀ, ਕਰ ਸਕਦੀ ਹੈ, ਪਰ ਹੁਣ ਤੱਕ ਮੈਂ ਕਹਿ ਰਿਹਾ ਕਿ ਸ਼ਾਂਤਮਈ ਹੈ, ਕਿਤੇ ਇਸ ਤਰ੍ਹਾਂ ਦਾ ਕੁਝ ਨਹੀਂ ਦਿਖਿਆ ਹੈਗਾ। ਪਰ ਤੁਸੀਂ ਕਿਹਾ ਵੀ ਨੁਕਸਾਨ ਹੋ ਸਕਦਾ, ਇਹ ਕਿਉਂ? ਨਹੀਂ ਦੇਖੋ
ਨੁਕਸਾਨ ਕਿਸ ਢੰਗ 'ਚ ਇਹਨੂੰ ਸਮਝਦੇ ਹਾਂ ਆਪਾਂ। ਮੈਂ ਇਹ ਗੱਲ ਕਹੀ ਵੀ ਜੇ ਕੋਈ ਜਾਣ ਬੁੱਝ ਕੇ ਇਹੋ ਜਿਹਾ ਮਾਹੌਲ ਰਚਦਾ ਜਿਹਦੇ ਚੋਂ ਉਹ ਇਹ ਚਾਹੁੰਦਾ ਵੀ ਇੱਥੇ ਬੰਦੇ ਮਰਨ ਹੀ ਮਰਨ। ਤੁਸੀਂ ਲਿਆ ਨਾਮ, ਕਾਮਰੇਡਾਂ ਦਾ ਨਾਮ ਲਿਆ ਤੁਸੀਂ। ਹਾਂਜੀ, ਸੋ ਕਿਉਂਕਿ ਉਹਨਾਂ ਦਾ ਇੱਕ ਸੈੱਟ ਫਾਰਮੂਲਾ ਵੀ ਜਦੋਂ ਤੱਕ ਸਮੂਹਕ ਰਿਪਰੈਸ਼ਨ ਨਹੀਂ ਹੁੰਦਾ, ਸਮੂਹਕ ਕਤਲੇਆਮ ਨਹੀਂ ਹੁੰਦਾ, ਉਦੋਂ ਤੱਕ ਇਨਕਲਾਬ ਨਹੀਂ ਪੈਦਾ ਹੁੰਦਾ। ਇਨਕਲਾਬ ਪੈਦਾ ਹੀ ਸਮੂਹਕ ਕਤਲੇਆਮ 'ਚ ਹੁੰਦਾ। ਕਿਹਦੀ ਵਰਡਿੰਗ ਹੈ ਇਹ? ਇੱਕ ਉਹਨਾਂ ਦਾ ਫਾਰਮੂਲਾ ਇਹ, ਤੁਸੀਂ ਦੇਖ ਲਓ ਜਿਹੜੇ ਐਕਸਟ੍ਰੀਮ ਲੈਫਟ ਆ ਉਹ ਐਂ ਚੱਲਦੇ ਆ। ਇਹ ਉਹਨਾਂ ਦੇ ਤਾਂ ਘਾੜ ਤਾਂ ਘੜੀਆਂ ਹੋਈਆਂ ਇਹ। ਪਰ ਸਿੱਖਾਂ ਇਹ ਨਹੀਂ ਹੋ ਸਕਦਾ। ਸਿੱਖ ਕਿਸੇ ਦੀ ਮੌਤ ਤੇ ਆਪਦੀ ਸਿਆਸਤ ਨਹੀਂ ਸਿਰਜ ਸਕਦਾ। ਅਸੀਂ ਕਿਸੇ ਕਤਲੇਆਮ ਤੋਂ ਨਹੀਂ ਡਰਦੇ। ਅਸੀਂ ਅੱਜ ਤੱਕ ਕਿੰਨੇ ਕਤਲੇਆਮ ਝੱਲੇ ਆ, ਬਿਲਕੁਲ, ਹਨਾ, ਪਰ ਅਸੀਂ ਕਿਸੇ ਦਾ ਸ਼ਿਕਾਰ ਵੀ ਨਹੀਂ ਹੋਣਾ। ਸਾਡੇ ਨਾਲ ਇਤਿਹਾਸ 'ਚ ਵਾਪਰੀਆਂ ਇਹ ਗੱਲਾਂ। ਨਨਕਾਣਾ ਸਾਹਿਬ ਦਾ ਸਾਕਾ, ਗੁਰੂ ਤੇ ਸ਼ਹਾਦਤਾਂ ਹੋਈਆਂ। ਗਾਂਧੀ ਆ ਕੇ ਉਸ ਕਨਵੈਨਸ਼ਨ 'ਚ ਨਨਕਾਣਾ ਸਾਹਿਬ ਪੀਸ ਕਨਵੈਨਸ਼ਨ ਹੁੰਦੀ ਆ ਦਸੰਬਰ 'ਚ ਮੇਰੇ ਖਿਆਲ 1921 'ਚ, ਤੇ ਉਦੋਂ ਆ ਕੇ ਇਹ ਗੱਲ ਕਹਿੰਦਾ ਵੀ ਗੁਰੂ ਦੀਆਂ ਸ਼ਹਾਦਤਾਂ ਨਹੀਂ ਇਹ ਤਾਂ ਸਿਆਸਤ ਦੇ ਲੇਖੇ ਲਾਓ, ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਉਹਦੇ ਲੇਖੇ ਲਾਓ। ਵੀ ਗੁਰੂ ਦੀਆਂ ਸ਼ਹਾਦਤਾਂ, ਉਹਦੇ ਗੁਰੂ ਦੇ ਲਈ ਸ਼ਹਾਦਤਾਂ ਦਿੱਤੀਆਂ, ਕਿਸੇ ਹੋਰ ਪਾਸੇ ਆਪਦੀ ਸਿਆਸਤ ਖੜਨ ਦੇ ਲੇਖੇ ਲਾਤੀਆਂ। ਇਹ ਪਹਿਲਾਂ ਸਾਡੇ ਨਾਲ ਹੁੰਦਾ ਆ ਰਿਹਾ। ਤੇ ਉਸ ਵੇਲੇ ਉਦੋਂ ਬਾਅਦ ਜਿਹੜੀ ਇੱਕ ਸਿੱਖ ਦੀ ਭੂਮਿਕਾ ਹੋਣੀ ਚਾਹੀਦੀ ਹੈ ਜਾਂ ਸਾਡੀ ਆਪਦੀ ਪੰਜਾਬ ਦੀ ਹਸਤੀ ਹੋਣੀ ਚਾਹੀਦੀ ਹੈ, ਉਹਦੇ 'ਚ ਇੱਕ ਬਹੁਤ ਵੱਡੀ ਸ਼ਿਫਟ ਆਈ ਉਸ ਗੱਲ ਤੋਂ ਬਾਅਦ। ਉਦੋਂ ਪਹਿਲਾਂ ਗਾਂਧੀ ਨੇ ਕਦੇ ਆ ਕੇ ਸਾਡੇ 'ਚ ਸ਼ਮੂਲੀਅਤ ਨਹੀਂ ਕੀਤੀ ਸੀ। ਤਾਂ ਸਾਡੇ ਕੋਲੇ ਇਤਿਹਾਸ 'ਚ ਵਰਤਾਰੇ ਪਏ ਆ। ਤੇ ਜਿਨ੍ਹਾਂ ਲੋਕਾਂ ਨੂੰ ਮੈਂ ਹੁਣ ਇਹ ਸਾਡੇ ਨਾਲ ਖੜੇ ਆ, ਜਿਨ੍ਹਾਂ ਨੂੰ ਇੱਥੇ ਮਿਲਦਾ, ਜਿਹੜੇ ਕਹਿ ਰਹੇ ਆ ਬਾਈ ਤੇਰੇ ਕਰਕੇ ਆਏ ਆ, ਤੁਹਾਡੇ ਕਰਕੇ ਆਏ ਆ, ਤੁਹਾਡੇ ਕਰਕੇ ਆਏ ਆ। ਹਾਂਜੀ, ਸੋ ਉਹਨਾਂ ਬੰਦਿਆਂ ਨੂੰ ਮੈਂ ਹੁਣ ਜੇ ਕੋਈ ਉਹਨਾਂ ਨੂੰ ਯੂਜ਼ ਕਰ ਜੇ, ਉਹਨਾਂ ਬੰਦਿਆਂ ਦਾ ਨੁਕਸਾਨ ਕਰਾ ਜੇ ਕਿਸੇ ਢੰਗ 'ਚ, ਇਹ ਕਿਵੇਂ ਸਹਿ ਸਕਦਾ। ਸੋ ਮੈਂ ਆਪਦੀ ਇੱਕ ਗੱਲ ਲੈ ਕੇ ਗਿਆ ਸੀ। ਸੋ ਇਹ ਸਮਝਿਆ ਗਿਆ ਇਸ ਗੱਲ ਬਾਈ ਜੀ, ਇੱਕ ਮਿੰਟ ਇੱਧਰ ਆਓ। ਸਰੋਪਾ ਗਲ 'ਚ ਪਾ ਕੇ ਹੀ ਮੈਂ ਇਹਦੀ ਇੱਕ ਮਿੰਟ, ਸਰੋਪਾ ਗਲ, ਇੱਧਰ ਆ ਜਾਓ ਤੁਸੀਂ। ਨਹੀਂ ਇੱਧਰ ਆ ਜਾਓ, ਇੱਧਰ ਆ ਜਾਓ, ਆ ਜਾਓ ਤੁਸੀਂ। ਨਾ ਆਪਾਂ ਨੂੰ ਨਾ ਕਈ ਵਾਰੀ ਬਹੁਤ ਗੱਲਾਂ ਆਪਾਂ ਕਿਸੇ ਹੋਰ ਢੰਗ 'ਚ ਸੋਚਣ ਲੱਗ ਜਾਂਦੇ ਆ। ਤੁਸੀਂ ਸਾਹਮਣੇ ਆਓ, ਸਾਹਮਣੇ ਆਓ। ਕੋਈ ਨਹੀਂ ਬਾਈ, ਕੋਈ ਨਹੀਂ, ਸੋਹਣਾ ਨਹੀਂ, ਤੁਸੀਂ ਸੋਹਣੇ ਕਰਕੇ ਨਹੀਂ ਕਿਹਾ, ਤੁਸੀਂ ਇਸ ਕਰਕੇ ਕਿਹਾ ਵੀ ਗਲ 'ਚ ਪਾ। ਇਹ ਹੱਥ 'ਚ ਨਹੀਂ ਫੜਿਆ ਜਾਂਦਾ ਹੁੰਦਾ, ਉਹ ਗਲ 'ਚ ਪਾਏ ਆ ਜਿਨ੍ਹਾਂ ਨੇ ਸਰੋਪੇ ਸਾਡੇ ਨਾਲ ਬਹੁਤ ਕੁਝ ਕਰ ਗਏ। ਆਪਾਂ ਇਹਨਾਂ ਛੋਟੀਆਂ ਗੱਲਾਂ ਤੇ ਨਾ ਧਿਆਨ ਦਿਆ ਕਰੀਏ, ਹਨਾ। ਤੇ ਪਲੀਜ਼ ਆਪਾਂ ਇੱਕ ਦੂਜੇ ਨੂੰ ਥੋੜਾ ਜਿਹਾ ਉਸ ਢੰਗ ਨਾਲ ਸਪੋਰਟ ਕਰੀਏ ਵੀ ਅਸੀਂ ਇੱਕ ਦੂਜੇ ਦੇ ਹੀ ਆ, ਅਸੀਂ ਇੱਕ ਦੂਜੇ ਤੋਂ ਵੱਖ ਨਹੀਂ ਆ, ਇੱਕ ਦੂਜੇ ਤੋਂ ਵੱਖ ਨਹੀਂ ਆ। ਸੋ ਪਲੀਜ਼ ਇਹ ਕੋਈ ਗੱਲ ਨਹੀਂ ਆ ਵੀ ਆਪਾਂ ਇਹਨਾਂ ਨੂੰ। ਕੰਟੀਨਿਊ ਕਰਦੇ ਆ। ਹੁਣ ਜਿੱਥੇ ਗੱਲ ਖੜੀ ਹੈ, ਇੱਕ ਡੈਡ ਲੌਕ ਤੇ ਗੱਲ ਖੜ ਗਈ ਹੈ ਇਸ ਵੇਲੇ ਦੀਪ ਸਿੱਧੂ ਜੀ, ਕਿ ਇੱਕ ਪਾਸੇ ਆਪਾਂ ਫੇਰ ਉਸੇ ਗੱਲ ਤੇ ਆ ਜਾਈਏ। ਤਾਂ ਕਿਸਾਨ ਜਥੇਬੰਦੀਆਂ ਹੁਣ ਕਹਿ ਰਹੇ ਨੇ ਗੱਲਬਾਤ ਹਾਲੇ ਨਹੀਂ ਕਰਾਂਗੇ ਜਦ ਤੱਕ ਕੋਈ ਵੱਡਾ ਪ੍ਰਪੋਜ਼ਲ ਜਾਂ ਖੇਤੀ ਕਾਨੂੰਨ ਰੱਦ ਕਰਨ ਬਾਰੇ ਸਰਕਾਰ ਨਹੀਂ ਕਹਿੰਦੀ। ਤਾਂ ਹੁਣ ਅੱਗੇ ਦੀ ਰਣਨੀਤੀ ਇਹ ਬਣਾਈ ਗਈ ਹੈ ਕਿ ਸਾਰੇ ਦੇਸ਼ ਦੇ ਵਿੱਚ ਮੁਜ਼ਾਹਰੇ ਹੋਣਗੇ, ਜਾਂ ਹੁਣ ਦਿੱਲੀ ਜੈਪੁਰ ਹਾਈਵੇ ਜਿਹੜਾ ਉਹ ਵੀ ਘੇਰਿਆ ਜਾਊਗਾ, ਜਾਂ ਹੋਰ ਹਾਈਵੇ ਘੇਰੇ ਜਾਣਗੇ। ਇਹ ਰਣਨੀਤੀ ਨੂੰ ਤੁਸੀਂ ਕਿਵੇਂ ਦੇਖਦੇ? ਦੇਖੋ, ਰਣਨੀਤੀ ਅੱਜ ਤੱਕ ਜੋ ਕਿਸਾਨ ਜਥੇਬੰਦੀਆਂ ਹੁਣ ਕਰ ਰਹੀਆਂ ਉਹ ਤਾਂ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰ ਰਹੀਆਂ, ਲੋਕਾਂ ਦੇ ਹਿੱਤਾਂ ਦੀ ਰਾਖੀ ਕਰ ਰਹੀਆਂ, ਤੇ ਉੱਥੋਂ ਭੱਜ ਹੀ ਨਹੀਂ ਸਕਦੀਆਂ। ਕਿਉਂਕਿ ਹੁਣ ਤਾਂ ਲੋਕ ਇਹ ਜਾਣ ਚੁੱਕੇ ਆ ਵੀ ਸਾਡਾ ਟੀਚਾ ਕੀ ਆ, ਸਾਡੇ ਹਿੱਤ ਕੀ ਆ। ਇਸ ਗੱਲ ਤੋਂ ਕੋਈ ਵੀ ਬੰਦਾ ਮਾੜਾ ਮੋਟਾ ਵੀ ਪਾਸੇ ਹੁੰਦਾ, ਉਹ ਇੱਥੇ ਮਨਜ਼ੂਰ ਹੀ ਨਹੀਂ ਆ। ਉਸ ਗੱਲ ਨੂੰ ਜਮਾਂ ਹੀ ਨਕਾਰ ਦਿੱਤਾ ਜਾਂਦਾ। ਕੱਲ ਆ ਕੇ ਮੈਂ ਗੱਲ ਹੀ ਰੱਖੀ, ਤੁਸੀਂ ਉਹਦਾ ਰਿਐਕਸ਼ਨ ਦੇਖੋ। ਹਾਂ ਬਿਲਕੁਲ, ਹਨਾ। ਸੋ ਉਸ ਰਿਐਕਸ਼ਨ ਨਾਲ ਕਹਿੰਦੇ ਦੀਪ ਸਿੱਧੂ ਨੇ ਢੈਂ ਦੀ ਗੱਲ ਕਰਤੀ, ਮਤਲਬ ਢੈਂ ਦੀ ਕਲਾ ਵਾਲੀ ਗੱਲ ਕੀਤੀ। ਹਾਲਾਂਕਿ ਮੈਨੂੰ ਪੋਲੀਟੀਕਲ ਡਿਪਲੋਮੈਸੀ ਨੂੰ ਜਦੋਂ ਆਪਾਂ ਗੱਲ ਦੇਖਦੇ ਆ, ਉਹ ਪੋਲੀਟੀਕਲ ਡਿਪਲੋਮੈਸੀ 'ਚ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਜਿਵੇਂ ਗੱਲਾਂ ਸਿਖਾਈਆਂ ਵੀ ਅਸੀਂ ਨਿਰਭਉ ਤੇ ਨਿਰਵੈਰ ਆ। ਦੇਖੋ ਤੁਸੀਂ ਕਿੱਡੀ ਵੱਡੀ ਗੱਲ ਆ, ਔਰ ਅਸੀਂ ਉਸ ਸੰਦਰਭ 'ਚ ਨਹੀਂ ਦੇਖ ਰਹੇ, ਪਰ ਗੱਲ ਨੂੰ ਸਮਝੀਏ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਔਰੰਗਜ਼ੇਬ ਨੇ ਕੀਤੀ, ਤੇ ਗੁਰੂ ਸਾਹਿਬ ਉਹਨੂੰ ਜ਼ਫਰਨਾਮਾ ਲਿਖਦੇ ਆ। ਕਿਉਂ? ਔਰ ਉਹਦੇ ਬੇਟੇ ਨੂੰ ਤਖਤ ਲੈਣ 'ਚ ਸਹਾਇਤਾ ਦਿੰਦੇ ਆ। ਕਿਉਂ? ਕਿਉਂਕਿ ਗੁਰੂ ਸਾਹਿਬ ਨੂੰ ਇਹ ਪਤਾ ਸੀ ਵੀ ਮੇਰੀ ਕੌਮ ਦੇ, ਮੇਰੇ ਸਿੱਖਾਂ ਦੇ ਹਿੱਤ ਕਿੱਥੇ ਪਏ ਆ।
ਉਹਨਾਂ ਦੀ ਰਾਖੀ ਕਰਨੀ ਸਭ ਤੋਂ ਜ਼ਿਆਦਾ ਜ਼ਰੂਰੀ ਆ। ਤੇ ਸੰਗਤ ਦਾ ਫੈਸਲਾ ਉਹ ਹਮੇਸ਼ਾ ਗੁਰੂ ਸਾਹਿਬ ਆਪ ਹੀ ਕਹਿੰਦੇ ਹੁੰਦੇ ਸੀ, ਸੰਗਤ ਮੇਰਾ ਰੂਪ ਹੈ ਖਾਸ, ਸੰਗਤ ਮੈਂ ਹੋ ਕਰੋ ਨਿਵਾਸ। ਸੋ ਸੰਗਤ ਦਾ ਜੋ ਕਹੀ ਗਈ ਗੱਲ ਆ ਉਹ ਤਾਂ ਸਿਰ ਮੱਥੇ ਹੀ ਆ। ਅੱਜ ਸੰਗਤ ਜੋ ਤਰਜਮਾਨੀ ਕਰਦੀ ਆ ਉਹ ਸਿਰ ਮੱਥੇ ਆ। ਹੁਣ ਬਿਆਨਬਾਜ਼ੀ ਨੂੰ ਲੈ ਕੇ ਗੱਲਬਾਤ ਹੁੰਦੀ ਹੈ ਕਿ ਜਿਹੜੀ ਬਿਆਨਬਾਜ਼ੀ ਹੁੰਦੀ ਹੈ, ਬਹੁਤ ਸਾਰੇ ਲੋਕ ਜਿਹੜੇ ਇੱਥੇ ਆਉਂਦੇ ਨੇ ਆਪਣੇ ਤੌਰ ਤੇ, ਲੀਡਰ ਆਪਣੇ ਤੌਰ ਤੇ ਬਿਆਨਬਾਜ਼ੀ ਕਰਦੇ ਨੇ ਕਿ ਜਿਵੇਂ ਕਹਿੰਦੇ ਨੇ ਕਿ ਅਸੀਂ ਜਾਂ ਖੇਤੀ ਕਾਨੂੰਨ ਰੱਦ ਕਰਾਵਾਂਗੇ, ਜਾਂ ਸਾਡੀਆਂ ਲਾਸ਼ਾਂ ਵਾਪਸ ਜਾਣਗੀਆਂ, ਜਾਂ ਉਹ ਗੋਲੀਆਂ ਚਲਾ ਲੈਣ, ਜਾਂ ਸਾਨੂੰ ਖੇਤੀ ਕਾਨੂੰਨ ਵਾਪਸ ਕਰ ਦੇਣ, ਜਾਂ ਜਿਹੜੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਆ ਉਹ ਕਿਵੇਂ ਦੇਖਦੇ ਹੋ? ਨਹੀਂ ਦੇਖੋ, ਜੇ ਬਿਆਨਬਾਜ਼ੀ ਤੇ ਹੀ ਮੈਨੂੰ ਪ੍ਰੋਬਲਮ ਸੀ ਵੀ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਜਾਂ ਤਾਂ ਕਾਨੂੰਨ ਰੱਦ ਕਰੋ ਜਾਂ ਗੋਲੀ। ਹਾਂ ਬਿਲਕੁਲ, ਹਨਾ। ਐਡੇ ਵੱਡੇ ਇਤਿਹਾਸਕ ਵਰਤਾਰੇ ਨੂੰ ਇਸ ਢੰਗ ਨਾਲ ਉਹਦੀ ਤਰਜਮਾਨੀ ਕੀਤੀ ਜਾਵੇ, ਇਹ ਚੰਗੀ ਗੱਲ ਨਹੀਂ ਆ। ਉਹਦੀ ਤਰਜਮਾਨੀ ਬਹੁਤ ਹੀ ਵਿਆਪਕ ਤੇ ਬੜੇ ਅਸੀਂ ਬੌਧਿਕ ਲੈਵਲ ਤੇ ਬੜੇ ਚੰਗੇ ਢੰਗ ਨਾਲ ਕੀਤੀ ਜਾਣੀ ਚਾਹੀਦੀ ਆ। ਔਰ ਇਹਦੀ ਤਰਜਮਾਨੀ ਜੇ ਅਸੀਂ ਇਸ ਢੰਗ ਨਾਲ ਕਰਾਂਗੇ ਤੇ ਇਹ ਗੱਲ ਸਾਡੀ ਸੰਗਤ 'ਚ ਫੈਲਾਵਾਂਗੇ, ਫਿਰ ਲੋਕ ਤਾਂ ਬਾਈ ਸੱਚੀ ਭੋਲੇ ਹੁੰਦੇ ਆ। ਲੋਕਾਂ ਨੂੰ ਰਾਜਨੀਤੀ ਜਿਹੜੀ ਅੱਗੇ ਹੋ ਰਿਹਾ ਹੁੰਦਾ ਉਹੀ ਰਾਜਨੀਤੀ ਲੱਗਦੀ ਆ, ਪਰ ਰਾਜਨੀਤੀ ਜੋ ਪਿੱਛੇ ਹੋ ਰਿਹਾ ਹੁੰਦਾ ਉਹ ਹੁੰਦੀ ਆ। ਸੋ ਜੋ ਪਿੱਛੇ ਗੱਲ ਵਾਪਰ ਰਹੀ ਆ ਉੱਥੋਂ ਹੀ ਬਹੁਤ ਗੱਲਾਂ ਮੇਰੇ ਤੱਕ ਪਹੁੰਚੀਆਂ ਸੀ। ਔਰ ਜੇ ਮੇਰੀ ਵਫਾਦਾਰੀ ਲੋਕਾਂ ਤੱਕ ਆ ਨਾ, ਤੇ ਉਹ ਵਫਾਦਾਰੀ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਮੈਂ ਬਿਨਾਂ ਕਿਸੇ ਡਰ ਤੋਂ ਆਪਦੀ ਗੱਲ ਲੈ ਜਾਣਾ। ਤੁਸੀਂ ਇਹ ਦੇਖਦੇ ਨਹੀਂ ਕਿ ਮੇਰਾ ਨੁਕਸਾਨ ਹੋਊਗਾ, ਇਹਦੇ ਵਿੱਚ ਫਾਇਦਾ ਹੋਊਗਾ, ਕੀ ਹੋਊਗਾ? ਤੁਸੀਂ ਕਿਹਾ ਵੀ ਗੱਲ ਲੋਕਾਂ ਤੱਕ ਜਾਣੀ ਚਾਹੀਦੀ ਪਰ ਉਹਦੇ ਤੇ ਤੁਹਾਡੇ ਦੇ ਸਵਾਲ ਹੋ ਗਏ ਕਿ ਕਿਉਂ ਇਹ ਗੱਲ ਕਹੀ ਗਈ ਦੀਪ ਸਿੱਧੂ ਦੇ ਵੱਲੋਂ? ਸ਼ਾਇਦ ਕੋਈ ਢਾਹ ਨਾ ਲੱਗ ਜਵੇ ਅੰਦੋਲਨ ਨੂੰ, ਸ਼ਾਇਦ ਕੋਈ ਨੁਕਸਾਨ ਨਾ ਹੋ ਜਵੇ ਅੰਦੋਲਨ ਦਾ। ਹਾਂ ਨਹੀਂ ਇਹ ਵੀ ਗੱਲ ਸਹੀ ਆ, ਕਿਉਂਕਿ ਜਦੋਂ ਜਿੱਥੇ ਅਸੀਂ ਖੜੇ ਆ ਅੱਜ ਉੱਥੇ ਤਾਂ ਚੜ੍ਹਦੀ ਕਲਾ ਦੀ ਗੱਲ ਹੋਣੀ ਚਾਹੀਦੀ ਆ। ਜੇ ਕਿਸੇ ਨੂੰ ਇਹ ਲੱਗਦਾ ਕੋਈ ਵੀ ਬੰਦਾ ਜਾਂ ਮੈਂ ਢਹਿੰਦੀ ਕਲਾ ਵਾਲੀ ਗੱਲ ਕੀਤੀ ਹੈ ਤਾਂ ਦਿਲ ਤਾਂ ਦੁਖਣਗੇ, ਦਿਲ ਤਾਂ ਟੁੱਟਣਗੇ। ਤੁਹਾਡੇ ਸਾਥੀਆਂ ਨੇ ਕਹਿ ਦਿੱਤਾ ਕਿ ਉਹੀ ਫੇਰ RSS ਦਾ, ਅੰਬਾਨੀਆਂ ਦਾ, ਅੰਡਾਨੀਆਂ ਦਾ, ਇਦਾਂ ਏਜੰਸੀਆਂ ਦਾ ਜਦੀ ਨਾਲ ਦੀ ਨਾਲ ਬਿਆਨਬਾਜ਼ੀ ਸ਼ੁਰੂ ਹੋ ਜਾਂਦੀ। ਨਹੀਂ ਇਹ ਵੀ ਗੱਲ ਮੈਂ ਤੁਹਾਨੂੰ ਦੱਸਦਾ, ਹੁਣ ਜਿਨ੍ਹਾਂ ਨੇ ਇਮੀਡੀਏਟਲੀ ਇਹਦੇ ਤੇ ਇਹੋ ਜਿਹੀ ਪ੍ਰਤੀਕਿਰਿਆ ਦਿੱਤੀ ਆ ਉਹਨਾਂ ਨੂੰ ਮੈਨੂੰ ਲੱਗਦਾ ਇੱਕ ਵਾਰੀ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਵੀ ਪਿੱਛੇ ਸਾਡੇ ਬਹੁਤ ਲੰਬਾ ਇੱਕ ਸਫ਼ਰ ਪਿਆ। ਉਹ ਸਫ਼ਰ 'ਚ ਵਾਰ-ਵਾਰ ਇਹ ਗੱਲ ਸਿੱਧ ਹੁੰਦੀ ਰਹੀ ਆ ਵੀ ਜਦੋਂ ਦੀਪ ਸਿੱਧੂ ਖੜਾ ਤਾਂ ਪੰਜਾਬ ਦੇ ਹਿੱਤ 'ਚ ਹੀ ਖੜਾ, ਹੱਕਾਂ ਖਾਤਰ ਹੀ ਲੜਦੇ ਆ ਰਹੇ ਆ। ਤੇ ਦੀਪ ਸਿੱਧੂ ਨੇ ਉਹ ਬਿਰਤਾਂਤ ਜਾਂ ਉਹ ਨੈਰੇਟਿਵ ਖੜਾ ਕੀਤਾ ਜਿਹੜਾ ਕਦੇ ਕਿਸਾਨ ਜਥੇਬੰਦੀਆਂ ਦੇ ਸਟੇਜ ਤੋਂ ਖੜਾ ਨਹੀਂ ਹੋਇਆ ਸੀ। ਜੇ ਵੱਧ ਅਧਿਕਾਰਾਂ ਦੀ ਗੱਲ ਕਰਨ ਲੱਗੇ ਆ ਤਾਂ ਉਹ ਸ਼ੰਭੂ ਮੋਰਚੇ ਤੋਂ ਕਰਨ ਲੱਗੇ ਆ। ਜੇ ਅਸੀਂ ਖੁਦਮੁਖਤਿਆਰੀ ਦੀ ਗੱਲ ਕਰਨ ਲੱਗੇ ਆ ਤਾਂ ਉਹ ਸ਼ੰਭੂ ਮੋਰਚੇ 'ਚ ਕਰਨ ਲੱਗੇ ਆ। ਇਹ ਤਾਂ ਕਦੇ ਸਾਡੇ ਸੈਂਟਰ ਦੇ ਜਿਹੜੇ ਸਰਕਾਰ ਆ ਜਾਂ RSS BJP ਆ ਉਹਨਾਂ ਨੂੰ ਕਦੇ ਵੀ ਮਨਜ਼ੂਰ ਨਹੀਂ ਹੋ ਵੀ ਇਹ ਗੱਲਾਂ ਹੋਣ। ਜੇ ਤੁਸੀਂ ਪੋਲਿਟਿਕਸ ਨੂੰ ਸਮਝਦੇ ਆ ਤਾਂ ਤੇ ਫਿਰ ਤੁਸੀਂ ਉਹ ਪਿੱਛੇ ਜਿਹੜਾ ਟੋਟੈਲਿਟੀ 'ਚ ਗੱਲ ਨੂੰ ਨਹੀਂ ਦੇਖਦੇ, ਕਿਸੇ ਇੱਕ ਸਟੇਟਮੈਂਟ ਤੋਂ ਉਹ ਕਿਉਂ ਕਹੀ ਗਈ ਇਹ ਸਮਝਣ ਦੀ ਗੱਲ ਨਹੀਂ ਕਰਦੇ, ਪਰ ਤੁਸੀਂ ਸਿੱਧਾ ਜਾ ਕੇ ਟੈਗ ਲਾ ਦਿੰਦੇ ਹੋ। ਤਾਂ ਇੱਥੇ ਤਾਂ ਤੁਹਾਡੀ ਸੁਹਿਰਦਤਾ ਤੇ ਸ਼ੱਕ ਹੁੰਦਾ। ਦੀਪ ਸਿੱਧੂ ਜੀ, ਬਾਰ-ਬਾਰ ਤੁਹਾਨੂੰ ਕੀ ਲੱਗਦਾ? ਵੈਸੇ ਤਾਂ ਪਹਿਲਾਂ ਵੀ ਸਵਾਲ ਦਾ ਜਵਾਬ ਤੁਸੀਂ ਦਿੱਤਾ ਹੋਣਾ, ਪਰ ਸਟੇਜ ਤੋਂ ਇਹ ਕਹਿਣਾ ਕਿ ਤੁਸੀਂ ਸਟੇਜ ਤੇ ਨੇੜੇ ਵੀ ਨਾ ਆਓ, ਸਟੇਜ ਤੇ ਸੰਬੋਧਨ ਨਾ ਕਰੋ, ਮਤਾ ਪਾ ਦੇਣਾ, ਤੁਹਾਤੋਂ ਕਿਸਾਨ ਜਥੇਬੰਦੀਆਂ ਇੰਨਾ ਖਫਾ ਕਿਉਂ ਨੇ, ਨਾਰਾਜ਼ ਕਿਉਂ ਨੇ, ਵੱਖ ਕਿਉਂ ਕਰਕੇ ਚੱਲਦੀਆਂ ਨੇ? ਇਹ ਤਾਂ ਹੁਣ ਉਹਨਾਂ ਤੋਂ ਪੁੱਛੋ ਖਫਾ ਕਿਉਂ ਆ। ਕਿਉਂਕਿ ਮੇਰੇ 'ਚ ਵੀ ਇਹ ਗੱਲ ਆ ਵੀ ਮੇਰੇ ਤੋਂ ਸੱਚ ਬਿਆਨ ਕੀਤੇ ਬਿਨਾ ਨਹੀਂ ਰਿਹਾ ਜਾਂਦਾ। ਇਹ ਸੁਭਾਅ ਹੁੰਦਾ ਬੰਦੇ ਦਾ, ਤੇ ਉਹਨਾਂ ਨੂੰ ਲੱਗਦਾ ਵੀ ਹੋ ਸਕਦਾ ਇਹਦਾ ਟਾਈਮ ਹੁੰਦਾ ਵੀ ਕਦੋਂ ਜਾ ਕੇ ਤੁਸੀਂ ਗੱਲ ਦੱਸਣੀ ਆ, ਹਨਾ। ਤੇ ਇਹੀ ਗੱਲ ਆ ਵੀ ਬਾਕੀ ਜਦੋਂ ਉਹਨਾਂ ਨੇ ਇਹ ਗੱਲ ਕਹੀ ਵੀ ਤੁਸੀਂ ਸਟੇਜ ਦੇ ਨੇੜੇ ਤੇੜੇ ਨਾ ਆਓ, ਤਾਂ ਮੈਂ ਤਾਂ ਹਮੇਸ਼ਾ ਹੀ ਕਿਹਾ ਸਿਰ ਮੱਥੇ, ਮੈਂ ਬੋਲਣ ਥੋੜੀ ਆਇਆ। ਕੁਝ ਜਥੇਬੰਦੀਆਂ ਦੇ ਆਗੂਆਂ ਨਾਲ ਗੱਲ ਹੋਈ ਤਾਂ ਉਹ ਕਹਿੰਦੇ ਦੀਪ ਸਿੱਧੂ ਕਹਿੰਦੇ ਸੀਗੇ ਕਿ ਮੈਂ ਅਗਵਾਈ ਕਰਦਾ, ਜਥੇਬੰਦੀਆਂ ਮੇਰੇ ਨਾਲ ਮਤਲਬ ਪਿੱਛੇ ਚੱਲਣ, ਮੇਰੇ ਨਾਲ ਚੱਲਣ, ਇਸ ਤਰ੍ਹਾਂ ਦੀ ਗੱਲ ਹੋਈ? ਨਹੀਂ, ਇਹ ਕਦੋਂ ਹੋਈ ਆ? ਇਹ ਤਾਂ ਕਦੇ ਵੀ ਨਹੀਂ ਹੋ ਸਕਦੀ ਵੀ ਮੈਂ ਅਗਵਾਈ ਕਰਦਾ ਤੇ ਜਥੇਬੰਦੀਆਂ ਮੇਰੇ ਨਾਲ ਚੱਲਣ। ਮੈਂ ਹਮੇਸ਼ਾ ਹੀ ਇਹ ਕਹਿੰਦਾ ਰਿਹਾ, ਐਡੀ ਵੱਡੀ ਲਾਮਬੰਦੀ ਆ ਜਿਹੜੀ ਪੰਜਾਬ 'ਚ ਪਹਿਲਾਂ ਰਾਮਬੰਦੀ ਹੋਈ ਤੇ ਅਸੀਂ ਤਿਆਰ ਹੋਏ, ਇਹ ਉਹਨਾਂ ਦੇ ਕੈਡਰ ਤੋਂ ਬਿਨਾਂ ਹੋ ਹੀ ਨਹੀਂ ਸਕਦੀ ਸੀ। ਮੇਰੀ ਕੋਈ ਆਰਗੇਨਾਈਜੇਸ਼ਨ ਥੋੜੀ ਆ, ਮੈਂ ਕੋਈ ਇੱਕ ਇਹ ਥੋੜੀ ਆ ਵੀ ਮੈਂ ਬਹੁਤ ਲੰਬੇ ਸਮੇਂ ਤੋਂ ਇੱਕ ਕੋਈ ਆਪਦੀ ਪੋਲੀਟੀਕਲ ਪਾਰਟੀ ਚਲਾ ਰਿਹਾ ਜਾਂ ਕੋਈ ਆਰਗੇਨਾਈਜੇਸ਼ਨ ਚਲਾ ਰਿਹਾ। ਮੈਂ ਤਾਂ ਇੱਕ ਇੰਡੀਵਿਜੂਅਲ ਬੰਦਾ ਹੀ ਆ ਨਾ। ਸੋ ਜਿਹਨੇ ਜਜ਼ਬਾਤਾਂ ਦੇ ਆਧਾਰ ਤੇ ਇੱਕ ਮੋਰਚਾ ਵਿੱਢ ਲਿਆ ਤੇ ਮੋਰਚੇ 'ਚੋਂ ਗੱਲਾਂ ਉਹ ਕੀਤੀਆਂ ਜਿਹੜੀਆਂ ਪੰਜਾਬ ਦੇ ਹੱਕਾਂ ਖਾਤਰ ਹੋਣੀਆਂ ਚਾਹੀਦੀਆਂ।
ਹੁਣ ਵੀ ਤੁਸੀਂ ਕਹਿੰਦੇ ਹੋ ਉਹੀ ਗੱਲ ਕਿ ਖੇਤੀ ਕਾਨੂੰਨ ਦੇ ਨਾਲ ਹੋਰ ਵੀ ਚੀਜ਼ਾਂ ਦੀ ਗੱਲ ਹੋਣੀ ਚਾਹੀਦੀ ਹੈ, ਜਿਵੇਂ ਹਮੇਸ਼ਾ ਤੁਸੀਂ ਕਹਿੰਦੇ ਰਹੇ ਹੋ ਕਿ ਪੰਜਾਬ ਦੀ ਹੋਂਦ ਦੀ ਲੜਾਈ ਹੈ, ਪੰਜਾਬ ਦੇ ਹੱਕਾਂ ਦੀ ਲੜਾਈ ਹੈ, ਜਾਂ ਸਿਰਫ ਕਿਉਂਕਿ ਹਮੇਸ਼ਾ ਤੁਸੀਂ ਇਹ ਗੱਲ ਵੀ ਕਹੀ ਹੈ ਕਿ ਜਿਹੜਾ ਪਹਿਲਾਂ ਸਟਰਕਚਰ ਇੱਕ ਚੱਲ ਰਿਹਾ APMC ਐਕਟ ਚੱਲ ਰਿਹਾ, MSP ਚੱਲ ਰਿਹਾ, ਉਹਨੇ ਵੀ ਸਾਨੂੰ ਖੁਦਕੁਸ਼ੀਆਂ ਜਾਂ ਕਿਸਾਨੀ ਕਰਜ਼ਾ ਸਾਰਾ ਕੁਝ ਉਹੀ ਦਿੱਤਾ। ਜੇ ਅਸੀਂ ਆਹ ਸਟਰਕਚਰ ਜਿਹੜਾ ਨਵਾਂ ਆਇਆ ਇਹਨੂੰ ਭੰਗ ਕਰਾ ਕੇ ਉਹ ਲਾ ਵੀ ਲੈਂਦੇ ਆ, ਫਿਰ ਵੀ ਬਹੁਤ ਵੱਡਾ ਹੱਲ ਸਾਡੇ ਕੋਲ ਹੈ ਨਹੀਂ। ਪਰ ਇਹ ਦੇਖੋ ਤੁਸੀਂ, ਸਾਡੀ ਲੜਾਈ ਬਹੁਤ ਲੰਬੀ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਹਜੇ ਤਾਂ ਸ਼ੁਰੂਆਤ ਆ। ਤੇ ਇਹ ਜਜ਼ਬਾ ਜਿਹੜਾ ਉਹ ਬਾਹਰ ਪ੍ਰਗਟ ਹੋਇਆ ਇਹਨੇ, ਜਾਂ ਇਹ ਨੌਜਵਾਨੀ ਨੇ ਜੋ ਕਰਕੇ ਦਿਖਾਇਆ, ਰਾਤੋਂ ਰਾਤ ਜ਼ੀਰੋ ਤੋਂ ਹੀਰੋ ਬਣੇ ਆ, ਇਹਨਾਂ ਨੇ ਹਜੇ ਹੋਰ ਬਹੁਤ ਲੜਾਈਆਂ ਲੜਨੀਆਂ ਪੰਜਾਬ ਦੇ ਹੱਕਾਂ ਖਾਤਰ। ਅੱਜ ਅਸੀਂ ਇੱਥੇ ਆਏ ਆ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਖਾਤਰ। ਅੱਜ ਤਾਂ ਅਸੀਂ ਇਹੀ ਲੜਾਈ ਲੜਨਾ ਹੈ ਨਾ। ਜੇ ਅੱਜ ਅਸੀਂ ਕਹਿ ਦਈਏ ਵੀ ਇੱਥੋਂ ਅਸੀਂ ਖੁਦ ਮੁਖਤਿਆਰੀ ਮੰਗਣ ਲੱਗ ਜੀਏ, ਫੇਰ ਤਾਂ ਗੱਲ ਨਹੀਂ ਨਾ ਬਣਨੀ। ਪਰ ਜੜ ਕਿੱਥੇ ਪਈ ਆ? ਜਿਹੜੇ ਵਾਰ-ਵਾਰ ਸਾਡੇ ਤੇ ਨਵੇਂ-ਨਵੇਂ ਕਾਨੂੰਨ ਆਉਣੇ, ਵਾਰ-ਵਾਰ ਸਾਨੂੰ ਉਹਨਾਂ ਕਾਨੂੰਨਾਂ ਨੂੰ ਲਾਗੂ ਕੀਤਾ ਜਾਣਾ ਸਾਡੇ ਤੇ, ਜਿਹੜੇ ਪੰਜਾਬ ਪੱਖੀ ਨਹੀਂ ਆ, ਉਹ ਜੜ ਉੱਥੇ ਹੀ ਪਈ ਆ ਵੀ ਪਾਲਿਸੀ ਮੇਕਿੰਗ ਡਿਸੀਜਨਸ ਆ ਜਿਹੜੇ ਉਹ ਸਾਰੇ ਸੈਂਟਰ ਕੋਲੇ ਆ, ਸੂਬਾ ਸਰਕਾਰ ਕੋਲੇ ਤਾਂ ਕੁਝ ਵੀ ਨਹੀਂ ਆ। ਇਹ ਤਾਂ ਸਾਨੂੰ ਪਿਛਲੇ ਦਿਨਾਂ 'ਚ ਕਲੀਅਰ ਹੋ ਗਿਆ। ਸੋ ਜਦੋਂ ਤੱਕ ਅਸੀਂ ਉਹ ਜੜ ਨੂੰ ਨਹੀਂ ਪੱਟਾਂਗੇ, ਜਦੋਂ ਤੱਕ ਸਟੇਟ ਸੈਂਟਰ ਰਿਲੇਸ਼ਨਸ਼ਿਪ ਨੂੰ ਰੀਡਿਫਾਈਨ ਨਹੀਂ ਕਰਾਂਗੇ, ਜਿਹਨੂੰ ਫੈਡਰਲ ਸਟਰਕਚਰ ਕਿਹਾ ਜਾਂਦਾ ਜਾਂ ਖੁਦ ਮੁਖਤਿਆਰੀ ਕਿਹਾ ਜਾਂਦਾ, ਉਦੋਂ ਤੱਕ ਅਸੀਂ ਇਹਨਾਂ ਹਾਲਾਤਾਂ ਨਾਲ ਜੂਝਦੇ ਰਹਾਂਗੇ। ਸੋ ਇਹ ਲੜਾਈ ਤਾਂ ਆਪਾਂ ਲੜਾਂਗੇ, ਤਾਂ ਹੀ ਤਾਂ ਬੰਦੇ ਬੇਸ਼ਕੀਮਤੀ ਆ। ਠੀਕ ਹੈ, ਤੁਸੀਂ ਬਹੁਤ ਵਾਰ ਕਿਹਾ ਇਹ ਗੱਲ, ਪਰ ਤੁਸੀਂ ਸ਼ਾਇਦ ਜਦੋਂ ਤੁਸੀਂ ਗੱਲ ਕਰਦੇ ਹੋ, ਜਿਵੇਂ ਤੁਸੀਂ ਪਿਛਲੇ ਸਮੇਂ 'ਚ ਗੱਲ ਕਰਦੇ ਰਹੇ ਕਿ ਐਮਰਜੈਂਸੀ ਲੱਗ ਸਕਦੀ ਹੈ, ਤੁਸੀਂ ਇਹ ਗੱਲ ਕਰਦੇ ਰਹੇ, ਤਾਂ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ, ਤੁਸੀਂ ਬਹੁਤ ਜ਼ਿਆਦਾ ਓਵਰ ਗੱਲ ਕਰ ਜਾਂਦੇ ਹੋ। ਹੁਣ ਵੀ ਜਿਹੜੀ ਗੱਲ ਕੱਲ ਵਾਲੀ ਵੀ ਸੀਗੀ ਕਿ ਤੁਸੀਂ ਕਿਹਾ, ਕਿਉਂਕਿ ਅਮਿਤ ਸ਼ਾਹ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ 'ਚ ਕਹਿ ਚੁੱਕੇ ਨੇ ਕਿ ਕ੍ਰੈਕ ਡਾਊਨ ਅਸੀਂ ਨਹੀਂ ਕਰਦੇ। ਵੈਸੇ ਵੀ ਇੰਨੇ ਜਦੋਂ ਲੱਖਾਂ ਦਾ ਇਕੱਠ ਹੋਵੇ ਤਾਂ ਇਸ ਤਰ੍ਹਾਂ ਬਲ ਦਾ ਪ੍ਰਯੋਗ ਸਰਕਾਰਾਂ ਨਹੀਂ ਕਰਦੀਆਂ ਹੁੰਦੀਆਂ। ਨਹੀਂ, ਇਹ ਤੁਸੀਂ ਕੀ ਗੱਲ ਨੂੰ ਸਮਝੀਏ ਆਪਾਂ। ਅਸੀਂ ਕਿਸੇ ਕ੍ਰੈਕ ਡਾਊਨ ਤੋਂ ਥੋੜੀ ਡਰ ਰਹੇ ਆ। ਔਰ ਤੁਸੀਂ ਉਸ ਬੰਦੇ ਦੇ ਜਿਹੜਾ ਸਾਡਾ ਦੁਸ਼ਮਣ ਆ, ਜਿਹੜਾ ਦੁਸ਼ਮਣ ਦੀ ਗੱਲ ਤੇ ਵਿਸ਼ਵਾਸ ਕਰੋਗੇ ਵੀ ਕ੍ਰੈਕ ਡਾਊਨ ਨਹੀਂ ਕਰਦੇ? ਇਹ ਤਾਂ ਫਿਰ ਬੇਵਕੂਫੀ ਵਾਲੀ ਗੱਲ ਆ ਨਾ, ਵੀ ਉਹਨਾਂ ਨੇ ਕਹਿਤਾ ਤੇ ਇਹ ਤਾਂ ਪਹਿਲਾਂ ਹੀ ਵੀ ਸਾਨੂੰ ਭਰੋਸਾ ਦਿੱਤਾ ਉਹਨਾਂ ਨੇ ਨਹੀਂ ਕਰਨਾ। ਅੱਜ ਉਹ ਫਸੇ ਖੜੇ ਆ, ਉਹਨਾਂ ਦੀ ਸਿਆਸਤ ਡਿੱਗਦੀ ਆ। ਜੇ ਇਹ ਕਾਨੂੰਨ ਰੱਦ ਹੁੰਦੇ ਆ ਤਾਂ ਇਹ ਗੱਲ ਤਾਂ ਸਮਝਦੇ ਆ ਨਾ ਆਪਾਂ, ਇਸ ਗੱਲ ਤੋਂ ਕੋਈ ਮੁਨਕਰ ਹੋ ਸਕਦਾ? ਰਿਊਮਰਸ ਵੀ ਹੋ ਸਕਦੀਆਂ ਨੇ ਨਾ, ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਕਿ ਫੌਜ ਆ ਰਹੀ ਹੈ, ਫੌਜ ਜ਼ਿਆਦਾ ਲੱਗ ਰਹੀ ਹੈ, ਜਾਂ ਸਟੇਜ ਤੋਂ ਰਾਤ ਅਨਾਉਂਸਮੈਂਟ ਹੋ ਗਈਆਂ ਕਿ ਗੜਬੜ ਹੋ ਸਕਦੀ ਹੈ, ਇਹ ਰਿਊਮਰਸ ਵੀ ਤਾਂ ਨੇ ਨਾ। ਨਹੀਂ, ਰੂਮਰਸ ਤਾਂ ਚੱਲਣਗੇ, ਪਰ ਅਸੀਂ ਕੁਝ ਇਵੈਂਚੁਅਲਿਟੀ ਨੂੰ, ਸਾਡੇ ਦੇਖੋ ਰਿਪਰੈਸ਼ਨ ਕਦੋਂ ਹੁੰਦਾ ਤੁਸੀਂ ਇੱਕ ਗੱਲ ਆਪਾਂ ਦੇਖਦੇ ਆ, ਅਸੀਂ ਉਸ ਰਿਪਰੈਸ਼ਨ ਤੋਂ ਨਹੀਂ ਮੈਂ ਡਰ ਰਹੇ। ਅਸੀਂ ਡਰ ਕਿਸ ਗੱਲ ਤੋਂ ਰਹੇ ਆ ਵੀ ਸਾਡੇ ਬੰਦੇ ਕੁਝ ਉਸ ਢੰਗ ਦਾ ਇੱਕ ਆਪਦੀ ਬੁੱਧੀ ਚੋਂ ਇੱਕ ਸਿਸਟਮ ਨਾ ਸਿਰਜ ਜਾਣ ਵੀ ਜਿੱਥੇ ਇਹੀ ਸ਼ੋਰ ਕਰਾ ਜਾਣ ਵੀ ਰਿਪਰੈਸ਼ਨ ਹੋਵੇ ਫੇਰ ਹੀ ਕੋਈ ਗੱਲ ਬਣਨੀ ਆ। ਅਕਾਲ ਪੁਰਖ ਦਾ ਭਾਣਾ ਕੁਝ ਜੋ ਵਾਪਰਨਾ ਉਸ ਰਜ਼ਾ 'ਚ ਕੋਈ ਗੱਲ ਹੋਵੇ, ਨਹੀਂ, ਇਹਨੂੰ ਆਪਾਂ ਇਹਦੇ 'ਚ ਫਰਕ ਦੇਖਦੇ ਆ। ਤਾਂ ਸਾਨੂੰ ਸਿਰ ਮੱਥੇ ਆ ਜੀ ਕਿਸਾਨ ਜਥੇਬੰਦੀਆਂ ਦਾ ਵਾਰ-ਵਾਰ ਕਹਿ ਰਹੇ ਨੇ ਕਿ ਆਪਾਂ ਸ਼ਾਂਤਮਈ ਲੜਨਾ, ਸ਼ਾਂਤਮਈ ਰੱਖਣਾ, ਸ਼ਾਂਤਮਈ ਰੱਖਣਾ। ਜਦੋਂ ਅਸੀਂ ਸ਼ਾਂਤਮਈ ਆ ਫਿਰ ਸਾਹਮਣੇ ਵਾਲਾ ਕਿਉਂ? ਨਹੀਂ ਭਾਈ ਜੀ, ਆਏ ਆ ਅਸੀਂ ਤਾਂ ਸ਼ਾਂਤਮਈ ਲੜਾਂਗੇ। ਅਸੀਂ ਹਰ ਵਾਰ ਕਹਿ ਰਹੇ ਹਾਂ ਸਬਰ ਤੇ ਸਹਿਜਤਾ ਨਾਲ ਹੀ ਸਾਨੂੰ ਲੜਨਾ ਚਾਹੀਦਾ, ਤੇ ਅਸੀਂ ਹਜੇ ਤੱਕ ਉਹ ਕਰਕੇ ਦਿਖਾਇਆ। ਪਰ ਜਦੋਂ ਸਰਕਾਰ ਨੇ ਜਿਸ ਮੰਨ ਲਓ ਰਿਪਰੈਸ਼ਨ ਕਰਨਾ ਹੋਵੇ, ਉਹਨਾਂ ਨੇ ਇਹ ਥੋੜੀ ਦੇਖਣਾ ਫਿਰ ਅਸੀਂ ਸ਼ਾਂਤਮਈ ਆ ਕਿ ਅਸੀਂ ਕਿਵੇਂ ਬੈਠੇ ਆ। ਅਗਲਿਆਂ ਨੇ ਤਾਂ ਪਹਿਲਾਂ ਵੀ ਤਾਂ ਅਸੀਂ ਸ਼ਾਂਤਮਈ ਜਦੋਂ ਪੰਜਾਬ ਤੋਂ ਤੁਰੇ ਆ, ਕੋਈ ਇਹੋ ਜਿਹੀ ਘਟਨਾ ਹੋਈ ਕਿਸੇ ਪੁਲਿਸ ਅਫਸਰ ਨੂੰ ਅਸੀਂ ਬੇਇੱਜ਼ਤੀ ਕੀਤੀ ਹੋਵੇ, ਉਹਦੀ ਵਰਦੀ ਨੂੰ ਫੜ ਕੇ ਉਹਨਾਂ ਨੂੰ ਪਾੜਿਆ ਹੋਵੇ, ਜਾਂ ਕੋਈ ਰੇੜੀਆਂ ਨੂੰ ਅਸੀਂ ਉਹਨਾਂ ਦਾ ਸਮਾਨ ਚੱਕ ਕੇ ਲੁੱਟਿਆ ਹੋਵੇ, ਜਾਂ ਦੁਕਾਨਾਂ 'ਚ ਵੜ ਗਏ ਹੋਈਏ, ਕਦੇ ਨਹੀਂ ਹੋਇਆ ਨਾ। ਸੋ ਅਸੀਂ ਤਾਂ ਸ਼ਾਂਤਮਈ, ਪਰ ਉਹਨਾਂ ਨੇ ਜੋ ਬੈਰੀਕੇਡਿੰਗ ਕੀਤੀ, ਜੋ ਸਾਡੇ ਤੇ ਅਥਰੂ ਗੈਸ ਚਲਾਈ, ਜੋ ਸਾਡੇ ਤੇ ਜਿਹੜੀਆਂ ਵਾਟਰ ਕੈਨਨਸ ਯੂਜ਼ ਕੀਤੀਆਂ, ਔਰ ਇੱਥੋਂ ਤੱਕ ਕਿ ਸਾਡੇ ਤੇ ਕਿਤੇ ਲਾਠੀ ਚਾਰਜ ਵੀ ਹੋਇਆ, ਤੇ ਉਦੋਂ ਵੀ ਸ਼ਾਂਤਮਈ ਤੇ ਹੀ ਹੋਇਆ ਨਾ। ਤੇ ਵਾਪਰ ਕੀ ਸਕਦਾ? ਇਹ ਗੱਲ ਤਾਂ ਸਾਡੇ ਕੰਟਰੋਲ 'ਚ ਨਹੀਂ ਆ, ਸਰਕਾਰ ਨੇ ਕੀ ਕਰਨਾ ਕੱਲ ਦਾ ਕਿਸੇ ਨੂੰ ਨਹੀਂ ਪਤਾ ਹੁੰਦਾ। ਹਾਂਜੀ। ਸੋ ਸਰਕਾਰ ਤੇ ਅੱਜ ਜੇ ਅਸੀਂ ਕਹੀਏ ਵੀ ਸਾਨੂੰ ਭਰੋਸਾ ਦਿਵਾਇਆ, ਤੇ ਜਿਹਦੇ ਨਾਲ ਤੁਸੀਂ ਲੜੀ ਜਾਂਦੇ ਹੋ ਉਹ ਤੁਹਾਨੂੰ ਭਰੋਸਾ ਦਿਵਾਊਗਾ? ਇਹ ਤਾਂ ਕੋਈ ਗੱਲ ਨਹੀਂ ਹੋਈ। ਠੀਕ ਹੈ, ਲਾਸਟ ਦੇ ਵਿੱਚ ਜਿੱਥੇ ਗੱਲ ਖੜੀ ਆ ਅੱਗੇ ਕਿਵੇਂ ਵੱਧ ਸਕਦੀ ਹੈ? ਕਿਉਂਕਿ ਜਿਹੜੀ ਗੱਲ ਹੈ ਉਹ ਡਿਵੈਲਪਮੈਂਟ ਗਰੋਥ ਉਹਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਹੁਣ ਗੱਲਬਾਤ ਹਾਲੇ ਟੁੱਟੀ ਹੋਈ ਹੈ। ਤੇ ਦੂਜੇ ਪਾਸਿਓਂ ਹੁਣ ਫੇਰ ਰੇਲ ਰੋਕੋ ਅੰਦੋਲਨ ਦੀ ਕਾਲ ਵੀ ਆ ਰਹੀ ਹੈ, ਜਾਂ ਹਾਈਵੇ ਵਧਾਉਣ ਰੋਕਣ ਦੀ ਵੀ ਗੱਲ ਆ ਰਹੀ ਹੈ। ਦਿੱਲੀ ਤੋਂ ਜਦੋਂ ਅਸੀਂ ਆਲੇ ਦੁਆਲੇ ਜਾਂਦੇ ਹਾਂ ਤਾਂ ਲੋਕ ਵੀ ਥੋੜਾ ਪਰੇਸ਼ਾਨ ਹੋ ਰਹੇ ਨੇ, ਕਿਉਂਕਿ ਟ੍ਰੈਫਿਕ ਦੀ ਇੱਕ ਦੋ ਰਸਤੇ ਰਹਿ ਗਏ ਜਿਹੜੇ ਚੱਲ ਰਹੇ ਨੇ, ਕਾਫੀ ਮੁਸ਼ਕਿਲ ਹੈ ਇਸ ਵੇਲੇ। ਨਹੀਂ, ਮੁਸ਼ਕਿਲ ਤਾਂ ਹੁਣ ਆਏ ਆ ਨਾ ਵੀ ਸਾਡੇ ਤੇ ਕਿੱਡੀ ਵੱਡੀ ਮੁਸ਼ਕਿਲ ਆ
ਤੁਸੀਂ ਇਹ ਤਾਂ ਦੇਖੋ ਨਾ, ਅਸੀਂ ਆਪਦੀ ਹੋਂਦ ਦੀ ਲੜਾਈ ਲੜ ਰਹੇ ਹਾਂ। ਸੋ ਅਸੀਂ ਹੋਂਦ ਤੇ ਗੱਲ ਆ ਗਈ ਆ। ਦਿੱਲੀ ਦਾ ਟ੍ਰੈਫਿਕ ਨਿਕਲੇ ਜਾਂ ਨਾ ਨਿਕਲੇ ਤਾਂ ਬਹੁਤ ਛੋਟੀਆਂ ਜਿਹੀਆਂ ਗੱਲਾਂ ਉਹਦੇ ਸਾਹਮਣੇ। ਕੋਈ ਇੱਕ ਕੌਮ ਆਪਦੀ ਹੋਂਦ ਲਈ ਲੜ ਰਹੀ ਆ, ਹਨਾ। ਇੱਥੇ ਕਿੱਡੇ ਵੱਡੇ ਮਨੁੱਖੀ ਅਧਿਕਾਰਾਂ ਦੀ, ਇੱਧਰ ਅਸੀਂ ਆ, ਉਹ ਵੀ ਪਬਲਿਕ ਹੈ, ਉਹ ਵੀ ਆਮ ਲੋਕ ਨੇ, ਅਸੀਂ ਵੀ ਆਮ ਲੋਕ ਆ। ਅਸੀਂ ਤਾਂ ਪਬਲਿਕ ਨੂੰ ਤੰਗ ਹੀ ਨਹੀਂ ਕਰ ਰਹੇ। ਅਸੀਂ ਜਦੋਂ ਪੰਜਾਬ ਤੋਂ ਤੁਰੇ ਆ ਅੱਜ ਤੱਕ ਪਬਲਿਕ ਨੂੰ ਤੰਗ ਕਰਨ ਵਾਲੀ ਇੱਕ ਘਟਨਾ ਦੱਸ ਦਿਓ। ਔਰ ਉਲਟਾ ਸਾਡੇ ਮੁੰਡੇ ਤਾਂ ਟ੍ਰੈਫਿਕ ਨੂੰ ਖੜ ਖੜ ਕੇ ਲੰਘਾ ਰਹੇ ਆ। ਤੰਗ ਕੌਣ ਕਰ ਰਹੇ ਆ? ਤੰਗ ਸਰਕਾਰਾਂ ਕਰ ਰਹੀਆਂ ਨਾ, ਜਦੋਂ ਸਾਨੂੰ ਰਿਜ਼ੋਲਵ ਨਹੀਂ ਕਰ ਉਸੇ ਤੇ ਰਹੀਆਂ। ਗੱਲ ਸਵਾਲ ਹੈ ਵੀ ਸਰਕਾਰਾਂ ਧਿਆਨ ਕਿਉਂ ਨਹੀਂ ਦੇ ਰਹੀਆਂ ਫਿਰ? ਨਹੀਂ, ਸਰਕਾਰਾਂ ਦਾ ਫਰਜ਼ ਬਣਦਾ। ਸਰਕਾਰ ਜੇ ਦੇਸ਼ ਨੂੰ ਦੇਸ਼ ਸਮਝਦੀ ਆ, ਦੇਸ਼ ਤਾਂ ਲੋਕ ਹੁੰਦੇ ਆ, ਤੇ ਲੋਕ ਵੀ ਇਹ ਜੇ ਪੰਜਾਬ ਵਾਲੇ ਹਰਿਆਣੇ ਵਾਲੇ ਆਪਦੇ ਹੱਕਾਂ ਖਾਤਰ ਉੱਠ ਕੇ ਆ ਗਏ ਤੇ ਇਹਨਾਂ ਨੂੰ ਤਾਂ ਕੋਈ ਤਰਜੀਹ ਨਾ ਦਿਓ। ਕੋਈ ਸਵਾਲ ਵਿੱਚ ਰਹਿ ਗਿਆ ਵੀ ਅੱਗੇ ਕਿਵੇਂ ਵਧੀਏ ਫਿਰ? ਹੁਣ ਅੱਗੇ ਵਧਣਾ, ਦੇਖੋ ਸਾਡੇ ਕੋਲੇ ਅੱਗੇ ਵਧਣ ਦਾ ਹੁਣ ਦੋ ਹੀ ਗੱਲਾਂ। ਜਿਵੇਂ ਮੈਂ ਕਿਹਾ, ਇੱਕ ਤਾਂ ਸਬਰ ਬਣਾ ਕੇ ਰੱਖੋ, ਸਹਿਜਤਾ ਨਾਲ ਰਹੋ, ਡਿਸਪਲਿਨ ਚ ਰਹੋ। ਇੱਥੇ ਅਗਲੀ ਗੱਲ ਮੈਂ ਬਾਰ-ਬਾਰ ਕਹਿਣਾ ਹੁੰਦਾ ਵੀ ਡਾਇਲੌਗ ਆ ਨਾ ਜਿਹੜਾ, ਉਹ ਟੁੱਟੇ ਨਾ। ਇਹ ਗੱਲ ਮੈਂ ਮੰਨਦਾ, ਕਿਉਂਕਿ ਡਾਇਲੌਗ ਚੋਂ ਸਾਨੂੰ ਜਿੱਤ ਮਿਲਣੀ ਆ, ਉੱਥੋਂ ਹੀ ਮਿਲਣੀ ਆ ਨਾ ਜਿੱਤ। ਇਹਦੇ ਵਿੱਚ ਛੋਟਾ ਜਥੇਬੰਦੀਆਂ ਕਹਿੰਦੀਆਂ ਨੇ, ਹੁਣ ਗੱਲ ਕਹਿੰਦੀਆਂ ਨੇ ਵੀ ਜਦੋਂ ਅਸੀਂ 7-7 ਘੰਟੇ 5-5 ਘੰਟੇ 4-4 ਘੰਟੇ ਦੀ ਮੀਟਿੰਗ ਕਰਕੇ ਆਉਂਦੇ ਆ ਵਾਪਸ, ਤਾਂ ਲੋਕ ਸਾਨੂੰ ਕਹਿੰਦੇ ਨੇ ਕਿ ਤੁਸੀਂ ਜਾਂਦੇ ਹੋ ਮੀਟਿੰਗ ਕਰਦੇ ਹੋ ਇੰਨੇ ਘੰਟੇ, ਤਾਂ ਫਿਰ ਕਿਉਂ ਸਿੱਟਾ ਕੋਈ ਨਿਕਲਦਾ ਨਹੀਂ ਹੈਗਾ? ਆਸ ਟੁੱਟਦੀ ਹੈ ਉਹਨਾਂ ਦੀ। ਦੇਖੋ, ਪਹਿਲੀਆਂ 2 ਮੀਟਿੰਗ ਤੋਂ ਬਾਅਦ ਜਦੋਂ ਅਸੀਂ ਗਏ ਆ, ਅਸੀਂ ਉਹਨਾਂ ਮੀਟਿੰਗਾਂ ਤੋਂ ਵੀ ਜਿੱਤ ਕੇ ਆਏ ਆ। ਜਦੋਂ ਸਾਡੇ ਜਥੇਬੰਦੀਆਂ ਦੇ ਆਗੂਆਂ ਨੇ ਆਪਦਾ ਭੁੰਜੇ ਬਹਿ ਕੇ ਰੋਟੀ ਖਾਧੀ, ਕਿੱਡੀ ਵੱਡੀ ਜਿੱਤ ਸੀ। ਉਹ ਵੀ ਕਹਿ ਰਿਹਾ ਦੀਪ ਸਿੱਧੂ ਨੇ ਕਹਿੰਦੇ ਮਜਬੂਰ ਕੀਤਾ। ਕਿੰਨੀ ਗੱਲ ਸੱਚਾਈ ਹੈ ਇਸ ਦੇ ਵਿੱਚ? ਨਹੀਂ, ਮਜਬੂਰ ਨਹੀਂ ਮੈਂ ਕੀਤਾ। ਮੈਂ ਤਾਂ ਇੱਕ ਆਪਦੀ ਗੱਲ ਰੱਖੀ ਸੀ ਵੀ ਮੂੰਹ ਦਾ ਖਾਦਾ ਅੱਖਾਂ ਸ਼ਰਮਾਉਂਦੀਆਂ। ਮੁੜ ਕੇ ਉਹ ਗੱਲ ਹੀ ਨਹੀਂ ਹੁੰਦੀ। ਜਦੋਂ ਕਿਸੇ ਦੇ ਘਰੇ ਜਾ ਕੇ ਰੋਟੀ ਖਾ ਲਓ ਨਾ, ਜੇ ਉੱਥੋਂ ਕੁਛ ਆਪਦਾ ਹੱਕ ਲੈਣ ਗਏ ਹੋ, ਅਗਲਾ ਕਹਿੰਦਾ ਛੱਡ ਪਰਾਂ ਯਾਰ। ਇਹ ਲਿਟਰਲੀ ਇਹ ਗੱਲ ਆ। ਪਰ ਜਦੋਂ ਅਸੀਂ ਨਹੀਂ ਖਾਦਾ, ਉਦੋਂ ਕਿੱਡੀ ਵੱਡੀ ਸਾਡੀ ਸ਼ਲਾਘਾ ਹੋਈ, ਨੈਸ਼ਨਲ ਮੀਡੀਆ 'ਚ ਹੋਈ ਵੀ ਕਿਸਾਨਾਂ ਨੇ ਦਿਖਾਤਾ ਕਿਸਾਨ ਕੌਣ ਆ। ਅਗਲੀ ਗੱਲ, ਜਦੋਂ ਯੈਸ ਨੋ ਕਰਕੇ ਉੱਥੇ ਖੜ ਜਾਂਦੇ ਆ, ਉਹ ਕਿੱਡੀ ਵੱਡੀ ਜਿੱਤ ਆ। ਵੀ ਇਦੋਂ ਬਾਅਦ ਸਾਨੂੰ ਇਦੋਂ ਹੋਰ ਕੋਈ ਗੱਲ ਕਰੋ ਨਾ ਸਾਡੇ ਨਾਲ, ਯੈਸ ਜਾਂ ਨੋ ਤੇ ਆਓ। ਵਾਰ-ਵਾਰ ਅਸੀਂ ਉਹਨਾਂ ਨੂੰ ਡਿਪਲੋਮੈਟਿਕ ਟਾਕ ਤੇ ਹਰਾਇਆ, ਵਾਰ-ਵਾਰ ਬੈਕਫੁੱਟ ਤੇ ਲੈ ਕੇ ਗਏ ਆ। ਮੈਨੂੰ ਪਤਾ ਬੁਲਾਉਣਗੇ ਬਾਰ-ਬਾਰ, ਹੋ ਸਕਦਾ ਉਹੀ ਗੱਲ ਕਰਨ, ਪਰ ਅਸੀਂ ਡਿਪਲੋਮੈਟਿਕਲੀ ਵੀ ਤਾਂ ਉਹਨਾਂ ਨੂੰ ਹਰਾਉਣਾ ਨਾ। ਉਹਨਾਂ ਨੂੰ ਉਸ ਟੇਬਲ ਤੇ ਬੈਠ ਕੇ ਵੀ ਤਾਂ ਹਰਾਉਣਾ ਨਾ। ਕੱਲਾ ਇੱਥੇ ਹਰਾ ਰਹੇ ਆ, ਇੱਥੇ ਤਾਂ ਅਸੀਂ ਬਹੁਤ ਚੰਗਾ ਲੜ ਰਹੇ ਆ। ਸਾਡੀਆਂ ਫੌਜਾਂ, ਸਾਡੀ ਸੰਗਤ ਬਹੁਤ ਕਮਾਲ ਦੀ ਲੜਾਈ ਲੜ ਰਹੀ ਆ। ਪਰ ਆਗੂਆਂ ਨੇ ਲੜਾਈ ਟੇਬਲ ਤੇ ਵੀ ਲੜਨੀ ਹੁੰਦੀ ਆ, ਤੇ ਟੇਬਲ ਤੇ ਵੀ ਹਰਾਉਣਾ ਪਊਗਾ, ਵਾਰ-ਵਾਰ ਹਰਾਉਣਾ ਪਊਗਾ। ਜਾਣਾ ਚਾਹੀਦਾ ਜਿੰਨੀ ਵਾਰ ਵੀ ਬੁਲਾਉਣ। ਦੇਖੋ, ਮੈਨੂੰ ਲੱਗਦਾ ਵੀ ਡਾਇਲੌਗ ਲਈ ਜਾਣਾ ਚਾਹੀਦਾ। ਇਹ ਜ਼ਰੂਰ ਆ ਵੀ ਵਾਰ-ਵਾਰ ਇੱਕੋ ਹੀ ਗੱਲ ਕਰ ਰਹੇ ਆ, ਇਹ ਗੱਲ ਕਹਿ ਰਹੇ ਆ ਉਹ ਵੀ ਕਿੰਨੇ ਵਾਰੀ ਇੱਕੋ ਗੱਲ ਸੁਣੀਏ, ਪਰ ਵਾਰ-ਵਾਰ ਹਰਾਓ ਉਹਨਾਂ ਨੂੰ, ਉਹਨਾਂ ਦਾ ਚਿਹਰਾ ਦਿਖਾਓ, ਹਨਾ। ਅੱਛਾ, ਉਹਨਾਂ ਦੇ ਬਿਆਨ ਕੱਢ ਕੇ ਲੈ ਕੇ ਜਾਓ ਵੀ ਤੁਸੀਂ ਸਾਨੂੰ ਬੁਲਾਉਣੇ ਹੋ, ਤੁਸੀਂ 10 ਵਾਰੀ ਇੱਕੋ ਹੀ ਗੱਲ ਕਰਦੇ ਹੋ, ਫਿਰ ਤੁਸੀਂ ਗੱਲ ਐਡਵਾਂਸ ਨਹੀਂ ਕਰ ਰਹੇ। ਸਾਨੂੰ ਜੇ ਡਾਇਲੌਗ ਲਈ ਤੁਸੀਂ ਬੁਲਾ ਰਹੇ ਹੋ, ਉਹਦੇ 'ਚ ਗੱਲ ਐਡਵਾਂਸ ਨਹੀਂ ਹੋ ਰਹੀ, ਤੇ ਤੁਹਾਡਾ ਮਕਸਦ ਕੀ ਆ? ਕੋਈ ਨਹੀਂ, ਸਾਡਾ ਪੇਸ਼ੈਂਸ ਟੈਸਟ ਕਰ ਰਹੇ ਹੋ ਨਾ, ਕੋਈ ਨਹੀਂ, ਕਰ ਲਓ ਪੇਸ਼ੈਂਸ ਟੈਸਟ। ਉਹਨਾਂ ਕੋਲੇ ਇਹ ਮੌਕਾ ਤਾਂ ਨਹੀਂ ਹੋਊਗਾ ਨੈਸ਼ਨਲ ਮੀਡੀਆ 'ਚ ਚਲਾਉਣ ਦਾ ਵੀ ਅਸੀਂ ਤਾਂ ਅੜ ਕੇ ਬਹਿ ਗਏ, ਅਸੀਂ ਤਾਂ ਗੱਲ ਹੀ ਨਹੀਂ ਸੁਣ ਰਹੇ। ਅਦਰਵਾਈਜ਼ ਉਹਨਾਂ ਨੇ ਕੀ ਕਰਨਾ, ਪੂਰੇ ਦੇਸ਼ 'ਚ ਇਹ ਗੱਲ ਫੈਲਾ ਦੇਣੀ ਆ ਵੀ ਕਿਸਾਨ ਅੜ ਕੇ ਬੈਠੇ ਆ, ਅਸੀਂ ਤਾਂ ਉਹਨਾਂ ਨਾਲ ਗੱਲ ਕਰਨ ਨੂੰ ਰਾਜ਼ੀ ਆ, ਵਾਰ-ਵਾਰ ਸੱਦਾ ਭੇਜ ਰਹੇ ਆ, ਉਹੀ ਨਹੀਂ ਆ ਰਹੇ। ਠੀਕ ਹੈ ਦੀਪ ਸਿੱਧੂ ਜੀ, ਲਾਸਟ ਸਵਾਲ ਹੈ। ਲੋਕ ਸਾਨੂੰ ਪੁੱਛਦੇ ਨੇ, ਤੁਹਾਨੂੰ ਵੀ ਪੁੱਛਦੇ ਨੇ ਵੀ ਬਾਈ ਕਦੋਂ ਕੁ ਗੱਲ ਬਣੂਗੀ, ਕਦੋਂ ਕੁ ਗੱਲ ਬਣੂਗੀ, ਤਾਂ ਉਹ ਵਾਰ-ਵਾਰ ਉਹਨੂੰ ਲੱਗਦਾ ਕਿ ਥੋੜੇ ਅਸੀਂ ਜਲਦੀ ਹੋ ਜਵੇ, ਤਾਂ ਸਾਰਿਆਂ ਨੂੰ ਲੱਗਦਾ ਸ਼ਾਇਦ। ਤੁਸੀਂ ਇਸ ਤੇ ਕੀ ਜਵਾਬ ਦੇਣਾ? ਨਹੀਂ, ਜਲਦੀ ਦੇਖੋ, ਅਸੀਂ ਜੇ ਇਹ ਕਹਿ ਕੇ ਆਏ ਆ ਨਾ ਵੀ ਅਸੀਂ ਤਾਂ ਲੰਬਾ ਸਮਾਂ ਇੱਥੇ ਬੈਠਣ ਨੂੰ ਤਿਆਰ ਆ। ਸਾਡੇ ਕੋਲੇ ਹੁਣ ਦੇਖੋ, ਅਸੀਂ ਇਹ ਘਰੋਂ ਕਹਿ ਕੇ ਆਏ ਸੀ ਵੀ ਜੇ 6 ਮਹੀਨੇ ਵੀ ਬੈਠਣਾ ਪਿਆ ਤਾਂ ਬੈਠਾਂਗੇ, ਤੇ ਹੁਣ ਸਬਰ ਇੰਨੀ ਛੇਤੀ ਨਾ ਤੋੜੋ। ਅਸੀਂ ਜੋ ਕਰ ਰਹੇ ਆ ਨਾ, ਉਹ ਅਨਪ੍ਰੈਸੀਡੈਂਟਡ ਆ, ਕਦੇ ਹੋਇਆ ਹੀ ਨਹੀਂ। ਹੁਣ ਤੱਕ 6 ਸਾਲ ਦੀ ਸਰਕਾਰ 'ਚ ਵੀ ਨਹੀਂ ਹੋਇਆ, ਮੋਦੀ ਸਾਹਿਬ ਦੀ ਪਹਿਲਾਂ ਵੀ ਨਹੀਂ ਕਦੇ ਹੋਇਆ, ਦੁਨੀਆ 'ਚ ਨਹੀਂ ਹੋਇਆ, ਦੁਨੀਆ 'ਚ ਨਹੀਂ ਹੋਇਆ। ਤੇ ਇਸ ਕਰਕੇ ਜੇ ਇਤਿਹਾਸ ਰਚਨਾ, ਇਤਿਹਾਸ ਉਦੋਂ ਹੀ ਰਚੇ ਜਾਂਦੇ ਹੁੰਦੇ ਆ ਜਦੋਂ ਤੁਹਾਡੀ ਤਿਆਰੀ ਲੰਬੇ ਸੰਘਰਸ਼ ਦੀ ਹੋਵੇ, ਦ੍ਰਿੜਤਾ ਹੋਵੇ ਤੇ ਨਿਸ਼ਚਾ ਹੋਵੇ। ਸਨੀ ਦਿਓਲ ਹੋਰਾਂ ਦਾ ਟਵੀਟ ਆਇਆ ਸੀਗਾ, ਉਹ ਤੋਂ ਬਾਅਦ ਫੋਨ ਤੇ ਗੱਲਬਾਤ ਕੋਈ ਹੋਈ ਬਾਈ ਵੀ ਟਵੀਟ ਕਰਨ ਦੀ ਕੀ ਲੋੜ ਸੀ ਜਾਂ ਕੀਤਾ ਤੁਸੀਂ? ਨਹੀਂ, ਕੋਈ ਗੱਲਬਾਤ ਨਹੀਂ ਹੋਈ ਜੀ। ਹਾਂਜੀ, ਚਲੋ ਬਹੁਤ ਥੈਂਕ ਯੂ ਗੱਲਬਾਤ ਕਰਨ ਲਈ, ਸਮਾਂ ਦੇਣ ਦੇ ਲਈ। ਦੀਪ ਸਿੱਧੂ ਹੋਰਾਂ ਦਾ ਕਹਿਣਾ ਇਹੀ ਹੈ ਕਿ ਸਬਰ ਰੱਖਣਾ ਪਊਗਾ, ਇੰਨੀ ਕਾਹਲ ਨਹੀਂ ਹੋ ਸਕਦੀ, ਇੰਨੀ ਜਲਦਬਾਜ਼ੀ ਨਹੀਂ ਹੋ ਸਕਦੀ, ਕਿਉਂਕਿ ਦੇਸ਼ ਦੀ ਸਰਕਾਰ ਹੈ ਇੱਕ ਪਾਸੇ, ਤੇ ਇਹ ਪਹਿਲੀ ਵਾਰ ਹੋਊਗਾ ਕਿ ਦੇਸ਼ ਦੀ ਸਰਕਾਰ ਵੱਲੋਂ ਬਣਾਏ ਹੋਏ ਇਹ ਕਾਨੂੰਨ ਇਸ ਢੰਗ ਦੇ ਨਾਲ ਪਬਲਿਕ ਰੱਦ ਕਰਾਊਗੀ, ਤਾਂ ਇਹ ਵੱਡੀ ਗੱਲ ਹੋਊਗੀ। ਫਿਲਹਾਲ ਸਬਰ ਤੋਂ ਕੰਮ ਲੈਣਾ ਜ਼ਰੂਰੀ ਹੈ, ਦੇਖਣਾ ਹੋਏਗਾ ਸਰਕਾਰ ਕਦੋਂ ਇਹ ਕਾਨੂੰਨ ਵਾਪਸ ਲੈਂਦੀ ਹੈ। ਕੈਮਰਾਮੈਨ ਗਗਨ ਦੇ ਨਾਲ ਰਣਬੀਰ ਸਿੰਘ ਰਾਣਾ।
ਕੱਲ ਆ ਕੇ ਮੈਂ ਗੱਲ ਹੀ ਰੱਖੀ, ਤੁਸੀਂ ਉਹਦਾ ਰਿਐਕਸ਼ਨ ਦੇਖੋ ਹਨਾ। ਸੋ ਉਸ ਰਿਐਕਸ਼ਨ ਨਾਲ ਕਹਿੰਦੇ ਦੀਪ ਸਿੱਧੂ ਨੇ ਢੈਂ ਦੀ ਗੱਲ ਕਰਤੀ, ਮਤਲਬ ਢੈਂ ਦੀ ਕਲਾ ਵਾਲੀ ਗੱਲ ਕੀਤੀ। ਹਾਲਾਂਕਿ ਮੈਨੂੰ ਪੋਲੀਟੀਕਲ ਡਿਪਲੋਮੇਸੀ ਨੂੰ ਜਦੋਂ ਆਪਾਂ ਗੱਲ ਦੇਖਦੇ ਹਾਂ, ਉਹ ਪੋਲੀਟੀਕਲ ਡਿਪਲੋਮੇਸੀ 'ਚ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਜਿਵੇਂ ਗੱਲਾਂ ਸਿਖਾਈਆਂ ਵੀ ਅਸੀਂ ਨਿਰਭਉ ਤੇ ਨਿਰਵੈਰ, ਇਹਦੇ ਨਹੀਂ ਕਿ ਮੇਰਾ ਨੁਕਸਾਨ ਹੋਊਗਾ, ਇਹਦੇ ਵਿੱਚ ਫਾਇਦਾ ਹੋਊਗਾ, ਕੀ ਹੋਊਗਾ। ਤੁਸੀਂ ਕਿਹਾ ਵੀ ਗੱਲ ਲੋਕਾਂ ਤੱਕ ਜਾਣੀ ਚਾਹੀਦੀ, ਪਰ ਉਹਦੇ ਤੇ ਤੁਹਾਡੇ ਤੇ ਸਵਾਲ ਹੋ ਗਏ ਕਿ ਕਿਉਂ ਇਹ ਗੱਲ ਕਹੀ ਗਈ ਦੀਪ ਸਿੱਧੂ ਦੇ ਵੱਲੋਂ, ਸ਼ਾਇਦ ਕੋਈ ਢਾਹ ਨਾ ਲੱਗ ਜਾਵੇ ਅੰਦੋਲਨ ਨੂੰ, ਸ਼ਾਇਦ ਕੋਈ ਨੁਕਸਾਨ ਨਾ ਹੋ ਜਾਵੇ ਅੰਦੋਲਨ ਨੂੰ। ਕਿਉਂਕਿ ਜਦੋਂ ਜਿੱਥੇ ਅਸੀਂ ਖੜੇ ਹਾਂ ਉੱਥੇ ਤਾਂ ਚੜ੍ਹਦੀ ਕਲਾ ਦੀ ਗੱਲ ਹੋਣੀ ਚਾਹੀਦੀ ਹੈ। ਜੇ ਕਿਸੇ ਨੂੰ ਇਹ ਲੱਗਦਾ ਕੋਈ ਵੀ ਬੰਦਾ ਜਾਂ ਮੈਂ ਢਹਿੰਦੀ ਕਲਾ ਵਾਲੀ ਗੱਲ ਕੀਤੀ ਹੈ ਤਾਂ ਦਿਲ ਤਾਂ ਦੁਖਣਗੇ, ਦਿਲ ਤਾਂ ਟੁੱਟਣਗੇ। ਤੁਹਾਡੇ ਸਾਥੀਆਂ ਨੇ ਕਹਿ ਦਿੱਤਾ ਕਿ ਉਹੀ ਫੇਰ ਆਰਐਸਐਸ ਦਾ, ਅੰਬਾਨੀਆਂ ਦਾ, ਅਡਾਨੀਆਂ ਦਾ, ਇਦਾਂ ਏਜੰਸੀਆਂ ਦਾ ਜਦੀ ਨਾਲ ਦੀ ਨਾਲ ਬਿਆਨਬਾਜ਼ੀ ਸ਼ੁਰੂ ਹੋ ਜਾਂਦੀ। ਨਹੀਂ, ਇਹ ਵੀ ਗੱਲ ਮੈਂ ਤੁਹਾਨੂੰ ਦੱਸਦਾ, ਹੁਣ ਜਿਨ੍ਹਾਂ ਨੇ ਇਮੀਡੀਏਟਲੀ ਇਹਦੇ ਤੇ ਇਹੋ ਜਿਹੀ ਪ੍ਰਤੀਕਿਰਿਆ ਦਿੱਤੀ ਆ, ਉਹਨਾਂ ਨੂੰ ਮੈਨੂੰ ਲੱਗਦਾ ਇੱਕ ਵਾਰੀ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਵੀ ਪਿੱਛੇ ਸਾਡੇ ਬਹੁਤ ਲੰਬਾ ਇੱਕ ਸਫ਼ਰ ਪਿਆ। ਜਦੋਂ ਦੀਪ ਸਿੱਧੂ ਖੜਾ ਤਾਂ ਪੰਜਾਬ ਦੇ ਹਿੱਤ 'ਚ ਹੀ ਖੜਾ, ਹੱਕਾਂ ਖਾਤਰ ਹੀ ਲੜਦੇ ਆ ਰਹੇ ਤੇ ਦੀਪ ਸਿੱਧੂ ਨੇ ਉਹ ਬਿਰਤਾਂਤ ਜਾਂ ਉਹ ਨੈਰੇਟਿਵ ਖੜਾ ਕੀਤਾ ਜਿਹੜਾ ਕਦੇ ਕਿਸਾਨ ਜਥੇਬੰਦੀਆਂ ਦੇ ਸਟੇਜ ਤੋਂ ਖੜਾ ਨਹੀਂ ਹੋਇਆ ਸੀ। ਪਰ ਸਟੇਜ ਤੋਂ ਇਹ ਕਹਿਣਾ ਕਿ ਤੁਸੀਂ ਸਟੇਜ ਤੇ ਨੇੜੇ ਵੀ ਨਾ ਆਓ, ਸਟੇਜ ਤੇ ਸੰਬੋਧਨ ਨਾ ਕਰੋ, ਮਤਾ ਪਾ ਦੇਣਾ, ਤੁਹਾਤੋਂ ਕਿਸਾਨ ਜਥੇਬੰਦੀਆਂ ਇੰਨਾ ਖਫਾ ਕਿਉਂ ਨੇ, ਨਾਰਾਜ਼ ਕਿਉਂ ਨੇ, ਵੱਖ ਕਿਉਂ ਕਰਕੇ ਚੱਲਦੀਆਂ? ਇਹ ਤਾਂ ਹੁਣ ਉਹਨਾਂ ਤੋਂ ਪੁੱਛੋ ਖਫਾ ਕਿਉਂ ਆ। ਕਿਉਂਕਿ ਮੈਂ ਇੱਕ ਮੇਰੇ 'ਚ ਵੀ ਇਹ ਗੱਲ ਆ ਵੀ ਮੇਰੇ ਤੋਂ ਸੱਚ ਬਿਆਨ ਕੀਤੇ ਬਿਨਾ ਨਹੀਂ ਰਿਹਾ ਜਾਂਦਾ, ਇਹ ਸੁਭਾਅ ਹੁੰਦਾ ਬੰਦੇ ਦਾ। ਜਥੇਬੰਦੀਆਂ ਦੇ ਆਗੂਆਂ ਨਾਲ ਗੱਲ ਹੋਈ ਤਾਂ ਉਹ ਕਹਿੰਦੇ ਦੀਪ ਸਿੱਧੂ ਕਹਿੰਦੇ ਸੀਗੇ ਕਿ ਮੈਂ ਅਗਵਾਈ ਕਰਦਾ, ਜਥੇਬੰਦੀਆਂ ਮੇਰੇ ਨਾਲ ਮਤਲਬ ਪਿੱਛੇ ਚੱਲਣ, ਮੇਰੇ ਨਾਲ ਚੱਲਣ, ਇਸ ਤਰ੍ਹਾਂ ਦੀ ਗੱਲ ਨਹੀਂ। ਇਹ ਕਦੋਂ ਹੋਈ ਹੈ? ਇਹ ਤਾਂ ਕਦੇ ਵੀ ਨਹੀਂ ਹੋ ਸਕਦੀ। ਹੁਣ ਵੀ ਤੁਸੀਂ ਕਹਿੰਦੇ ਉਹੀ ਗੱਲ ਕਿ ਖੇਤੀ ਕਾਨੂੰਨ ਦੇ ਨਾਲ ਨਾਲ ਹੋਰ ਵੀ ਚੀਜ਼ਾਂ ਦੀ ਗੱਲ ਹੋਣੀ ਚਾਹੀਦੀ ਹੈ, ਜਿਵੇਂ ਹਮੇਸ਼ਾ ਤੁਸੀਂ ਕਹਿੰਦੇ ਰਹੇ ਕਿ ਪੰਜਾਬ ਦੀ ਹੋਂਦ ਦੀ ਲੜਾਈ ਹੈ, ਪੰਜਾਬ ਦੇ ਹੱਕਾਂ ਦੀ ਲੜਾਈ ਹੈ। ਸਾਡੀ ਲੜਾਈ ਬਹੁਤ ਲੰਬੀ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਅਜੇ ਤਾਂ ਸ਼ੁਰੂਆਤ ਆ। ਜਿਹੜੇ ਵਾਰ-ਵਾਰ ਸਾਡੇ ਤੇ ਨਵੇਂ-ਨਵੇਂ ਕਾਨੂੰਨ ਆਉਣੇ, ਵਾਰ-ਵਾਰ ਸਾਨੂੰ ਉਹਨਾਂ ਕਾਨੂੰਨਾਂ ਨੂੰ ਲਾਗੂ ਕੀਤਾ ਜਾਣਾ ਸਾਡੇ ਤੇ ਜਿਹੜੇ ਪੰਜਾਬ ਪੱਖੀ ਨਹੀਂ ਆ, ਉਹ ਜੜ ਉੱਥੇ ਹੀ ਪਈ ਆ ਵੀ ਪਾਲਿਸੀ ਮੇਕਿੰਗ ਡਿਸੀਜਨਸ ਆ ਜਿਹੜੇ ਉਹ ਸਾਰੇ ਸੈਂਟਰ ਕੋਲੇ ਆ, ਸੂਬਾ ਸਰਕਾਰ ਕੋਲੇ ਤਾਂ ਕੁਝ ਵੀ ਨਹੀਂ। ਅਮਿਤ ਸ਼ਾਹ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ 'ਚ ਕਹਿ ਚੁੱਕੇ ਨੇ ਕਿ ਕ੍ਰੈਕ ਡਾਊਨ ਅਸੀਂ ਨਹੀਂ ਕਰਦੇ। ਵੈਸੇ ਵੀ ਇੰਨੇ ਜਦੋਂ ਲੱਖਾਂ ਦਾ ਇਕੱਠ ਹੋਵੇ ਤਾਂ ਇਸ ਤਰ੍ਹਾਂ ਬਲ ਦਾ ਪ੍ਰਯੋਗ ਸਰਕਾਰਾਂ ਨਹੀਂ ਕਰਦੀਆਂ। ਨਹੀਂ, ਇਹ ਤੁਸੀਂ ਕੀ ਗੱਲ ਨੂੰ ਸਮਝੀਏ ਆਪਾਂ, ਅਸੀਂ ਕਿਸੇ ਕ੍ਰੈਕ ਡਾਊਨ ਤੋਂ ਥੋੜੀ ਡਰ ਰਹੇ ਹਾਂ। ਔਰ ਤੁਸੀਂ ਉਸ ਬੰਦੇ ਦੇ ਜਿਹੜਾ ਸਾਡਾ ਦੁਸ਼ਮਣ ਆ, ਜਿਹੜਾ ਦੁਸ਼ਮਣ ਦੀ ਗੱਲ ਤੇ ਵਿਸ਼ਵਾਸ ਕਰੋਗੇ ਵੀ ਕ੍ਰੈਕ ਡਾਊਨ ਨਹੀਂ ਕਰਦੇ, ਇਹ ਤਾਂ ਫਿਰ ਬੇਵਕੂਫੀ ਵਾਲੀ ਗੱਲ ਆ ਨਾ। ਵੀ ਉਹਨਾਂ ਨੇ ਕਹਿਤਾ ਤੇ ਇਹ ਤਾਂ ਪਹਿਲਾਂ ਵੀ ਸਾਨੂੰ ਭਰੋਸਾ ਦਿੱਤਾ ਉਹਨਾਂ ਨੇ ਨਹੀਂ ਕਰਨਾ। ਤਨੀ ਦਿਓਲ ਹੋਰਾਂ ਦਾ ਟਵੀਟ ਆਇਆ ਸੀਗਾ, ਉਹ ਤੋਂ ਬਾਅਦ ਫੋਨ ਤੇ ਗੱਲਬਾਤ ਕੋਈ ਹੋਈ ਬਾਈ ਵੀ ਟਵੀਟ ਕਰਨ ਦੀ ਕੀ ਲੋੜ ਸੀ ਜਾਂ ਕੀਤਾ ਤੁਸੀਂ? ਨਹੀਂ, ਕੋਈ ਗੱਲਬਾਤ ਨਹੀਂ ਹੋਈ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ। ਕਿਸਾਨੀ ਸੰਘਰਸ਼ ਜਾਰੀ ਹੈ ਤੇ ਇਸੇ ਦੇ ਵਿਚਾਲੇ ਚਾਹੇ ਕਿਸਾਨ ਜਥੇਬੰਦੀਆਂ ਹੋਣ, ਚਾਹੇ ਦੀਪ ਸਿੱਧੂ ਹੋਣ, ਚਾਹੇ ਲੱਖਾ ਸਿਧਾਣਾ ਹੋਣ, ਲਗਾਤਾਰ ਇਸ ਸੰਘਰਸ਼ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਨੇ। ਇਸ ਵੇਲੇ ਬਾਈ ਦੀਪ ਸਿੱਧੂ ਸਾਡੇ ਨਾਲ ਨੇ। ਦੀਪ ਸਿੱਧੂ ਕੱਲ ਲਾਈਵ ਹੋਏ, ਅੱਜ ਫੇਰ ਲਾਈਵ ਹੋਏ, ਤਾਂ ਪਹਿਲਾਂ ਵਾਲਾ ਜਿਹੜਾ ਬਿਆਨ ਸੀਗਾ ਤਾਂ ਉਹ ਤੋਂ ਕੁਝ ਵੱਖਰਾ ਸੀਗਾ। ਤਾਂ ਸਵਾਲ ਇਹੀ ਹੈ ਕਿ ਜਿਹੜੀ ਕੱਲ ਗੱਲ ਹੋਈ ਸੀਗੀ ਤਾਂ ਉਹ ਬਦਲਣੀ ਕਿਉਂ ਪਈ ਹੈਗੀ? ਦੇਖੋ, ਇਸ ਕਰਕੇ ਬਦਲਣੀ ਪਈ, ਕਈ ਵਾਰੀ ਸਾਨੂੰ ਸਾਡੀ ਸਮਝ ਤੇ ਬੜਾ ਭਰੋਸਾ ਹੋ ਜਾਂਦਾ। ਉਹ ਸਮਝ ਨੂੰ ਅਸੀਂ ਜੋ ਘਟਨਾਵਾਂ ਵਾਪਰਦੀਆਂ ਤੇ ਉਸ ਸਮਝ ਨੂੰ ਅਸੀਂ ਇਹ ਮੰਨ ਲੈਂਦੇ ਆ ਵੀ ਨਹੀਂ, ਜੋ ਮੈਂ ਗੱਲ ਸਮਝ ਰਿਹਾ ਉਹ ਗੱਲ ਵਾਪਰ ਸਕਦੀ ਆ, ਉਹ ਹੋ ਸਕਦੀ ਆ। ਹਜੇ ਤੱਕ ਜੋ ਇੱਥੇ ਹੋਇਆ ਉਹ ਅਕਾਲ ਪੁਰਖ ਦੀ ਅਗਵਾਈ 'ਚ ਹੋਇਆ ਜੀ, ਉਹ ਤੋਂ ਬਿਨਾਂ ਇਹ ਗੱਲ ਵਾਪਰ ਨਹੀਂ ਸਕਦੀ ਸੀ। ਇਹ ਗੱਲ ਸਾਨੂੰ ਪਤਾ, ਕਿਸੇ ਨੇ ਸੋਚੀ ਵੀ ਨਹੀਂ ਸੀ, ਇਹ ਕਲਪਨਾ ਨਹੀਂ ਕੀਤੀ ਸੀ ਜੋ ਹੋ ਗਿਆ, ਠੀਕ ਹੈ ਹਨਾ। ਤੇ ਜਦੋਂ ਕਿਤੇ ਅਸੀਂ ਆਪਦੀ ਸਮਝ ਨੂੰ ਵੱਡਾ ਮੰਨ ਲੈਂਦੇ ਆ ਤੇ ਉਸ ਭਰੋਸੇ ਨੂੰ ਥੋੜਾ ਬਹੁਤ ਨਹੀਂ ਉਸ ਲੈਵਲ ਤੇ ਦੇਖਦੇ ਆ ਉਹਨੂੰ, ਉਹ ਸਾਡੇ ਤੋਂ ਖੁੱਸ ਜਾਂਦਾ। ਤੇ ਫਿਰ ਜੋ ਕੱਲ ਬਿਆਨ ਦਿੱਤਾ ਗਿਆ ਉਹ ਉਸ ਢੰਗ ਨਾਲ ਬਿਆਨ ਦਿੱਤਾ ਗਿਆ, ਕਿਉਂਕਿ ਮੈਨੂੰ ਐਂ ਲੱਗਿਆ ਵੀ ਕਈ ਬੰਦੇ ਜਿਹੜੇ ਇੱਥੇ, ਜਿਵੇਂ ਤੁਸੀਂ ਦੇਖਿਓ ਸਲੋਗਨ ਲਿਖੇ ਪਏ ਆ ਲਾਲ ਰੰਗ 'ਚ ਹਨਾ, ਤੇ ਸਲੋਗਨ ਇਸ ਢੰਗ ਨਾਲ ਆਏ ਆ। ਖਾਲਸਾ ਜੀ ਤੁਸੀਂ ਇੱਧਰ ਆ ਜਾਓ, ਇੱਧਰ ਆ ਜਾਓ, ਇੱਧਰ ਆ ਜਾਓ। ਹਾਂਜੀ, ਹਾਂਜੀ, ਸਲੋਗਨ ਇਸ ਢੰਗ 'ਚ ਆ ਵੀ ਕੁਝ ਹੋਰ ਹੀ ਰੰਗਤ ਦਿੱਤੀ ਜਾ ਰਹੀ ਆ, ਮੈਨੂੰ ਇਹ ਲੱਗਿਆ ਉਦੋਂ ਹਨਾ। ਤੇ ਮੇਰੇ ਤੱਕ ਜੋ ਗੱਲਾਂ ਪਹੁੰਚੀਆਂ ਉਹ ਗੱਲਾਂ ਵੀ ਐਂ ਪਹੁੰਚੀਆਂ ਵੀ ਕੁਝ ਬੰਦੇ ਆਪਦੇ ਸਿਆਸੀ ਇੱਕ ਪਾਰੀ ਖੇਡਣ ਲਈ ਜਾਂ ਸਿਆਸਤ ਖੜੀ ਕਰਨ ਲਈ
ਸਾਡੇ ਬੰਦਿਆਂ ਦਾ ਨੁਕਸਾਨ ਕਰਾ ਸਕਦੇ ਆ। ਕੀ ਨੁਕਸਾਨ ਹੋ ਸਕਦਾ? ਨੁਕਸਾਨ ਕੀ ਹੁੰਦਾ? ਕੱਲ ਨੂੰ ਮੰਨ ਲਓ ਰਿਪਰੈਸ਼ਨ ਹੁੰਦਾ, ਉਹ ਰਿਪਰੈਸ਼ਨ ਅਸੀਂ ਨੁਕਸਾਨ ਤੋਂ ਨਹੀਂ ਡਰਦੇ, ਜਾਨਾਂ ਜਾ ਸਕਦੀਆਂ ਨੇ। ਹਾਂ, ਜਾਨਾਂ ਜਾ ਸਕਦੀਆਂ ਨਾ, ਅਸੀਂ ਜਾਨ ਦੇਣ ਤੋਂ ਨਹੀਂ ਡਰਦੇ, ਸ਼ਹਾਦਤ ਤੋਂ ਨਹੀਂ ਡਰਦੇ। ਸ਼ਹਾਦਤ ਗੁਰੂ ਦੇ ਨਾਂ ਤੇ ਹੋਵੇ, ਅਸੀਂ ਕਦੇ ਨਹੀਂ ਪਿੱਛੇ ਹਟਾਂਗੇ। ਪਰ ਕਿਸੇ ਦੀ ਮਨੁੱਖੀ ਬੁੱਧੀ ਚੋਂ ਇਹ ਗੱਲ ਜਾਂ ਇਹ ਵਰਤਾਰਾ ਵਾਪਰੇ ਫਿਰ ਤੇ ਉਹਦੇ ਤੇ ਉਹ ਆਪਦੀ ਸਿਆਸਤ ਖੜੀ ਕਰਨਾ ਚਾਹੇ, ਇਹ ਗੱਲ ਬਹੁਤ ਗਲਤ ਆ। ਦੀਪ ਸਿੱਧੂ ਜੀ, ਸਵਾਲ ਹੈ ਇੱਕ ਛੋਟਾ ਜਿਹਾ ਇੱਥੇ। ਤੁਸੀਂ ਜਦੋਂ ਸ਼ੁਰੂਆਤ ਦੇ ਵਿੱਚ ਸਟਾਰਟ ਹੋਏ ਤਾਂ ਤੁਸੀਂ ਕਿਹਾ ਵੀ ਸਿਰ ਤੇ ਕਫਨ ਬੰਨ੍ਹ ਕੇ ਚੱਲਦੇ ਆ, ਤਾਂ ਹੁਣ ਜਦੋਂ ਕਫਨ ਬੰਨ੍ਹ ਕੇ ਚੱਲਦੇ ਆ ਤਾਂ ਜਿਹੜਾ ਕੱਲ ਦੀ ਤੁਹਾਡੀ ਸਟੇਟਮੈਂਟ ਸੀਗੀ ਤਾਂ ਉਹਦੇ ਵਿੱਚ ਕਿਹਾ ਵੀ ਨਹੀਂ ਬਈ ਅਸੀਂ ਉਸ ਪਾਸੇ ਨੂੰ ਨਾ ਜਾਈਏ, ਇਹਦਾ ਕਾਰਨ ਕੀ? ਨਹੀਂ, ਇਹ ਨਹੀਂ ਮੈਂ ਕਿਹਾ ਉਸ ਪਾਸੇ ਨੂੰ ਨਾ ਜਾਈਏ। ਕਫਨ ਜੇ ਬੰਨੀ ਫਿਰਦੇ ਆ ਤਾਂ ਹੀ ਇੱਥੇ ਖੜੇ ਆ ਨਾ। ਜੇ ਉਹ ਕਫਨ ਲਾਹੇ ਹੁੰਦੇ ਤਾਂ ਫਿਰ ਦੀਪ ਸਿੱਧੂ ਕੋਲੇ ਤਾਂ ਬਹੁਤ ਕਾਰਨ ਸੀ ਇੱਥੋਂ ਜਾਣ ਦੇ। ਜਦੋਂ ਮੇਰੇ ਵਾਰੀ ਬਾਰ-ਬਾਰ ਬਿਆਨ ਦਿੱਤੇ ਗਏ ਵੀ ਦੀਪ ਸਿੱਧੂ ਇਸ ਸਟੇਜ ਤੋਂ ਨਹੀਂ ਬੁਲਾਉਣ ਦੇਣਾ, ਬਾਰ-ਬਾਰ ਇਹ ਕਿਹਾ ਗਿਆ ਵੀ ਮੈਂ ਤਾਂ ਇਸ ਸੰਘਰਸ਼ ਨੂੰ ਕਿਸੇ ਹੋਰ ਪਾਸੇ ਲੈ ਕੇ ਗਿਆ ਜਾਂ ਇਹਨੂੰ ਧਾਰਮਿਕ ਰੰਗਤ ਦੇ ਰਿਹਾ, ਮੇਰੇ ਕੋਲੇ ਤਾਂ ਬੜੇ ਕਾਰਨ ਸੀ। ਇਹ ਕਹਿ ਕੇ ਇੱਥੋਂ ਨਿਕਲ ਜਾਂਦਾ ਵੀ ਮੈਂ ਕੀ ਕਰਨਾ ਯਾਰ, ਤੁਸੀਂ ਆਪ ਹੀ ਮੈਨੂੰ ਕੱਢੀ ਜਾਂਦੇ ਹੋ। ਬੈਠਾ ਉੱਥੇ ਫੇਸਬੁੱਕਾਂ ਤੇ ਗੱਲਾਂ ਕਰੀ ਜਾਂਦਾ, ਮੈਂ ਤਾਂ ਉਸੇ ਧਰਾਤਲ ਤੇ ਖੜਾ ਨਾ, ਉਸੇ ਸੰਘਰਸ਼ 'ਚ ਬੈਠਾ ਅੱਜ। ਤੁਸੀਂ ਕੀ ਚਾਹੁੰਦੇ ਹੋ ਫਿਰ? ਚਾਹੁੰਦੇ ਕਿਉਂ? ਵਿਚਲੀ ਕੋਈ ਰਸਤਾ ਚਾਹੁੰਦੇ ਹੋ ਕਿ ਖੇਤੀ ਕਾਨੂੰਨ, ਕਿਉਂਕਿ ਸਰਕਾਰ ਹਾਲੇ ਵਜਿੱਦ ਹੈ ਕਿ ਖੇਤੀ ਕਾਨੂੰਨ ਅਸੀਂ ਰੱਦ ਨਹੀਂ ਕਰਨੇ, ਦੂਜੇ ਪਾਸੇ ਜਥੇਬੰਦੀਆਂ ਕਹਿ ਰਹੇ ਨੇ ਕਿ ਖੇਤੀ ਕਾਨੂੰਨ ਰੱਦ ਕਰਵਾਏ ਤੋਂ ਬਿਨਾਂ ਅਸੀਂ ਜਾਣਾ ਨਹੀਂ ਹੈਗਾ, ਤਾਂ ਕੀ ਹੱਲ? ਦੇਖੋ, ਸੰਗਤ ਇਹ ਚਾਹੁੰਦੀ ਆ ਵੀ ਅਸੀਂ ਰੱਦ ਕਰਾਏ ਬਿਨਾਂ ਨਹੀਂ ਜਾਣਾ, ਤਾਂ ਸੰਗਤ ਦਾ ਹੁਕਮ ਹੀ ਸਿਰ ਮੱਥੇ ਆ। ਮੇਰੀ ਆਪਦੀ ਸਮਝ ਆ ਜਿਹੜੀ ਇੰਡੀਵਿਜੂਅਲਸ ਤਾਂ ਡਿਸੋਲਵ ਹੋ ਜਾਂਦੇ ਆ ਨਾ, ਉਹ ਤਾਂ ਇੱਕ ਆਪਦੀ ਸਮਝ ਆ ਇੱਕ ਬੰਦੇ ਦੀ। ਔਰ ਉਹ ਸਮਝ ਕਿਉਂ ਬਣੀ? ਸਮਝ ਇਸ ਕਰਕੇ ਬਣੀ ਵੀ ਸਾਡੇ ਬੰਦਿਆਂ ਦਾ ਕੋਈ ਨੁਕਸਾਨ ਨਾ ਹੋਵੇ। ਪਰ ਬੰਦੇ ਕਹਿੰਦੇ ਆ ਅਸੀਂ ਤਾਂ ਯਾਰ ਨੁਕਸਾਨ, ਕੁਛ ਸਾਡੇ ਲਈ ਤਾਂ ਜਾਨ ਵੀ ਚਲੀ ਜਾਵੇ, ਇਹ ਨੁਕਸਾਨ ਨਹੀਂ ਆ। ਠੀਕ ਆ, ਫਿਰ ਤੁਹਾਨੂੰ ਸੰਗਤ ਦਾ ਹੁਕਮ ਹੀ ਸਿਰ ਮੱਥੇ ਮੰਨਣਾ ਪਊਗਾ। ਪਰ ਮੈਂ ਤਾਂ ਆਪਦੀ ਇੱਕ ਗੱਲ ਲੈ ਕੇ ਗਿਆ ਸੀ ਨਾ, ਗੱਲ ਆਪਦੀ ਸਮਝ ਦੇ ਆਧਾਰ ਤੇ ਲੈ ਕੇ ਗਿਆ ਸੀ, ਜਿੱਥੇ ਇਸ ਗੱਲ ਤੋਂ ਮੈਂ ਪਰੇ ਹੋ ਗਿਆ ਵੀ ਇਸ ਮੋਰਚੇ ਦੀ ਅਗਵਾਈ ਅਕਾਲ ਪੁਰਖ ਵਾਹਿਗੁਰੂ ਕਰ ਰਹੇ ਆ, ਇਸ ਮੋਰਚੇ ਦੀ ਅਗਵਾਈ ਗੁਰੂ ਸਾਹਿਬ ਕਰ ਰਹੇ ਆਪ। ਤੇ ਕੋਈ ਜਿੰਨੀਆਂ ਮਰਜ਼ੀ ਸਕੀਮਾਂ ਲਾ ਲੇ, ਜਿੰਨੀਆਂ ਮਰਜ਼ੀ ਉਹ ਆਪਦੀਆਂ ਘਾੜਤਾਂ ਘੜ ਲੇ, ਹੋਣਾ ਉਹੀ ਆ ਜੋ ਅਕਾਲ ਪੁਰਖ ਨੇ ਚਾਹਣਾ। ਬਿਲਕੁਲ ਠੀਕ ਹੈ। ਕੁਝ ਖਦਸ਼ੇ ਹੁੰਦੇ ਨੇ, ਖਦਸ਼ੇ ਪ੍ਰਗਟਾਏ ਜਾਂਦੇ ਨੇ, ਜਿਵੇਂ ਤੁਸੀਂ ਖਦਸ਼ੇ ਪ੍ਰਗਟਾਏ ਵੀ ਐਂ ਵੀ ਹੋ ਸਕਦਾ ਏ, ਬਲ ਦਾ ਪ੍ਰਯੋਗ ਹੋ ਸਕਦਾ ਹੈ, ਸਾਹਮਣੇ ਕੁਝ। ਪਰ ਹੁਣ ਤੱਕ ਤਾਂ ਇਹ ਸ਼ਾਂਤਮਈ ਚੱਲ ਰਿਹਾ, ਕਿਤੇ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਤਾਂ ਤੁਸੀਂ ਕਿਉਂ ਕਿਹਾ ਇਹ? ਅਸੀਂ ਨਹੀਂ ਕਰਾਂਗੇ ਬਲ ਦਾ ਪ੍ਰਯੋਗ, ਅਸੀਂ ਤਾਂ ਦੇਖੋ ਸਰਕਾਰ ਕਰੂਗੀ, ਕਰ ਸਕਦੀ ਹੈ, ਪਰ ਹੁਣ ਤੱਕ ਮੈਂ ਕਹਿ ਰਿਹਾ ਕਿ ਸ਼ਾਂਤਮਈ ਹੈ, ਕਿਤੇ ਇਸ ਤਰ੍ਹਾਂ ਦਾ ਕੁਝ ਨਹੀਂ ਦਿਖਿਆ ਹੈਗਾ। ਪਰ ਤੁਸੀਂ ਕਿਹਾ ਵੀ ਨੁਕਸਾਨ ਹੋ ਸਕਦਾ, ਇਹ ਕਿਉਂ? ਨਹੀਂ, ਦੇਖੋ ਨੁਕਸਾਨ ਕਿਸ ਢੰਗ 'ਚ, ਇਹਨੂੰ ਸਮਝਦੇ ਹਾਂ ਆਪਾਂ। ਮੈਂ ਇਹ ਗੱਲ ਕਹੀ ਵੀ ਜੇ ਕੋਈ ਜਾਣ ਬੁੱਝ ਕੇ ਇਹੋ ਜਿਹਾ ਮਾਹੌਲ ਰਚਦਾ ਜਿਹਦੇ ਚੋਂ ਉਹ ਇਹ ਚਾਹੁੰਦਾ ਵੀ ਇੱਥੇ ਬੰਦੇ ਮਰਨ ਹੀ ਮਰਨ। ਤੁਸੀਂ ਲਿਆ ਨਾਮ, ਕਾਮਰੇਡਾਂ ਦਾ ਨਾਮ ਲਿਆ ਤੁਸੀਂ। ਹਾਂਜੀ, ਸੋ ਕਿਉਂਕਿ ਉਹਨਾਂ ਦਾ ਇੱਕ ਸੈੱਟ ਫਾਰਮੂਲਾ ਵੀ ਜਦੋਂ ਤੱਕ ਸਮੂਹਕ ਰਿਪਰੈਸ਼ਨ ਨਹੀਂ ਹੁੰਦਾ, ਸਮੂਹਕ ਕਤਲੇਆਮ ਨਹੀਂ ਹੁੰਦਾ, ਉਦੋਂ ਤੱਕ ਇਨਕਲਾਬ ਨਹੀਂ ਪੈਦਾ ਹੁੰਦਾ। ਇਨਕਲਾਬ ਪੈਦਾ ਹੀ ਸਮੂਹਕ ਕਤਲੇਆਮ 'ਚ ਹੁੰਦਾ। ਇਹਦੀ ਵਰਡਿੰਗ ਹੈ ਇਹ, ਇੱਕ ਉਹਨਾਂ ਦਾ ਫਾਰਮੂਲਾ ਇਹ। ਤੁਸੀਂ ਦੇਖ ਲਓ ਜਿਹੜੇ ਐਕਸਟ੍ਰੀਮ ਲੈਫਟ ਆ ਉਹ ਐਂ ਚੱਲਦੇ ਆ, ਇਹ ਉਹਨਾਂ ਦੇ ਤਾਂ ਘਾੜਤਾਂ ਘੜੀਆਂ ਹੋਈਆਂ ਇਹ। ਪਰ ਸਿੱਖਾਂ ਇਹ ਨਹੀਂ ਹੋ ਸਕਦਾ। ਸਿੱਖ ਕਿਸੇ ਦੀ ਮੌਤ ਤੇ ਆਪਦੀ ਸਿਆਸਤ ਨਹੀਂ ਸਿਰਜ ਸਕਦਾ। ਅਸੀਂ ਕਿਸੇ ਕਤਲੇਆਮ ਤੋਂ ਨਹੀਂ ਡਰਦੇ। ਅਸੀਂ ਅੱਜ ਤੱਕ ਕਿੰਨੇ ਕਤਲੇਆਮ ਝੱਲੇ ਆ, ਬਿਲਕੁਲ, ਹਨਾ, ਪਰ ਅਸੀਂ ਕਿਸੇ ਦਾ ਸ਼ਿਕਾਰ ਵੀ ਨਹੀਂ ਹੋਣਾ। ਸਾਡੇ ਨਾਲ ਇਤਿਹਾਸ 'ਚ ਵਾਪਰੀਆਂ ਇਹ ਗੱਲਾਂ। ਨਨਕਾਣਾ ਸਾਹਿਬ ਦਾ ਸਾਕਾ, ਗੁਰੂ ਤੇ ਸ਼ਹਾਦਤਾਂ ਹੋਈਆਂ। ਗਾਂਧੀ ਆ ਕੇ ਉਸ ਕਨਵੈਨਸ਼ਨ 'ਚ, ਨਨਕਾਣਾ ਸਾਹਿਬ ਪੀਸ ਕਨਵੈਨਸ਼ਨ ਹੁੰਦੀ ਆ ਦਸੰਬਰ 'ਚ ਮੇਰੇ ਖਿਆਲ 1921 'ਚ, ਤੇ ਉਦੋਂ ਆ ਕੇ ਇਹ ਗੱਲ ਕਹਿੰਦਾ ਵੀ ਗੁਰੂ ਦੀਆਂ ਸ਼ਹਾਦਤਾਂ ਨਹੀਂ ਇਹ ਤਾਂ ਸਿਆਸਤ ਦੇ ਲੇਖੇ ਲਾਓ, ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਉਹਦੇ ਲੇਖੇ ਲਾਓ। ਵੀ ਗੁਰੂ ਦੀਆਂ ਸ਼ਹਾਦਤਾਂ, ਉਹਦੇ ਗੁਰੂ ਦੇ ਲਈ ਸ਼ਹਾਦਤਾਂ ਦਿੱਤੀਆਂ, ਕਿਸੇ ਹੋਰ ਪਾਸੇ ਆਪਦੀ ਸਿਆਸਤ ਖੜਨ ਦੇ ਲੇਖੇ ਲਾਤੀਆਂ। ਇਹ ਪਹਿਲਾਂ ਸਾਡੇ ਨਾਲ ਹੁੰਦਾ ਆ ਰਿਹਾ। ਤੇ ਉਸ ਵੇਲੇ ਉਦੋਂ ਬਾਅਦ ਜਿਹੜੀ ਇੱਕ ਸਿੱਖ ਦੀ ਭੂਮਿਕਾ ਹੋਣੀ ਚਾਹੀਦੀ ਹੈ ਜਾਂ ਸਾਡੀ ਆਪਦੀ ਪੰਜਾਬ ਦੀ ਹਸਤੀ ਹੋਣੀ ਚਾਹੀਦੀ ਹੈ, ਉਹਦੇ 'ਚ ਇੱਕ ਬਹੁਤ ਵੱਡੀ ਸ਼ਿਫਟ ਆਈ ਉਸ ਗੱਲ ਤੋਂ ਬਾਅਦ। ਉਦੋਂ ਪਹਿਲਾਂ ਗਾਂਧੀ ਨੇ ਕਦੇ ਆ ਕੇ ਸਾਡੇ 'ਚ ਸ਼ਮੂਲੀਅਤ ਨਹੀਂ ਕੀਤੀ ਸੀ। ਤਾਂ ਸਾਡੇ ਕੋਲੇ ਇਤਿਹਾਸ 'ਚ ਵਰਤਾਰੇ ਪਏ ਆ। ਤੇ ਜਿਨ੍ਹਾਂ ਲੋਕਾਂ ਨੂੰ ਮੈਂ ਹੁਣ, ਇਹ ਸਾਡੇ ਨਾਲ ਖੜੇ ਆ, ਜਿਨ੍ਹਾਂ ਨੂੰ ਇੱਥੇ ਮਿਲਦਾ, ਜਿਹੜੇ ਕਹਿ ਰਹੇ ਆ ਬਾਈ ਤੇਰੇ ਕਰਕੇ ਆਏ ਆ, ਤੁਹਾਡੇ ਕਰਕੇ ਆਏ ਆ, ਤੁਹਾਡੇ ਕਰਕੇ ਆਏ ਆ। ਹਾਂਜੀ, ਸੋ ਉਹਨਾਂ ਬੰਦਿਆਂ ਨੂੰ ਮੈਂ ਹੁਣ, ਜੇ ਕੋਈ ਉਹਨਾਂ ਨੂੰ
ਯੂਜ਼ ਕਰ ਜੇ, ਉਹਨਾਂ ਬੰਦਿਆਂ ਦਾ ਨੁਕਸਾਨ ਕਰਾ ਜੇ ਕਿਸੇ ਢੰਗ 'ਚ, ਇਹ ਕਿਵੇਂ ਸਹਿ ਸਕਦਾ। ਸੋ ਮੈਂ ਆਪਦੀ ਇੱਕ ਗੱਲ ਲੈ ਕੇ ਗਿਆ ਸੀ। ਸੋ ਇਸ ਸਮਝਿਆ ਗਿਆ ਇਸ ਗੱਲ ਬਾਈ ਜੀ ਇੱਕ ਮਿੰਟ ਇੱਧਰ ਆਓ। ਸਰੋਪਾ ਗਲ 'ਚ ਪਾ ਕੇ ਹੀ ਮੈਂ ਇਹਦੀ ਇੱਕ ਮਿੰਟ ਸਰੋਪਾ ਗਲ, ਇੱਧਰ ਆ ਜਾਓ ਤੁਸੀਂ, ਨਹੀਂ ਇੱਧਰ ਆ ਜਾਓ, ਇੱਧਰ ਆ ਜਾਓ, ਆ ਜਾਓ ਤੁਸੀਂ ਨਾ। ਆਪਾਂ ਨੂੰ ਨਾ ਕਈ ਵਾਰੀ ਬਹੁਤ ਗੱਲਾਂ ਆਪਾਂ ਕਿਸੇ ਹੋਰ ਢੰਗ 'ਚ ਸੋਚਣ ਲੱਗ ਜਾਂਦੇ ਆ। ਤੁਸੀਂ ਸਾਹਮਣੇ ਆਓ, ਸਾਹਮਣੇ ਆਓ, ਕੋਈ ਨਹੀਂ ਬਾਈ, ਕੋਈ ਨਹੀਂ, ਸੋਹਣਾ ਨਹੀਂ, ਤੁਸੀਂ ਸੋਹਣੇ ਕਰਕੇ ਨਹੀਂ ਕਿਹਾ, ਤੁਸੀਂ ਇਸ ਕਰਕੇ ਕਿਹਾ ਵੀ ਗਲ 'ਚ ਪਾ, ਇਹ ਹੱਥ 'ਚ ਨਹੀਂ ਫੜਿਆ ਜਾਂਦਾ ਹੁੰਦਾ। ਉਹ ਗਲ 'ਚ ਪਾਏ ਆ ਜਿਨ੍ਹਾਂ ਨੇ ਸਰੋਪੇ ਸਾਡੇ ਨਾਲ ਬਹੁਤ ਕੁਝ ਕਰ ਗਏ। ਆਪਾਂ ਇਹਨਾਂ ਛੋਟੀਆਂ ਗੱਲਾਂ ਤੇ ਨਾ ਧਿਆਨ ਦਿਆ ਕਰੀਏ, ਹਨਾ। ਤੇ ਪਲੀਜ਼ ਆਪਾਂ ਇੱਕ ਦੂਜੇ ਨੂੰ ਥੋੜਾ ਜਿਹਾ ਉਸ ਢੰਗ ਨਾਲ ਸਪੋਰਟ ਕਰੀਏ ਵੀ ਅਸੀਂ ਇੱਕ ਦੂਜੇ ਦੇ ਹੀ ਆ, ਅਸੀਂ ਇੱਕ ਦੂਜੇ ਤੋਂ ਵੱਖ ਨਹੀਂ ਆ, ਇੱਕ ਦੂਜੇ ਤੋਂ ਵੱਖ ਨਹੀਂ ਆ। ਸੋ ਪਲੀਜ਼ ਇਹ ਕੋਈ ਗੱਲ ਨਹੀਂ ਆ ਵੀ ਆਪਾਂ ਇਹਨਾਂ ਨੂੰ ਕੰਟੀਨਿਊ ਕਰਦੇ ਆ। ਹੁਣ ਜਿੱਥੇ ਗੱਲ ਖੜੀ ਹੈ, ਇੱਕ ਡੈਡ ਲੌਕ ਤੇ ਗੱਲ ਖੜ ਗਈ ਹੈ ਇਸ ਵੇਲੇ ਦੀਪ ਸਿੱਧੂ ਜੀ, ਕਿ ਇੱਕ ਪਾਸੇ ਆਪਾਂ ਫੇਰ ਉਸੇ ਗੱਲ ਤੇ ਆ ਜਾਈਏ ਤਾਂ ਕਿਸਾਨ ਜਥੇਬੰਦੀਆਂ ਹੁਣ ਕਹਿ ਰਹੇ ਨੇ ਗੱਲਬਾਤ ਹਾਲੇ ਨਹੀਂ ਕਰਾਂਗੇ ਜਦ ਤੱਕ ਕੋਈ ਵੱਡਾ ਪ੍ਰਪੋਜ਼ਲ ਜਾਂ ਖੇਤੀ ਕਾਨੂੰਨ ਰੱਦ ਕਰਨ ਬਾਰੇ ਸਰਕਾਰ ਨਹੀਂ ਕਹਿੰਦੀ। ਤਾਂ ਹੁਣ ਅੱਗੇ ਦੀ ਰਣਨੀਤੀ ਇਹ ਬਣਾਈ ਗਈ ਹੈ ਕਿ ਸਾਰੇ ਦੇਸ਼ ਦੇ ਵਿੱਚ ਮੁਜ਼ਾਹਰੇ ਹੋਣਗੇ, ਜਾਂ ਹੁਣ ਦਿੱਲੀ ਜੈਪੁਰ ਹਾਈਵੇ ਜਿਹੜਾ ਉਹ ਵੀ ਘੇਰਿਆ ਜਾਊਗਾ, ਜਾਂ ਹੋਰ ਹਾਈਵੇ ਘੇਰੇ ਜਾਣਗੇ। ਇਹ ਰਣਨੀਤੀ ਨੂੰ ਤੁਸੀਂ ਕਿਵੇਂ ਦੇਖਦੇ? ਦੇਖੋ, ਰਣਨੀਤੀ ਅੱਜ ਤੱਕ ਜੋ ਕਿਸਾਨ ਜਥੇਬੰਦੀਆਂ ਹੁਣ ਕਰ ਰਹੀਆਂ ਉਹ ਤਾਂ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰ ਰਹੀਆਂ, ਲੋਕਾਂ ਦੇ ਹਿੱਤਾਂ ਦੀ ਰਾਖੀ ਕਰ ਰਹੀਆਂ, ਤੇ ਉੱਥੋਂ ਭੱਜ ਹੀ ਨਹੀਂ ਸਕਦੀਆਂ। ਕਿਉਂਕਿ ਹੁਣ ਤਾਂ ਲੋਕ ਇਹ ਜਾਣ ਚੁੱਕੇ ਆ ਵੀ ਸਾਡਾ ਟੀਚਾ ਕੀ ਆ, ਸਾਡੇ ਹਿੱਤ ਕੀ ਆ। ਇਸ ਗੱਲ ਤੋਂ ਕੋਈ ਵੀ ਬੰਦਾ ਮਾੜਾ ਮੋਟਾ ਵੀ ਪਾਸੇ ਹੁੰਦਾ, ਉਹ ਇੱਥੇ ਮਨਜ਼ੂਰ ਹੀ ਨਹੀਂ ਆ। ਉਸ ਗੱਲ ਨੂੰ ਜਮਾਂ ਹੀ ਨਕਾਰ ਦਿੱਤਾ ਜਾਂਦਾ। ਕੱਲ ਆ ਕੇ ਮੈਂ ਗੱਲ ਹੀ ਰੱਖੀ, ਤੁਸੀਂ ਉਹਦਾ ਰਿਐਕਸ਼ਨ ਦੇਖੋ। ਹਾਂ ਬਿਲਕੁਲ, ਹਨਾ। ਸੋ ਉਸ ਰਿਐਕਸ਼ਨ ਨਾਲ ਕਹਿੰਦੇ ਦੀਪ ਸਿੱਧੂ ਨੇ ਢੈਂ ਦੀ ਗੱਲ ਕਰਤੀ, ਮਤਲਬ ਢੈਂ ਦੀ ਕਲਾ ਵਾਲੀ ਗੱਲ ਕੀਤੀ। ਹਾਲਾਂਕਿ ਮੈਨੂੰ ਪੋਲੀਟੀਕਲ ਡਿਪਲੋਮੈਸੀ ਨੂੰ ਜਦੋਂ ਆਪਾਂ ਗੱਲ ਦੇਖਦੇ ਆ, ਉਹ ਪੋਲੀਟੀਕਲ ਡਿਪਲੋਮੈਸੀ 'ਚ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਜਿਵੇਂ ਗੱਲਾਂ ਸਿਖਾਈਆਂ ਵੀ ਅਸੀਂ ਨਿਰਭਉ ਤੇ ਨਿਰਵੈਰ ਆ। ਦੇਖੋ ਤੁਸੀਂ ਕਿੱਡੀ ਵੱਡੀ ਗੱਲ ਆ, ਔਰ ਅਸੀਂ ਉਸ ਸੰਦਰਭ 'ਚ ਨਹੀਂ ਦੇਖ ਰਹੇ, ਪਰ ਗੱਲ ਨੂੰ ਸਮਝੀਏ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਔਰੰਗਜ਼ੇਬ ਨੇ ਕੀਤੀ, ਤੇ ਗੁਰੂ ਸਾਹਿਬ ਉਹਨੂੰ ਜ਼ਫਰਨਾਮਾ ਲਿਖਦੇ ਆ। ਕਿਉਂ? ਔਰ ਉਹਦੇ ਬੇਟੇ ਨੂੰ ਤਖਤ ਲੈਣ 'ਚ ਸਹਾਇਤਾ ਦਿੰਦੇ ਆ। ਕਿਉਂ? ਕਿਉਂਕਿ ਗੁਰੂ ਸਾਹਿਬ ਨੂੰ ਇਹ ਪਤਾ ਸੀ ਵੀ ਮੇਰੀ ਕੌਮ ਦੇ, ਮੇਰੇ ਸਿੱਖਾਂ ਦੇ ਹਿੱਤ ਕਿੱਥੇ ਪਏ ਆ, ਉਹਨਾਂ ਦੀ ਰਾਖੀ ਕਰਨੀ ਸਭ ਤੋਂ ਜ਼ਿਆਦਾ ਜ਼ਰੂਰੀ ਆ। ਤੇ ਸੰਗਤ ਦਾ ਫੈਸਲਾ ਉਹ ਹਮੇਸ਼ਾ ਗੁਰੂ ਸਾਹਿਬ ਆਪ ਹੀ ਕਹਿੰਦੇ ਹੁੰਦੇ ਸੀ, ਸੰਗਤ ਮੇਰਾ ਰੂਪ ਹੈ ਖਾਸ, ਸੰਗਤ ਮੈਂ ਹੋ ਕਰੋ ਨਿਵਾਸ। ਸੋ ਸੰਗਤ ਦਾ ਜੋ ਕਿਹਾ ਗਈ ਗੱਲ ਆ ਉਹ ਤਾਂ ਸਿਰ ਮੱਥੇ ਹੀ ਆ। ਅੱਜ ਸੰਗਤ ਜੋ ਤਰਜਮਾਨੀ ਕਰਦੀ ਆ ਉਹ ਸਿਰ ਮੱਥੇ ਆ। ਹੁਣ ਬਿਆਨਬਾਜ਼ੀ ਨੂੰ ਲੈ ਕੇ ਗੱਲਬਾਤ ਹੁੰਦੀ ਹੈ ਕਿ ਜਿਹੜੀ ਬਿਆਨਬਾਜ਼ੀ ਹੁੰਦੀ ਹੈ, ਬਹੁਤ ਸਾਰੇ ਲੋਕ ਜਿਹੜੇ ਇੱਥੇ ਆਉਂਦੇ ਨੇ ਆਪਣੇ ਤੌਰ ਤੇ, ਲੀਡਰ ਆਪਣੇ ਤੌਰ ਤੇ ਬਿਆਨਬਾਜ਼ੀ ਕਰਦੇ ਨੇ ਕਿ ਜਿਵੇਂ ਕਹਿੰਦੇ ਨੇ ਕਿ ਅਸੀਂ ਜਾਂ ਖੇਤੀ ਕਾਨੂੰਨ ਰੱਦ ਕਰਾਵਾਂਗੇ, ਜਾਂ ਸਾਡੀਆਂ ਲਾਸ਼ਾਂ ਵਾਪਸ ਜਾਣਗੀਆਂ, ਜਾਂ ਉਹ ਗੋਲੀਆਂ ਚਲਾ ਲੈਣ, ਜਾਂ ਸਾਨੂੰ ਖੇਤੀ ਕਾਨੂੰਨ ਵਾਪਸ ਕਰ ਦੇਣ, ਜਾਂ ਜਿਹੜੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਆ ਉਹ ਕਿਵੇਂ ਦੇਖਦੇ ਹੋ? ਨਹੀਂ ਦੇਖੋ, ਜੇ ਬਿਆਨਬਾਜ਼ੀ ਤੇ ਹੀ ਮੈਨੂੰ ਪ੍ਰੋਬਲਮ ਸੀ ਵੀ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਜਾਂ ਤਾਂ ਕਾਨੂੰਨ ਰੱਦ ਕਰੋ ਜਾਂ ਗੋਲੀ। ਹਾਂ ਬਿਲਕੁਲ, ਹਨਾ। ਐਡੇ ਵੱਡੇ ਇਤਿਹਾਸਕ ਵਰਤਾਰੇ ਨੂੰ ਇਸ ਢੰਗ ਨਾਲ ਉਹਦੀ ਤਰਜਮਾਨੀ ਕੀਤੀ ਜਾਵੇ, ਇਹ ਚੰਗੀ ਗੱਲ ਨਹੀਂ ਆ। ਉਹਦੀ ਤਰਜਮਾਨੀ ਬਹੁਤ ਹੀ ਵਿਆਪਕ ਤੇ ਬੜੇ ਅਸੀਂ ਬੌਧਿਕ ਲੈਵਲ ਤੇ ਬੜੇ ਚੰਗੇ ਢੰਗ ਨਾਲ ਕੀਤੀ ਜਾਣੀ ਚਾਹੀਦੀ ਆ। ਔਰ ਇਹਦੀ ਤਰਜਮਾਨੀ ਜੇ ਅਸੀਂ ਇਸ ਢੰਗ ਨਾਲ ਕਰਾਂਗੇ ਤੇ ਇਹ ਗੱਲ ਸਾਡੀ ਸੰਗਤ 'ਚ ਫੈਲਾਵਾਂਗੇ, ਫਿਰ ਲੋਕ ਤਾਂ ਬਾਈ ਸੱਚੀ ਭੋਲੇ ਹੁੰਦੇ ਆ। ਲੋਕਾਂ ਨੂੰ ਰਾਜਨੀਤੀ ਜਿਹੜੀ ਅੱਗੇ ਹੋ ਰਿਹਾ ਹੁੰਦਾ ਉਹੀ ਰਾਜਨੀਤੀ ਲੱਗਦੀ ਆ, ਪਰ ਰਾਜਨੀਤੀ ਜੋ ਪਿੱਛੇ ਹੋ ਰਿਹਾ ਹੁੰਦਾ ਉਹ ਹੁੰਦੀ ਆ। ਸੋ ਜੋ ਪਿੱਛੇ ਗੱਲ ਵਾਪਰ ਰਹੀ ਆ ਉੱਥੋਂ ਹੀ ਬਹੁਤ ਗੱਲਾਂ ਮੇਰੇ ਤੱਕ ਪਹੁੰਚੀਆਂ ਸੀ। ਔਰ ਜੇ ਮੇਰੀ ਵਫਾਦਾਰੀ ਲੋਕਾਂ ਤੱਕ ਆ ਨਾ, ਤੇ ਉਹ ਵਫਾਦਾਰੀ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਮੈਂ ਬਿਨਾਂ ਕਿਸੇ ਡਰ ਤੋਂ ਆਪਦੀ ਗੱਲ ਲੈ ਜਾਣਾ। ਤੁਸੀਂ ਇਹ ਦੇਖਦੇ ਨਹੀਂ ਕਿ ਮੇਰਾ ਨੁਕਸਾਨ ਹੋਊਗਾ, ਇਹਦੇ ਵਿੱਚ ਫਾਇਦਾ ਹੋਊਗਾ, ਕੀ ਹੋਊਗਾ? ਤੁਸੀਂ ਕਿਹਾ ਵੀ ਗੱਲ ਲੋਕਾਂ ਤੱਕ ਜਾਣੀ ਚਾਹੀਦੀ ਪਰ ਉਹਦੇ ਤੇ ਤੁਹਾਡੇ ਤੇ ਸਵਾਲ ਹੋ ਗਏ ਕਿ ਕਿਉਂ ਇਹ ਗੱਲ ਕਹੀ ਗਈ ਦੀਪ ਸਿੱਧੂ ਦੇ ਵੱਲੋਂ? ਸ਼ਾਇਦ ਕੋਈ ਢਾਹ ਨਾ ਲੱਗ ਜਵੇ ਅੰਦੋਲਨ ਨੂੰ, ਸ਼ਾਇਦ ਕੋਈ ਨੁਕਸਾਨ ਨਾ ਹੋ ਜਵੇ ਅੰਦੋਲਨ ਦਾ। ਹਾਂ, ਨਹੀਂ ਇਹ ਵੀ ਗੱਲ ਸਹੀ ਆ। ਕਿਉਂਕਿ ਜਦੋਂ ਜਿੱਥੇ ਅਸੀਂ ਖੜੇ ਆ ਅੱਜ, ਉੱਥੇ ਤਾਂ ਚੜ੍ਹਦੀ ਕਲਾ ਦੀ ਗੱਲ ਹੋਣੀ ਚਾਹੀਦੀ ਆ। ਜੇ ਕਿਸੇ ਨੂੰ ਇਹ ਲੱਗਦਾ ਕੋਈ ਵੀ ਬੰਦਾ ਜਾਂ ਮੈਂ ਢਹਿੰਦੀ ਕਲਾ ਵਾਲੀ ਗੱਲ ਕੀਤੀ ਆ ਤਾਂ ਦਿਲ ਤਾਂ ਦੁਖਣਗੇ, ਦਿਲ ਤਾਂ ਟੁੱਟਣਗੇ। ਤੁਹਾਡੇ ਸਾਥੀਆਂ ਨੇ ਕਹਿ ਦਿੱਤਾ ਕਿ ਉਹੀ ਫੇਰ RSS ਦਾ, ਅੰਬਾਨੀਆਂ ਦਾ, ਅੰਡਾਨੀਆਂ ਦਾ, ਇਦਾਂ ਏਜੰਸੀਆਂ ਦਾ, ਜਦ ਨਾਲ ਦੀ ਨਾਲ ਬਿਆਨਬਾਜ਼ੀ ਸ਼ੁਰੂ ਹੋ ਜਾਂਦੀ। ਨਹੀਂ, ਇਹ ਵੀ ਗੱਲ ਮੈਂ ਤੁਹਾਨੂੰ ਦੱਸਦਾ। ਹੁਣ ਜਿਨ੍ਹਾਂ ਨੇ ਇਮੀਡੀਏਟਲੀ ਇਹਦੇ ਤੇ ਇਹੋ ਜਿਹੀ ਪ੍ਰਤੀਕਿਰਿਆ ਦਿੱਤੀ ਆ, ਉਹਨਾਂ ਨੂੰ ਮੈਨੂੰ ਲੱਗਦਾ ਇੱਕ ਵਾਰੀ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਵੀ ਪਿੱਛੇ ਸਾਡੇ
ਬਹੁਤ ਲੰਬਾ ਇੱਕ ਸਫ਼ਰ ਪਿਆ। ਉਹ ਸਫ਼ਰ 'ਚ ਵਾਰ-ਵਾਰ ਇਹ ਗੱਲ ਸਿੱਧ ਹੁੰਦੀ ਰਹੀ ਆ ਵੀ ਜਦੋਂ ਦੀਪ ਸਿੱਧੂ ਖੜਾ ਤਾਂ ਪੰਜਾਬ ਦੇ ਹਿੱਤ 'ਚ ਹੀ ਖੜਾ, ਹੱਕਾਂ ਖਾਤਰ ਹੀ ਲੜਦੇ ਆ ਰਹੇ ਆ। ਤੇ ਦੀਪ ਸਿੱਧੂ ਨੇ ਉਹ ਬਿਰਤਾਂਤ ਜਾਂ ਉਹ ਨੈਰੇਟਿਵ ਖੜਾ ਕੀਤਾ ਜਿਹੜਾ ਕਦੇ ਕਿਸਾਨ ਜਥੇਬੰਦੀਆਂ ਦੇ ਸਟੇਜ ਤੋਂ ਖੜਾ ਨਹੀਂ ਹੋਇਆ ਸੀ। ਜੇ ਵੱਧ ਅਧਿਕਾਰਾਂ ਦੀ ਗੱਲ ਕਰਨ ਲੱਗੇ ਆ ਤਾਂ ਉਹ ਸ਼ੰਭੂ ਮੋਰਚੇ ਤੋਂ ਕਰਨ ਲੱਗੇ ਆ, ਜੇ ਅਸੀਂ ਖੁਦਮੁਖਤਿਆਰੀ ਦੀ ਗੱਲ ਕਰਨ ਲੱਗੇ ਆ ਤਾਂ ਉਹ ਸ਼ੰਭੂ ਮੋਰਚੇ 'ਚ ਕਰਨ ਲੱਗੇ ਆ। ਇਹ ਤਾਂ ਕਦੇ ਸਾਡੇ ਸੈਂਟਰ ਦੇ ਜਿਹੜੇ ਸਰਕਾਰ ਆ ਜਾਂ RSS BJP ਆ ਉਹਨਾਂ ਨੂੰ ਕਦੇ ਵੀ ਮਨਜ਼ੂਰ ਨਹੀਂ ਹੋ ਵੀ ਇਹ ਗੱਲਾਂ ਹੋਣ। ਜੇ ਤੁਸੀਂ ਪੋਲਿਟਿਕਸ ਨੂੰ ਸਮਝਦੇ ਆ ਤਾਂ ਤੇ ਫਿਰ ਤੁਸੀਂ ਉਹ ਪਿੱਛੇ ਜਿਹੜਾ ਟੋਟੈਲਿਟੀ 'ਚ ਗੱਲ ਨੂੰ ਨਹੀਂ ਦੇਖਦੇ, ਕਿਸੇ ਇੱਕ ਸਟੇਟਮੈਂਟ ਤੋਂ ਉਹ ਕਿਉਂ ਕਹੀ ਗਈ ਇਹ ਸਮਝਣ ਦੀ ਗੱਲ ਨਹੀਂ ਕਰਦੇ, ਪਰ ਤੁਸੀਂ ਸਿੱਧਾ ਜਾ ਕੇ ਟੈਗ ਲਾ ਦਿੰਦੇ ਹੋ। ਤਾਂ ਇੱਥੇ ਤਾਂ ਤੁਹਾਡੀ ਸੁਹਿਰਦਤਾ ਤੇ ਸ਼ੱਕ ਹੁੰਦਾ। ਦੀਪ ਸਿੱਧੂ ਜੀ, ਬਾਰ-ਬਾਰ ਤੁਹਾਨੂੰ ਕੀ ਲੱਗਦਾ, ਵੈਸੇ ਤਾਂ ਪਹਿਲਾਂ ਵੀ ਸਵਾਲ ਦਾ ਜਵਾਬ ਤੁਸੀਂ ਦਿੱਤਾ ਹੋਣਾ, ਪਰ ਸਟੇਜ ਤੋਂ ਇਹ ਕਹਿਣਾ ਕਿ ਤੁਸੀਂ ਸਟੇਜ ਤੇ ਨੇੜੇ ਵੀ ਨਾ ਆਓ, ਸਟੇਜ ਤੇ ਸੰਬੋਧਨ ਨਾ ਕਰੋ, ਮਤਾ ਪਾ ਦੇਣਾ, ਤੁਹਾਤੋਂ ਕਿਸਾਨ ਜਥੇਬੰਦੀਆਂ ਇੰਨਾ ਖਫਾ ਕਿਉਂ ਨੇ, ਨਾਰਾਜ਼ ਕਿਉਂ ਨੇ, ਵੱਖ ਕਿਉਂ ਕਰਕੇ ਚੱਲਦੀਆਂ ਨੇ? ਇਹ ਤਾਂ ਹੁਣ ਉਹਨਾਂ ਤੋਂ ਪੁੱਛੋ ਖਫਾ ਕਿਉਂ ਆ। ਕਿਉਂਕਿ ਮੇਰੇ 'ਚ ਵੀ ਇਹ ਗੱਲ ਆ ਵੀ ਮੇਰੇ ਤੋਂ ਸੱਚ ਬਿਆਨ ਕੀਤੇ ਬਿਨਾ ਨਹੀਂ ਰਿਹਾ ਜਾਂਦਾ। ਇਹ ਸੁਭਾਅ ਹੁੰਦਾ ਬੰਦੇ ਦਾ, ਤੇ ਉਹਨਾਂ ਨੂੰ ਲੱਗਦਾ ਵੀ ਹੋ ਸਕਦਾ ਇਹਦਾ ਟਾਈਮ ਹੁੰਦਾ ਵੀ ਕਦੋਂ ਜਾ ਕੇ ਤੁਸੀਂ ਗੱਲ ਦੱਸਣੀ ਆ, ਹਨਾ। ਤੇ ਇਹੀ ਗੱਲ ਆ ਵੀ ਬਾਕੀ ਜਦੋਂ ਉਹਨਾਂ ਨੇ ਇਹ ਗੱਲ ਕਹੀ ਵੀ ਤੁਸੀਂ ਸਟੇਜ ਦੇ ਨੇੜੇ ਤੇੜੇ ਨਾ ਆਓ, ਤਾਂ ਮੈਂ ਤਾਂ ਹਮੇਸ਼ਾ ਹੀ ਕਿਹਾ ਸਿਰ ਮੱਥੇ, ਮੈਂ ਬੋਲਣ ਥੋੜੀ ਆਇਆ। ਕੁਝ ਜਥੇਬੰਦੀਆਂ ਦੇ ਆਗੂਆਂ ਨਾਲ ਗੱਲ ਹੋਈ ਤਾਂ ਉਹ ਕਹਿੰਦੇ ਦੀਪ ਸਿੱਧੂ ਕਹਿੰਦੇ ਸੀਗੇ ਕਿ ਮੈਂ ਅਗਵਾਈ ਕਰਦਾ, ਜਥੇਬੰਦੀਆਂ ਮੇਰੇ ਨਾਲ ਮਤਲਬ ਪਿੱਛੇ ਚੱਲਣ, ਮੇਰੇ ਨਾਲ ਚੱਲਣ, ਇਸ ਤਰ੍ਹਾਂ ਦੀ ਗੱਲ ਹੋਈ? ਨਹੀਂ, ਇਹ ਕਦੋਂ ਹੋਈ ਆ? ਇਹ ਤਾਂ ਕਦੇ ਵੀ ਨਹੀਂ ਹੋ ਸਕਦੀ ਵੀ ਮੈਂ ਅਗਵਾਈ ਕਰਦਾ ਤੇ ਜਥੇਬੰਦੀਆਂ ਮੇਰੇ ਨਾਲ ਚੱਲਣ। ਮੈਂ ਹਮੇਸ਼ਾ ਹੀ ਇਹ ਕਹਿੰਦਾ ਰਿਹਾ, ਐਡੀ ਵੱਡੀ ਲਾਮਬੰਦੀ ਆ ਜਿਹੜੀ ਪੰਜਾਬ 'ਚ ਪਹਿਲਾਂ ਰਾਮਬੰਦੀ ਹੋਈ ਤੇ ਅਸੀਂ ਤਿਆਰ ਹੋਏ, ਇਹ ਉਹਨਾਂ ਦੇ ਕੈਡਰ ਤੋਂ ਬਿਨਾਂ ਹੋ ਹੀ ਨਹੀਂ ਸਕਦੀ ਸੀ। ਮੇਰੀ ਕੋਈ ਆਰਗੇਨਾਈਜੇਸ਼ਨ ਥੋੜੀ ਆ, ਮੈਂ ਕੋਈ ਇੱਕ ਇਹ ਥੋੜੀ ਆ ਵੀ ਮੈਂ ਬਹੁਤ ਲੰਬੇ ਸਮੇਂ ਤੋਂ ਇੱਕ ਕੋਈ ਆਪਦੀ ਪੋਲੀਟੀਕਲ ਪਾਰਟੀ ਚਲਾ ਰਿਹਾ ਜਾਂ ਕੋਈ ਆਰਗੇਨਾਈਜੇਸ਼ਨ ਚਲਾ ਰਿਹਾ। ਮੈਂ ਤਾਂ ਇੱਕ ਇੰਡੀਵਿਜੂਅਲ ਬੰਦਾ ਹੀ ਆ ਨਾ। ਸੋ ਜਿਹਨੇ ਜਜ਼ਬਾਤਾਂ ਦੇ ਆਧਾਰ ਤੇ ਇੱਕ ਮੋਰਚਾ ਵਿੱਢ ਲਿਆ ਤੇ ਮੋਰਚੇ 'ਚੋਂ ਗੱਲਾਂ ਉਹ ਕੀਤੀਆਂ ਜਿਹੜੀਆਂ ਪੰਜਾਬ ਦੇ ਹੱਕਾਂ ਖਾਤਰ ਹੋਣੀਆਂ ਚਾਹੀਦੀਆਂ। ਹੁਣ ਵੀ ਤੁਸੀਂ ਕਹਿੰਦੇ ਉਹੀ ਗੱਲ ਕਿ ਖੇਤੀ ਕਾਨੂੰਨ ਦੇ ਨਾਲ ਹੋਰ ਵੀ ਚੀਜ਼ਾਂ ਦੀ ਗੱਲ ਹੋਣੀ ਚਾਹੀਦੀ ਹੈ, ਜਿਵੇਂ ਹਮੇਸ਼ਾ ਤੁਸੀਂ ਕਹਿੰਦੇ ਰਹੇ ਹੋ ਕਿ ਪੰਜਾਬ ਦੀ ਹੋਂਦ ਦੀ ਲੜਾਈ ਹੈ, ਪੰਜਾਬ ਦੇ ਹੱਕਾਂ ਦੀ ਲੜਾਈ ਹੈ, ਜਾਂ ਸਿਰਫ ਕਿਉਂਕਿ ਹਮੇਸ਼ਾ ਤੁਸੀਂ ਇਹ ਗੱਲ ਵੀ ਕਹੀ ਹੈ ਕਿ ਜਿਹੜਾ ਪਹਿਲਾਂ ਸਟਰਕਚਰ ਇੱਕ ਚੱਲ ਰਿਹਾ, APMC ਐਕਟ ਚੱਲ ਰਿਹਾ, MSP ਚੱਲ ਰਿਹਾ, ਉਹਨੇ ਵੀ ਸਾਨੂੰ ਖੁਦਕੁਸ਼ੀਆਂ ਜਾਂ ਕਰਜ਼ਾਨੀ ਕਰਜ਼ਾ ਸਾਰਾ ਕੁਝ ਉਹੀ ਦਿੱਤਾ। ਜੇ ਅਸੀਂ ਆਹ ਸਟਰਕਚਰ ਜਿਹੜਾ ਨਵਾਂ ਆਇਆ ਇਹਨੂੰ ਭੰਗ ਕਰਾ ਕੇ ਉਹ ਲਾ ਵੀ ਲੈਂਦੇ ਆ, ਫਿਰ ਵੀ ਬਹੁਤ ਵੱਡਾ ਹੱਲ ਸਾਡੇ ਕੋਲ ਹੈ ਨਹੀਂ। ਪਰ ਇਹ ਦੇਖੋ ਤੁਸੀਂ, ਸਾਡੀ ਲੜਾਈ ਬਹੁਤ ਲੰਬੀ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਹਜੇ ਤਾਂ ਸ਼ੁਰੂਆਤ ਆ। ਤੇ ਇਹ ਜਜ਼ਬਾ ਜਿਹੜਾ ਉਭਾਰ ਪ੍ਰਗਟ ਹੋਇਆ ਇਹਨੇ, ਜਾਂ ਇਹ ਨੌਜਵਾਨੀ ਨੇ ਜੋ ਕਰਕੇ ਦਿਖਾਇਆ, ਰਾਤੋਂ ਰਾਤ ਜ਼ੀਰੋ ਤੋਂ ਹੀਰੋ ਬਣੇ ਆ, ਇਹਨਾਂ ਨੇ ਹਜੇ ਹੋਰ ਬਹੁਤ ਲੜਾਈਆਂ ਲੜਨੀਆਂ ਪੰਜਾਬ ਦੇ ਹੱਕਾਂ ਖਾਤਰ। ਅੱਜ ਅਸੀਂ ਇੱਥੇ ਆਏ ਆ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਖਾਤਰ। ਅੱਜ ਤਾਂ ਅਸੀਂ ਇਹੀ ਲੜਾਈ ਲੜਨਾ ਹੈ ਨਾ। ਜੇ ਅੱਜ ਅਸੀਂ ਕਹਿ ਦਈਏ ਵੀ ਇੱਥੋਂ ਅਸੀਂ ਖੁਦਮੁਖਤਿਆਰੀ ਮੰਗਣ ਲੱਗ ਜਾਈਏ, ਫਿਰ ਤਾਂ ਗੱਲ ਨਹੀਂ ਨਾ ਬਣਨੀ। ਪਰ ਜੜ ਕਿੱਥੇ ਪਈ ਆ? ਜਿਹੜੇ ਵਾਰ-ਵਾਰ ਸਾਡੇ ਤੇ ਨਵੇਂ ਕਾਨੂੰਨ ਆਉਣੇ, ਵਾਰ-ਵਾਰ ਸਾਨੂੰ ਉਹਨਾਂ ਕਾਨੂੰਨਾਂ ਨੂੰ ਲਾਗੂ ਕੀਤਾ ਜਾਣਾ ਸਾਡੇ ਤੇ, ਜਿਹੜੇ ਪੰਜਾਬ ਪੱਖੀ ਨਹੀਂ ਆ, ਉਹ ਜੜ ਉੱਥੇ ਹੀ ਪਈ ਆ ਵੀ ਪਾਲਿਸੀ ਮੇਕਿੰਗ ਡਿਸੀਜਨਸ ਆ ਜਿਹੜੇ ਉਹ ਸਾਰੇ ਸੈਂਟਰ ਕੋਲੇ ਆ, ਸੂਬਾ ਸਰਕਾਰ ਕੋਲੇ ਤਾਂ ਕੁਝ ਵੀ ਨਹੀਂ ਆ। ਇਹ ਤਾਂ ਸਾਨੂੰ ਪਿਛਲੇ ਦਿਨਾਂ 'ਚ ਕਲੀਅਰ ਹੋ ਗਿਆ। ਸੋ ਜਦੋਂ ਤੱਕ ਅਸੀਂ ਉਹ ਜੜ ਨੂੰ ਨਹੀਂ ਪੱਟਾਂਗੇ, ਜਦੋਂ ਤੱਕ ਸਟੇਟ ਸੈਂਟਰ ਰਿਲੇਸ਼ਨਸ਼ਿਪ ਨੂੰ ਰੀਡਿਫਾਈਨ ਨਹੀਂ ਕਰਾਂਗੇ, ਜਿਹਨੂੰ ਫੈਡਰਲ ਸਟਰਕਚਰ ਕਿਹਾ ਜਾਂਦਾ ਜਾਂ ਖੁਦਮੁਖਤਿਆਰੀ ਕਿਹਾ ਜਾਂਦਾ, ਉਦੋਂ ਤੱਕ ਅਸੀਂ ਇਹਨਾਂ ਹਾਲਾਤਾਂ ਨਾਲ ਜੂਝਦੇ ਰਹਾਂਗੇ। ਸੋ ਇਹ ਲੜਾਈ ਤਾਂ ਆਪਾਂ ਲੜਾਂਗੇ, ਤਾਂ ਹੀ ਤਾਂ ਬੰਦੇ ਬੇਸ਼ਕੀਮਤੀ ਆ। ਠੀਕ ਹੈ, ਤੁਸੀਂ ਬਹੁਤ ਵਾਰ ਕਿਹਾ ਇਹ ਗੱਲ, ਪਰ ਤੁਸੀਂ ਸ਼ਾਇਦ ਜਦੋਂ ਤੁਸੀਂ ਗੱਲ ਕਰਦੇ ਹੋ, ਜਿਵੇਂ ਤੁਸੀਂ ਪਿਛਲੇ ਸਮੇਂ 'ਚ ਗੱਲ ਕਰਦੇ ਰਹੇ ਕਿ ਐਮਰਜੈਂਸੀ ਲੱਗ ਸਕਦੀ ਹੈ, ਤੁਸੀਂ ਇਹ ਗੱਲ ਕਰਦੇ ਰਹੇ, ਤਾਂ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ, ਤੁਸੀਂ ਬਹੁਤ ਜ਼ਿਆਦਾ ਓਵਰ ਗੱਲ ਕਰ ਜਾਂਦੇ ਹੋ। ਹੁਣ ਵੀ ਜਿਹੜੀ ਗੱਲ ਕੱਲ ਵਾਲੀ ਵੀ ਸੀਗੀ ਕਿ ਤੁਸੀਂ ਕਿਹਾ, ਕਿਉਂਕਿ ਅਮਿਤ ਸ਼ਾਹ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ 'ਚ ਕਹਿ ਚੁੱਕੇ ਨੇ ਕਿ ਕ੍ਰੈਕ ਡਾਊਨ ਅਸੀਂ ਨਹੀਂ ਕਰਦੇ। ਵੈਸੇ ਵੀ ਇੰਨੇ ਜਦੋਂ ਲੱਖਾਂ ਦਾ ਇਕੱਠ ਹੋਵੇ ਤਾਂ ਇਸ ਤਰ੍ਹਾਂ ਬਲ ਦਾ ਪ੍ਰਯੋਗ ਸਰਕਾਰਾਂ ਨਹੀਂ ਕਰਦੀਆਂ ਹੁੰਦੀਆਂ। ਨਹੀਂ, ਇਹ ਤੁਸੀਂ ਕੀ ਗੱਲ ਨੂੰ ਸਮਝੀਏ ਆਪਾਂ। ਅਸੀਂ ਕਿਸੇ ਕ੍ਰੈਕ ਡਾਊਨ ਤੋਂ ਥੋੜੀ ਡਰ ਰਹੇ ਹਾਂ। ਔਰ ਤੁਸੀਂ ਉਸ ਬੰਦੇ ਦੇ ਜਿਹੜਾ ਸਾਡਾ ਦੁਸ਼ਮਣ ਆ, ਜਿਹੜਾ ਦੁਸ਼ਮਣ ਦੀ ਗੱਲ ਤੇ ਵਿਸ਼ਵਾਸ ਕਰੋਗੇ ਵੀ ਕ੍ਰੈਕ ਡਾਊਨ ਨਹੀਂ ਕਰਦੇ? ਇਹ ਤਾਂ ਫਿਰ ਬੇਵਕੂਫੀ ਵਾਲੀ ਗੱਲ ਆ ਨਾ, ਵੀ ਉਹਨਾਂ ਨੇ ਕਹਿਤਾ ਤੇ ਇਹ ਤਾਂ ਪਹਿਲਾਂ ਹੀ ਵੀ ਸਾਨੂੰ ਭਰੋਸਾ ਦਿੱਤਾ ਉਹਨਾਂ ਨੇ ਨਹੀਂ ਕਰਨਾ। ਅੱਜ ਉਹ ਫਸੇ ਖੜੇ ਆ, ਉਹਨਾਂ ਦੀ ਸਿਆਸਤ ਡਿੱਗਦੀ ਆ। ਜੇ ਇਹ ਕਾਨੂੰਨ ਰੱਦ ਹੁੰਦੇ ਆ ਤਾਂ ਇਹ ਗੱਲ ਤਾਂ ਸਮਝਦੇ ਆ ਨਾ ਆਪਾਂ, ਇਸ ਗੱਲ ਤੋਂ ਕੋਈ ਮੁਨਕਰ ਹੋ ਸਕਦਾ? ਰਿਊਮਰਸ ਵੀ ਹੋ ਸਕਦੀਆਂ ਨੇ ਨਾ, ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਕਿ ਫੌਜ ਆ ਰਹੀ ਹੈ, ਫੌਜ ਜ਼ਿਆਦਾ ਲੱਗ ਰਹੀ ਹੈ, ਜਾਂ ਸਟੇਜ ਤੋਂ ਰਾਤ ਅਨਾਉਂਸਮੈਂਟ ਹੋ ਗਈਆਂ ਕਿ ਗੜਬੜ ਹੋ ਸਕਦੀ ਹੈ, ਇਹ ਰਿਊਮਰਸ ਵੀ ਤਾਂ ਨਹੀਂ ਨਾ। ਨਹੀਂ, ਰੂਮਰਸ ਤਾਂ ਚੱਲਣਗੇ, ਪਰ ਅਸੀਂ ਕੁਝ ਇਵੈਂਚੁਅਲਿਟੀ ਨੂੰ, ਸਾਡੇ ਦੇਖੋ ਰਿਪਰੈਸ਼ਨ ਕਦੋਂ ਹੁੰਦਾ ਤੁਸੀਂ ਇੱਕ ਗੱਲ ਆਪਾਂ ਦੇਖਦੇ ਆ,
ਅਸੀਂ ਉਸ ਰਿਪਰੈਸ਼ਨ ਤੋਂ ਨਹੀਂ ਮੈਂ ਡਰ ਰਹੇ। ਅਸੀਂ ਡਰ ਕਿਸ ਗੱਲ ਤੋਂ ਰਹੇ ਹਾਂ ਵੀ ਸਾਡੇ ਬੰਦੇ ਕੁਛ ਉਸ ਢੰਗ ਦਾ ਇੱਕ ਆਪਦੀ ਬੁੱਧੀ ਚੋਂ ਇੱਕ ਸਿਸਟਮ ਨਾ ਸਿਰਜ ਜਾਣ ਵੀ ਜਿੱਥੇ ਇਹੀ ਸ਼ੋਰ ਕਰਾ ਜਾਣ ਵੀ ਰਿਪਰੈਸ਼ਨ ਹੋਵੇ ਫੇਰ ਹੀ ਕੋਈ ਗੱਲ ਬਣਨੀ ਆ। ਅਕਾਲ ਪੁਰਖ ਦਾ ਭਾਣਾ ਕੁਝ ਜੋ ਵਾਪਰਨਾ ਉਸ ਰਜ਼ਾ 'ਚ ਕੋਈ ਗੱਲ ਹੋਵੇ, ਨਹੀਂ ਇਹਨੂੰ ਆਪਾਂ ਇਹਦੇ 'ਚ ਫਰਕ ਦੇਖਦੇ ਆ ਤਾਂ ਸਾਨੂੰ ਸਿਰ ਮੱਥੇ ਆ। ਸਿੱਧੂ ਜੀ ਕਿਸਾਨ ਜਥੇਬੰਦੀਆਂ ਦਾ ਵਾਰ-ਵਾਰ ਕਹਿ ਰਹੇ ਨੇ ਕਿ ਆਪਾਂ ਸ਼ਾਂਤਮਈ ਲੜਨਾ, ਸ਼ਾਂਤਮਈ ਰੱਖਣਾ, ਸ਼ਾਂਤਮਈ ਰੱਖਣਾ। ਜਦੋਂ ਅਸੀਂ ਸ਼ਾਂਤਮਈ ਆ ਫਿਰ ਸਾਹਮਣੇ ਵਾਲਾ ਕਿਉਂ? ਨਹੀਂ ਭਾਈ ਜੀ ਆਏ ਆ, ਅਸੀਂ ਤਾਂ ਸ਼ਾਂਤਮਈ ਲੜਾਂਗੇ। ਅਸੀਂ ਹਰ ਵਾਰ ਕਹਿ ਰਹੇ ਹਾਂ ਸਬਰ ਤੇ ਸਹਿਜਤਾ ਨਾਲ ਹੀ ਸਾਨੂੰ ਲੜਨਾ ਚਾਹੀਦਾ ਤੇ ਅਸੀਂ ਹਜੇ ਤੱਕ ਉਹ ਕਰਕੇ ਦਿਖਾਇਆ। ਪਰ ਜਦੋਂ ਸਰਕਾਰ ਨੇ ਜਿਸ ਮੰਨ ਲਓ ਰਿਪਰੈਸ਼ਨ ਕਰਨਾ ਹੋਵੇ, ਉਹਨਾਂ ਨੇ ਇਹ ਥੋੜੀ ਦੇਖਣਾ ਫਿਰ ਅਸੀਂ ਸ਼ਾਂਤਮਈ ਆ ਕਿ ਅਸੀਂ ਕਿਵੇਂ ਬੈਠੇ ਆ। ਅਗਲਿਆਂ ਨੇ ਤਾਂ ਪਹਿਲਾਂ ਵੀ ਤਾਂ ਅਸੀਂ ਸ਼ਾਂਤਮਈ ਜਦੋਂ ਪੰਜਾਬ ਤੋਂ ਤੁਰੇ ਆ, ਕੋਈ ਇਹੋ ਜਿਹੀ ਘਟਨਾ ਹੋਈ ਕਿਸੇ ਪੁਲਿਸ ਅਫਸਰ ਨੂੰ ਅਸੀਂ ਬੇਇੱਜ਼ਤੀ ਕੀਤੀ ਹੋਵੇ, ਉਹਦੀ ਵਰਦੀ ਨੂੰ ਫੜ ਕੇ ਉਹਨਾਂ ਨੂੰ ਪਾੜਿਆ ਹੋਵੇ, ਜਾਂ ਕੋਈ ਰੇੜੀਆਂ ਨੂੰ ਅਸੀਂ ਉਹਨਾਂ ਦਾ ਸਮਾਨ ਚੱਕ ਕੇ ਲੁੱਟਿਆ ਹੋਵੇ, ਜਾਂ ਦੁਕਾਨਾਂ 'ਚ ਵੜ ਗਏ ਹੋਈਏ, ਕਦੇ ਨਹੀਂ ਹੋਇਆ ਨਾ। ਸੋ ਅਸੀਂ ਤਾਂ ਸ਼ਾਂਤਮਈ, ਪਰ ਉਹਨਾਂ ਨੇ ਜੋ ਬੈਰੀਕੇਟਿੰਗ ਕੀਤੀ, ਜੋ ਸਾਡੇ ਤੇ ਅਥਰੂ ਗੈਸ ਚਲਾਈ, ਜੋ ਸਾਡੇ ਤੇ ਜਿਹੜੀਆਂ ਵਾਟਰ ਕੈਨਨਸ ਯੂਜ਼ ਕੀਤੀਆਂ, ਔਰ ਇੱਥੋਂ ਤੱਕ ਕਿ ਸਾਡੇ ਤੇ ਕਿਤੇ ਲਾਠੀ ਚਾਰਜ ਵੀ ਹੋਇਆ, ਤੇ ਉਦੋਂ ਵੀ ਸ਼ਾਂਤਮਈ ਤੇ ਹੀ ਹੋਇਆ ਨਾ। ਤੋ ਵਾਪਰ ਕੀ ਸਕਦਾ? ਇਹ ਗੱਲ ਤਾਂ ਸਾਡੇ ਕੰਟਰੋਲ 'ਚ ਨਹੀਂ ਆ। ਸਰਕਾਰ ਨੇ ਕੀ ਕਰਨਾ ਕੱਲ ਦਾ ਕਿਸੇ ਨੂੰ ਨਹੀਂ ਪਤਾ ਹੁੰਦਾ। ਹਾਂਜੀ ਸੋ ਸਰਕਾਰ ਤੇ ਅੱਜ ਜੇ ਅਸੀਂ ਕਹੀਏ ਵੀ ਸਾਨੂੰ ਭਰੋਸਾ ਦਿਵਾਇਆ, ਤੇ ਜਿਹਦੇ ਨਾਲ ਤੁਸੀਂ ਲੜੀ ਜਾਂਦੇ ਹੋ ਤੁਹਾਨੂੰ ਭਰੋਸਾ ਦਿਵਾਊਗਾ, ਇਹ ਤਾਂ ਕੋਈ ਗੱਲ ਨਹੀਂ ਹੋਈ। ਠੀਕ ਹੈ, ਲਾਸਟ ਦੇ ਵਿੱਚ ਜਿੱਥੇ ਗੱਲ ਖੜੀ ਆ ਅੱਗੇ ਕਿਵੇਂ ਵੱਧ ਸਕਦੀ ਹੈ? ਕਿਉਂਕਿ ਜਿਹੜੀ ਗੱਲ ਹੈ ਉਹ ਡਿਵੈਲਪਮੈਂਟ ਗਰੋਥ ਉਹਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਹੁਣ ਗੱਲਬਾਤ ਹਾਲੇ ਟੁੱਟੀ ਹੋਈ ਹੈ। ਤੇ ਦੂਜੇ ਪਾਸਿਓਂ ਹੁਣ ਫੇਰ ਰੇਲ ਰੋਕੋ ਅੰਦੋਲਨ ਦੀ ਕਾਲ ਵੀ ਆ ਰਹੀ ਹੈ, ਜਾਂ ਹਾਈਵੇ ਵਧਾਉਣ ਰੋਕਣ ਦੀ ਵੀ ਗੱਲ ਆ ਰਹੀ ਹੈ। ਦਿੱਲੀ ਤੋਂ ਜਦੋਂ ਅਸੀਂ ਆਲੇ ਦੁਆਲੇ ਜਾਂਦੇ ਹਾਂ ਤਾਂ ਲੋਕ ਵੀ ਥੋੜਾ ਪਰੇਸ਼ਾਨ ਹੋ ਰਹੇ ਨੇ, ਕਿਉਂਕਿ ਟ੍ਰੈਫਿਕ ਦੀ ਇੱਕ ਦੋ ਰਸਤੇ ਰਹਿ ਗਏ ਜਿਹੜੇ ਚੱਲ ਰਹੇ ਨੇ। ਕਾਫੀ ਮੁਸ਼ਕਿਲ ਹੈ ਇਸ ਵੇਲੇ। ਨਹੀਂ ਮੁਸ਼ਕਿਲ ਤਾਂ ਹੁਣ ਆਏ ਆ ਨਾ ਵੀ ਸਾਡੇ ਤੇ ਕਿੱਡੀ ਵੱਡੀ ਮੁਸ਼ਕਿਲ ਆ। ਤੁਸੀਂ ਇਹ ਤਾਂ ਦੇਖੋ ਨਾ, ਅਸੀਂ ਆਪਦੀ ਹੋਂਦ ਦੀ ਲੜਾਈ ਲੜ ਰਹੇ ਹਾਂ। ਸੋ ਅਸੀਂ ਹੋਂਦ ਤੇ ਗੱਲ ਆ ਗਈ ਆ। ਦਿੱਲੀ ਦਾ ਟ੍ਰੈਫਿਕ ਨਿਕਲੇ ਜਾਂ ਨਾ ਨਿਕਲੇ ਤਾਂ ਬਹੁਤ ਛੋਟੀਆਂ ਜਿਹੀਆਂ ਗੱਲਾਂ ਉਹਦੇ ਸਾਹਮਣੇ। ਕੋਈ ਇੱਕ ਕੌਮ ਆਪਦੀ ਹੋਂਦ ਲਈ ਲੜ ਰਹੀ ਆ, ਹਨਾ। ਇੱਥੇ ਕਿੱਡੇ ਵੱਡੇ ਮਨੁੱਖੀ ਅਧਿਕਾਰਾਂ ਦੀ, ਇੱਧਰ ਅਸੀਂ ਆ, ਉਹ ਵੀ ਪਬਲਿਕ ਹੈ, ਉਹ ਵੀ ਆਮ ਲੋਕ ਨੇ, ਅਸੀਂ ਵੀ ਆਮ ਲੋਕ ਆ। ਅਸੀਂ ਤਾਂ ਪਬਲਿਕ ਨੂੰ ਤੰਗ ਹੀ ਨਹੀਂ ਕਰ ਰਹੇ। ਅਸੀਂ ਜਦੋਂ ਪੰਜਾਬ ਤੋਂ ਤੁਰੇ ਆ ਅੱਜ ਤੱਕ ਪਬਲਿਕ ਨੂੰ ਤੰਗ ਕਰਨ ਵਾਲੀ ਇੱਕ ਘਟਨਾ ਦੱਸ ਦਿਓ। ਔਰ ਉਲਟਾ ਸਾਡੇ ਮੁੰਡੇ ਤਾਂ ਟ੍ਰੈਫਿਕ ਨੂੰ ਖੜ ਕੇ ਲੰਘਾ ਰਹੇ ਆ। ਤੰਗ ਕੌਣ ਕਰ ਰਹੇ ਆ? ਤੰਗ ਸਰਕਾਰਾਂ ਕਰ ਰਹੀਆਂ ਨਾ, ਜਦੋਂ ਸਾਨੂੰ ਰਿਜ਼ੋਲਵ ਨਹੀਂ ਕਰ ਰਹੀਆਂ। ਉਸੇ ਤੇ ਗੱਲ ਸਵਾਲ ਹੈ ਵੀ ਸਰਕਾਰਾਂ ਧਿਆਨ ਕਿਉਂ ਨਹੀਂ ਦੇ ਰਹੀਆਂ ਫਿਰ? ਨਹੀਂ, ਸਰਕਾਰਾਂ ਦਾ ਫਰਜ਼ ਬਣਦਾ। ਸਰਕਾਰ ਜੇ ਦੇਸ਼ ਨੂੰ ਦੇਸ਼ ਸਮਝਦੀ ਆ, ਦੇਸ਼ ਤਾਂ ਲੋਕ ਹੁੰਦੇ ਆ, ਤੇ ਲੋਕ ਵੀ ਇਹ ਜੇ ਪੰਜਾਬ ਵਾਲੇ ਹਰਿਆਣੇ ਵਾਲੇ ਆਪਦੇ ਹੱਕਾਂ ਖਾਤਰ ਉੱਠ ਕੇ ਆ ਗਏ ਤੇ ਇਹਨਾਂ ਨੂੰ ਤਾਂ ਕੋਈ ਤਰਜੀਹ ਨਾ ਦਿਓ। ਕੋਈ ਸਵਾਲ ਵਿੱਚ ਰਹਿ ਗਿਆ, ਅੱਗੇ ਕਿਵੇਂ ਵਧੀਏ ਫਿਰ? ਹੁਣ ਅੱਗੇ ਵਧਣਾ, ਦੇਖੋ ਸਾਡੇ ਕੋਲੇ ਅੱਗੇ ਵਧਣ ਦਾ ਹੁਣ ਦੋ ਹੀ ਗੱਲਾਂ। ਜਿਵੇਂ ਮੈਂ ਕਿਹਾ, ਇੱਕ ਤਾਂ ਸਬਰ ਬਣਾ ਕੇ ਰੱਖੋ, ਸਹਿਜਤਾ ਨਾਲ ਰਹੋ, ਡਿਸਪਲਿਨ 'ਚ ਰਹੋ। ਇੱਥੇ ਅਗਲੀ ਗੱਲ ਮੈਂ ਬਾਰ-ਬਾਰ ਕਹਿਣਾ ਹੁੰਦਾ ਵੀ ਡਾਇਲੌਗ ਆ ਨਾ ਜਿਹੜਾ, ਉਹ ਟੁੱਟੇ ਨਾ। ਇਹ ਗੱਲ ਮੈਂ ਮੰਨਦਾ, ਕਿਉਂਕਿ ਡਾਇਲੌਗ 'ਚੋਂ ਸਾਨੂੰ ਜਿੱਤ ਮਿਲਣੀ ਆ, ਉੱਥੋਂ ਹੀ ਮਿਲਣੀ ਆ ਨਾ ਜਿੱਤ। ਜਥੇਬੰਦੀਆਂ ਕਹਿੰਦੀਆਂ ਨੇ, ਹੁਣ ਗੱਲ ਕਹਿੰਦੀਆਂ ਨੇ ਵੀ ਜਦੋਂ ਅਸੀਂ 7-7 ਘੰਟੇ 5-5 ਘੰਟੇ 4-4 ਘੰਟੇ ਦੀ ਮੀਟਿੰਗ ਕਰਕੇ ਆਉਂਦੇ ਆ ਵਾਪਸ, ਤਾਂ ਲੋਕ ਸਾਨੂੰ ਕਹਿੰਦੇ ਨੇ ਕਿ ਤੁਸੀਂ ਜਾਂਦੇ ਹੋ ਮੀਟਿੰਗ ਕਰਦੇ ਹੋ ਇੰਨੇ ਘੰਟੇ, ਤਾਂ ਫਿਰ ਕਿਉਂ ਸਿੱਟਾ ਕੋਈ ਨਿਕਲਦਾ ਨਹੀਂ ਹੈਗਾ? ਆਸ ਟੁੱਟਦੀ ਹੈ ਉਹਨਾਂ ਦੀ। ਦੇਖੋ, ਪਹਿਲੀਆਂ 2 ਮੀਟਿੰਗ ਤੋਂ ਬਾਅਦ ਜਦੋਂ ਅਸੀਂ ਗਏ ਆ, ਅਸੀਂ ਉਹਨਾਂ ਮੀਟਿੰਗਾਂ ਤੋਂ ਵੀ ਜਿੱਤ ਕੇ ਆਏ ਆ। ਜਦੋਂ ਸਾਡੇ ਜਥੇਬੰਦੀਆਂ ਦੇ ਆਗੂਆਂ ਨੇ ਆਪਦਾ ਭੁੰਜੇ ਬਹਿ ਕੇ ਰੋਟੀ ਖਾਧੀ, ਕਿੱਡੀ ਵੱਡੀ ਜਿੱਤ ਸੀ। ਉਹ ਵੀ ਕਹਿ ਰਹੇ ਦੀਪ ਸਿੱਧੂ ਨੇ ਕਹਿੰਦੇ ਮਜਬੂਰ ਕੀਤਾ। ਕਿੰਨੀ ਗੱਲ ਸੱਚਾਈ ਹੈ ਇਸ ਨਹੀਂ, ਮਜਬੂਰ ਨਹੀਂ ਮੈਂ ਕੀਤਾ। ਮੈਂ ਤਾਂ ਇੱਕ ਆਪਦੀ ਗੱਲ ਰੱਖੀ ਸੀ ਵੀ ਮੂੰਹ ਦਾ ਖਾਦਾ ਅੱਖਾਂ ਸ਼ਰਮਾਉਂਦੀਆਂ। ਮੁੜ ਕੇ ਉਹ ਗੱਲ ਹੀ ਨਹੀਂ ਹੁੰਦੀ। ਜਦੋਂ ਕਿਸੇ ਦੇ ਘਰੇ ਜਾ ਕੇ ਰੋਟੀ ਖਾ ਲਓ ਨਾ, ਜੇ ਉੱਥੋਂ ਕੁਛ ਆਪਦਾ ਹੱਕ ਲੈਣ ਗਏ ਹੋ, ਅਗਲਾ ਕਹਿੰਦਾ ਛੱਡ ਪਰਾਂ ਯਾਰ। ਇਹ ਲਿਟਰਲੀ ਇਹ ਗੱਲ ਆ। ਪਰ ਜਦੋਂ ਅਸੀਂ ਨਹੀਂ ਖਾਦਾ, ਉਦੋਂ ਕਿੱਡੀ ਵੱਡੀ ਸਾਡੀ ਸ਼ਲਾਘਾ ਹੋਈ, ਨੈਸ਼ਨਲ ਮੀਡੀਆ 'ਚ ਹੋਈ ਵੀ ਕਿਸਾਨਾਂ ਨੇ ਦਿਖਾਤਾ ਕਿਸਾਨ ਕੌਣ। ਅਗਲੀ ਗੱਲ, ਜਦੋਂ ਯੈਸ ਨੋ ਕਰਕੇ ਉੱਥੇ ਖੜ ਜਾਂਦੇ ਆ, ਉਹ ਕਿੱਡੀ ਵੱਡੀ ਜਿੱਤ ਆ। ਵੀ ਇਦੋਂ ਬਾਅਦ ਸਾਨੂੰ ਇਦੋਂ ਹੋਰ ਕੋਈ ਗੱਲ ਕਰੋ ਨਾ ਸਾਡੇ ਨਾਲ, ਯੈਸ ਜਾਂ ਨੋ ਤੇ ਆਓ। ਵਾਰ-ਵਾਰ ਅਸੀਂ ਉਹਨਾਂ ਨੂੰ ਡਿਪਲੋਮੈਟਿਕ ਟਾਕ ਤੇ ਹਰਾਇਆ, ਵਾਰ-ਵਾਰ ਬੈਕਫੁੱਟ ਤੇ ਲੈ ਕੇ ਗਏ ਆ। ਮੈਨੂੰ ਪਤਾ ਬੁਲਾਉਣਗੇ ਵਾਰ-ਵਾਰ, ਹੋ ਸਕਦਾ ਉਹੀ ਗੱਲ ਕਰਨ, ਪਰ ਅਸੀਂ ਡਿਪਲੋਮੈਟਿਕਲੀ ਵੀ ਤਾਂ ਉਹਨਾਂ ਨੂੰ ਹਰਾਉਣਾ ਨਾ। ਉਹਨਾਂ ਨੂੰ ਉਸ ਟੇਬਲ ਤੇ ਬੈਠ ਕੇ ਵੀ ਤਾਂ ਹਰਾਉਣਾ ਨਾ। ਕੱਲਾ ਇੱਥੇ ਹਰਾ ਰਹੇ ਆ, ਇੱਥੇ ਤਾਂ ਅਸੀਂ ਬਹੁਤ ਚੰਗਾ ਲੜ ਰਹੇ ਆ। ਸਾਡੀਆਂ ਫੌਜਾਂ, ਸਾਡੀ ਸੰਗਤ ਬਹੁਤ ਕਮਾਲ ਦੀ ਲੜਾਈ ਲੜ ਰਹੀ ਆ। ਪਰ ਆਗੂਆਂ ਨੇ ਲੜਾਈ ਟੇਬਲ ਤੇ ਵੀ ਲੜਨੀ ਹੁੰਦੀ ਆ, ਤੇ ਟੇਬਲ ਤੇ ਵੀ ਹਰਾਉਣਾ ਪਊਗਾ, ਵਾਰ-ਵਾਰ ਹਰਾਉਣਾ ਪਊਗਾ। ਜਾਣਾ ਚਾਹੀਦਾ ਜਿੰਨੀ ਵਾਰ ਵੀ ਬੁਲਾਉਣ। ਦੇਖੋ, ਮੈਨੂੰ ਲੱਗਦਾ ਵੀ ਡਾਇਲੌਗ ਲਈ ਜਾਣਾ ਚਾਹੀਦਾ।
ਇਹ ਜ਼ਰੂਰ ਆ ਵੀ ਵਾਰ-ਵਾਰ ਇੱਕੋ ਹੀ ਗੱਲ ਕਰ ਰਹੇ ਆ, ਇਹ ਗੱਲ ਕਹਿ ਰਹੇ ਆ ਉਹ ਵੀ ਕਿੰਨੇ ਵਾਰੀ ਇੱਕੋ ਗੱਲ ਸੁਣੀਏ, ਪਰ ਵਾਰ-ਵਾਰ ਹਰਾਓ ਉਹਨਾਂ ਨੂੰ, ਉਹਨਾਂ ਦਾ ਚਿਹਰਾ ਦਿਖਾਓ, ਠੀਕ ਹੈ ਹਨਾ। ਅੱਛਾ, ਉਹਨਾਂ ਦੇ ਬਿਆਨ ਕੱਢ ਕੇ ਲੈ ਕੇ ਜਾਓ ਵੀ ਤੁਸੀਂ ਸਾਨੂੰ ਬੁਲਾਉਣੇ ਹੋ, ਤੁਸੀਂ 10 ਵਾਰੀ ਇੱਕੋ ਹੀ ਗੱਲ ਕਰਦੇ ਹੋ, ਫਿਰ ਤੁਸੀਂ ਗੱਲ ਐਡਵਾਂਸ ਨਹੀਂ ਕਰ ਰਹੇ। ਸਾਨੂੰ ਜੇ ਡਾਇਲੌਗ ਲਈ ਤੁਸੀਂ ਬੁਲਾ ਰਹੇ ਹੋ, ਉਹਦੇ 'ਚ ਗੱਲ ਐਡਵਾਂਸ ਨਹੀਂ ਹੋ ਰਹੀ, ਤੇ ਤੁਹਾਡਾ ਮਕਸਦ ਕੀ ਆ? ਕੋਈ ਨਹੀਂ, ਸਾਡਾ ਪੇਸ਼ੈਂਸ ਟੈਸਟ ਕਰ ਰਹੇ ਹੋ ਨਾ, ਕੋਈ ਨਹੀਂ, ਕਰ ਲਓ ਪੇਸ਼ੈਂਸ ਟੈਸਟ। ਉਹਨਾਂ ਕੋਲੇ ਇਹ ਮੌਕਾ ਤਾਂ ਨਹੀਂ ਹੋਊਗਾ ਨੈਸ਼ਨਲ ਮੀਡੀਆ 'ਚ ਚਲਾਉਣ ਦਾ ਵੀ ਅਸੀਂ ਤਾਂ ਅੜ ਕੇ ਬਹਿ ਗਏ, ਅਸੀਂ ਤਾਂ ਗੱਲ ਹੀ ਨਹੀਂ ਸੁਣ ਰਹੇ। ਅਦਰਵਾਈਜ਼ ਉਹਨਾਂ ਨੇ ਕੀ ਕਰਨਾ, ਪੂਰੇ ਦੇਸ਼ 'ਚ ਇਹ ਗੱਲ ਫੈਲਾ ਦੇਣੀ ਆ ਵੀ ਕਿਸਾਨ ਅੜ ਕੇ ਬੈਠੇ ਆ, ਅਸੀਂ ਤਾਂ ਉਹਨਾਂ ਨਾਲ ਗੱਲ ਕਰਨ ਨੂੰ ਰਾਜ਼ੀ ਆ, ਵਾਰ-ਵਾਰ ਸੱਦਾ ਭੇਜ ਰਹੇ ਆ, ਉਹੀ ਨਹੀਂ ਆ ਰਹੇ। ਠੀਕ ਹੈ ਦੀਪ ਸਿੱਧੂ ਜੀ, ਲਾਸਟ ਸਵਾਲ ਹੈ। ਲੋਕ ਸਾਨੂੰ ਪੁੱਛਦੇ ਨੇ, ਤੁਹਾਨੂੰ ਵੀ ਪੁੱਛਦੇ ਨੇ ਵੀ ਬਾਈ ਕਦੋਂ ਕੁ ਗੱਲ ਬਣੂਗੀ, ਕਦੋਂ ਕੁ ਗੱਲ ਬਣੂਗੀ, ਤਾਂ ਉਹ ਵਾਰ-ਵਾਰ ਉਹਨੂੰ ਲੱਗਦਾ ਕਿ ਥੋੜੇ ਅਸੀਂ ਜਲਦੀ ਹੋ ਜਵੇ, ਤਾਂ ਸਾਰਿਆਂ ਨੂੰ ਲੱਗਦਾ ਸ਼ਾਇਦ ਤੁਸੀਂ ਇਸ ਤੇ ਕੀ ਜਵਾਬ ਦੇਣਾ? ਨਹੀਂ, ਜਲਦੀ ਦੇਖੋ, ਅਸੀਂ ਜੇ ਇਹ ਕਹਿ ਕੇ ਆਏ ਆ ਨਾ ਵੀ ਅਸੀਂ ਤਾਂ ਲੰਬਾ ਸਮਾਂ ਇੱਥੇ ਬੈਠਣ ਨੂੰ ਤਿਆਰ ਆ, ਸਾਡੇ ਕੋਲੇ ਹੁਣ ਦੇਖੋ, ਅਸੀਂ ਇਹ ਘਰੋਂ ਕਹਿ ਕੇ ਆਏ ਸੀ ਵੀ ਜੇ 6 ਮਹੀਨੇ ਵੀ ਬੈਠਣਾ ਪਿਆ ਤਾਂ ਬੈਠਾਂਗੇ, ਤੇ ਹੁਣ ਸਬਰ ਇੰਨੀ ਛੇਤੀ ਨਾ ਤੋੜੋ। ਅਸੀਂ ਜੋ ਕਰ ਰਹੇ ਆ ਨਾ ਉਹ ਅਨਪ੍ਰੈਸੀਡੈਂਟਡ ਆ, ਕਦੇ ਹੋਇਆ ਹੀ ਨਹੀਂ। ਹੁਣ ਤੱਕ 6 ਸਾਲ ਦੀ ਸਰਕਾਰ 'ਚ ਵੀ ਨਹੀਂ ਹੋਇਆ, ਮੋਦੀ ਸਾਹਿਬ ਦੀ ਪਹਿਲਾਂ ਵੀ ਨਹੀਂ ਕਦੇ ਹੋਇਆ, ਦੁਨੀਆ 'ਚ ਨਹੀਂ ਹੋਇਆ, ਦੁਨੀਆ 'ਚ ਨਹੀਂ ਹੋਇਆ। ਤੇ ਇਸ ਕਰਕੇ ਜੇ ਇਤਿਹਾਸ ਰਚਨਾ, ਇਤਿਹਾਸ ਉਦੋਂ ਹੀ ਰਚੇ ਜਾਂਦੇ ਹੁੰਦੇ ਆ ਜਦੋਂ ਤੁਹਾਡੀ ਤਿਆਰੀ ਲੰਬੇ ਸੰਘਰਸ਼ ਦੀ ਹੋਵੇ, ਦ੍ਰਿੜਤਾ ਹੋਵੇ ਤੇ ਨਿਸ਼ਚਾ ਹੋਵੇ। ਸਨੀ ਦਿਓਲ ਹੋਰਾਂ ਦਾ ਟਵੀਟ ਆਇਆ ਸੀਗਾ, ਉਹ ਤੋਂ ਬਾਅਦ ਫੋਨ ਤੇ ਗੱਲਬਾਤ ਕੋਈ ਹੋਈ ਬਾਈ ਵੀ ਟਵੀਟ ਕਰਨ ਦੀ ਕੀ ਲੋੜ ਸੀ ਜਾਂ ਕੀਤਾ ਤੁਸੀਂ? ਨਹੀਂ, ਕੋਈ ਗੱਲਬਾਤ ਨਹੀਂ ਹੋਈ ਜੀ। ਅੱਛਾ, ਚਲੋ ਬਹੁਤ ਥੈਂਕ ਯੂ ਗੱਲਬਾਤ ਕਰਨ ਲਈ, ਸਮਾਂ ਦੇਣ ਦੇ ਲਈ। ਦੀਪ ਸਿੱਧੂ ਹੋਰਾਂ ਦਾ ਕਹਿਣਾ ਇਹੀ ਹੈ ਕਿ ਸਬਰ ਰੱਖਣਾ ਪਊਗਾ, ਇੰਨੀ ਕਾਹਲ ਨਹੀਂ ਹੋ ਸਕਦੀ, ਇੰਨੀ ਜਲਦਬਾਜ਼ੀ ਨਹੀਂ ਹੋ ਸਕਦੀ, ਕਿਉਂਕਿ ਦੇਸ਼ ਦੀ ਸਰਕਾਰ ਹੈ ਇੱਕ ਪਾਸੇ, ਤੇ ਇਹ ਪਹਿਲੀ ਵਾਰ ਹੋਊਗਾ ਕਿ ਦੇਸ਼ ਦੀ ਸਰਕਾਰ ਵੱਲੋਂ ਬਣਾਏ ਹੋਏ ਇਹ ਕਾਨੂੰਨ ਇਸ ਢੰਗ ਦੇ ਨਾਲ ਪਬਲਿਕ ਰੱਦ ਕਰਾਊਗੀ, ਤਾਂ ਇਹ ਵੱਡੀ ਗੱਲ ਹੋਊਗੀ। ਫਿਲਹਾਲ ਸਬਰ ਤੋਂ ਕੰਮ ਲੈਣਾ ਜ਼ਰੂਰੀ ਹੈ, ਦੇਖਣਾ ਹੋਏਗਾ ਸਰਕਾਰ ਕਦੋਂ ਇਹ ਕਾਨੂੰਨ ਵਾਪਸ ਲੈਂਦੀ ਹੈ। ਕੈਮਰਾਮੈਨ ਗਗਨ ਦੇ ਨਾਲ ਰਣਬੀਰ ਸਿੰਘ ਰਾਣਾ। ਕੱਲ ਆ ਕੇ ਮੈਂ ਗੱਲ ਹੀ ਰੱਖੀ, ਤੁਸੀਂ ਉਹਦਾ ਰਿਐਕਸ਼ਨ ਦੇਖੋ, ਹਨਾ। ਸੋ ਉਸ ਰਿਐਕਸ਼ਨ ਨਾਲ ਕਹਿੰਦੇ ਦੀਪ ਸਿੱਧੂ ਨੇ ਢੈਂ ਦੀ ਗੱਲ ਕਰਤੀ, ਮਤਲਬ ਢੈਂ ਦੀ ਕਲਾ ਵਾਲੀ ਗੱਲ ਕੀਤੀ। ਹਾਲਾਂਕਿ ਮੈਨੂੰ ਪੋਲੀਟੀਕਲ ਡਿਪਲੋਮੇਸੀ ਨੂੰ ਜਦੋਂ ਆਪਾਂ ਗੱਲ ਦੇਖਦੇ ਆ, ਉਹ ਪੋਲੀਟੀਕਲ ਡਿਪਲੋਮੇਸੀ 'ਚ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਜਿਵੇਂ ਗੱਲਾਂ ਸਿਖਾਈਆਂ ਵੀ ਅਸੀਂ ਨਿਰਭਉ ਤੇ ਨਿਰਵੈਰ, ਕਿਤੇ ਨਹੀਂ ਕਿ ਮੇਰਾ ਨੁਕਸਾਨ ਹੋਊਗਾ, ਇਹਦੇ ਵਿੱਚ ਫਾਇਦਾ ਹੋਊਗਾ, ਕੀ ਹੋਊਗਾ। ਤੁਸੀਂ ਕਿਹਾ ਵੀ ਗੱਲ ਲੋਕਾਂ ਤੱਕ ਜਾਣੀ ਚਾਹੀਦੀ, ਪਰ ਉਹਦੇ ਤੇ ਤੁਹਾਡੇ ਤੇ ਸਵਾਲ ਹੋ ਗਏ ਕਿ ਕਿਉਂ ਇਹ ਗੱਲ ਕਹੀ ਗਈ ਦੀਪ ਸਿੱਧੂ ਦੇ ਵੱਲੋਂ, ਸ਼ਾਇਦ ਕੋਈ ਢਾਹ ਨਾ ਲੱਗ ਜਵੇ ਅੰਦੋਲਨ ਨੂੰ, ਸ਼ਾਇਦ ਕੋਈ ਨੁਕਸਾਨ ਨਾ ਹੋ ਜਵੇ ਅੰਦੋਲਨ ਨੂੰ। ਕਿਉਂਕਿ ਜਦੋਂ ਜਿੱਥੇ ਅਸੀਂ ਖੜੇ ਆ ਉੱਥੇ ਤਾਂ ਚੜ੍ਹਦੀ ਕਲਾ ਦੀ ਗੱਲ ਹੋਣੀ ਚਾਹੀਦੀ ਹੈ। ਜੇ ਕਿਸੇ ਨੂੰ ਇਹ ਲੱਗਦਾ, ਕੋਈ ਵੀ ਬੰਦਾ, ਜਾਂ ਮੈਂ ਢਹਿੰਦੀ ਕਲਾ ਵਾਲੀ ਗੱਲ ਕੀਤੀ ਹੈ, ਤਾਂ ਦਿਲ ਤਾਂ ਦੁਖਣਗੇ, ਦਿਲ ਤਾਂ ਟੁੱਟਣਗੇ। ਤੁਹਾਡੇ ਸਾਥੀਆਂ ਨੇ ਕਹਿ ਦਿੱਤਾ ਕਿ ਉਹੀ ਫੇਰ ਆਰਐਸਐਸ ਦਾ, ਅੰਬਾਨੀਆਂ ਦਾ, ਅਡਾਨੀਆਂ ਦਾ, ਇਦਾਂ ਏਜੰਸੀਆਂ ਦਾ, ਜਦੀ ਨਾਲ ਦੀ ਨਾਲ ਬਿਆਨਬਾਜ਼ੀ ਸ਼ੁਰੂ ਹੋ ਜਾਂਦੀ। ਨਹੀਂ, ਇਹ ਵੀ ਗੱਲ ਮੈਂ ਤੁਹਾਨੂੰ ਦੱਸਦਾ, ਹੁਣ ਜਿਨ੍ਹਾਂ ਨੇ ਇਮੀਡੀਏਟਲੀ ਇਹਦੇ ਤੇ ਇਹੋ ਜਿਹੀ ਪ੍ਰਤੀਕਿਰਿਆ ਦਿੱਤੀ ਆ, ਉਹਨਾਂ ਨੂੰ ਮੈਨੂੰ ਲੱਗਦਾ ਇੱਕ ਵਾਰੀ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਵੀ ਪਿੱਛੇ ਸਾਡੇ ਬਹੁਤ ਲੰਬਾ ਇੱਕ ਸਫ਼ਰ ਪਿਆ। ਜਦੋਂ ਦੀਪ ਸਿੱਧੂ ਖੜਾ ਤਾਂ ਪੰਜਾਬ ਦੇ ਹਿੱਤ 'ਚ ਹੀ ਖੜਾ, ਹੱਕਾਂ ਖਾਤਰ ਹੀ ਲੜਦੇ ਆ ਰਹੇ, ਤੇ ਦੀਪ ਸਿੱਧੂ ਨੇ ਉਹ ਬਿਰਤਾਂਤ ਜਾਂ ਉਹ ਨੈਰੇਟਿਵ ਖੜਾ ਕੀਤਾ ਜਿਹੜਾ ਕਦੇ ਕਿਸਾਨ ਜਥੇਬੰਦੀਆਂ ਦੇ ਸਟੇਜ ਤੋਂ ਖੜਾ ਨਹੀਂ ਹੋਇਆ ਸੀ। ਪਰ ਸਟੇਜ ਤੋਂ ਇਹ ਕਹਿਣਾ ਕਿ ਤੁਸੀਂ ਸਟੇਜ ਤੇ ਨੇੜੇ ਵੀ ਨਾ ਆਓ, ਸਟੇਜ ਤੇ ਸੰਬੋਧਨ ਨਾ ਕਰੋ, ਮਤਾ ਪਾ ਦੇਣਾ, ਤੁਹਾਤੋਂ ਕਿਸਾਨ ਜਥੇਬੰਦੀਆਂ ਇੰਨਾ ਖਫਾ ਕਿਉਂ ਨੇ, ਨਾਰਾਜ਼ ਕਿਉਂ ਨੇ, ਵੱਖ ਕਿਉਂ ਕਰਕੇ ਚੱਲਦੀਆਂ ਨੇ? ਇਹ ਤਾਂ ਹੁਣ ਉਹਨਾਂ ਤੋਂ ਪੁੱਛੋ ਖਫਾ ਕਿਉਂ ਆ, ਕਿਉਂਕਿ ਮੇਰੇ 'ਚ ਵੀ ਇਹ ਗੱਲ ਆ ਵੀ ਮੇਰੇ ਤੋਂ ਸੱਚ ਬਿਆਨ ਕੀਤੇ ਬਿਨਾ ਨਹੀਂ ਰਿਹਾ ਜਾਂਦਾ, ਇਹ ਸੁਭਾਅ ਹੁੰਦਾ ਬੰਦੇ ਦਾ। ਕੁਝ ਜਥੇਬੰਦੀਆਂ ਦੇ ਆਗੂਆਂ ਨਾਲ ਗੱਲ ਹੋਈ ਤਾਂ ਉਹ ਕਹਿੰਦੇ ਦੀਪ ਸਿੱਧੂ ਕਹਿੰਦੇ ਸੀਗੇ ਕਿ ਮੈਂ ਅਗਵਾਈ ਕਰਦਾ, ਜਥੇਬੰਦੀਆਂ ਮੇਰੇ ਨਾਲ, ਮਤਲਬ ਪਿੱਛੇ ਚੱਲਣ, ਮੇਰੇ ਨਾਲ ਚੱਲਣ, ਇਸ ਤਰ੍ਹਾਂ ਦੀ ਗੱਲ ਨਹੀਂ। ਇਹ ਕਦੋਂ ਹੋਈ ਹੈ? ਇਹ ਤਾਂ ਕਦੇ ਵੀ ਨਹੀਂ ਹੋ ਸਕਦੀ। ਹੁਣ ਵੀ ਤੁਸੀਂ ਕਹਿੰਦੇ ਉਹੀ ਗੱਲ ਕਿ ਖੇਤੀ ਕਾਨੂੰਨ ਦੇ ਨਾਲ ਨਾਲ ਹੋਰ ਵੀ ਚੀਜ਼ਾਂ ਦੀ ਗੱਲ ਹੋਣੀ ਚਾਹੀਦੀ ਹੈ, ਜਿਵੇਂ ਹਮੇਸ਼ਾ ਤੁਸੀਂ ਕਹਿੰਦੇ ਰਹੇ ਕਿ ਪੰਜਾਬ ਦੀ ਹੋਂਦ ਦੀ ਲੜਾਈ ਹੈ, ਪੰਜਾਬ ਦੇ ਹੱਕਾਂ ਦੀ ਲੜਾਈ ਹੈ। ਸਾਡੀ ਲੜਾਈ ਬਹੁਤ ਲੰਬੀ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਹਜੇ ਤਾਂ ਸ਼ੁਰੂਆਤ ਆ। ਜਿਹੜੇ ਵਾਰ-ਵਾਰ ਸਾਡੇ ਤੇ ਨਵੇਂ-ਨਵੇਂ ਕਾਨੂੰਨ ਆਉਣੇ, ਵਾਰ-ਵਾਰ ਸਾਨੂੰ ਉਹਨਾਂ ਕਾਨੂੰਨਾਂ ਨੂੰ ਲਾਗੂ ਕੀਤਾ ਜਾਣਾ ਸਾਡੇ ਤੇ, ਜਿਹੜੇ ਪੰਜਾਬ ਪੱਖੀ ਨਹੀਂ ਆ, ਉਹ ਜੜ ਉੱਥੇ ਹੀ ਪਈ ਆ ਵੀ ਪਾਲਿਸੀ ਮੇਕਿੰਗ ਡਿਸੀਜਨਸ ਆ ਜਿਹੜੇ ਉਹ ਸਾਰੇ ਸੈਂਟਰ ਕੋਲੇ ਆ, ਸੂਬਾ ਸਰਕਾਰ ਕੋਲੇ ਤਾਂ ਕੁਝ ਵੀ ਨਹੀਂ। ਅਮਿਤ ਸ਼ਾਹ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ 'ਚ ਕਹਿ ਚੁੱਕੇ ਨੇ ਕਿ ਕ੍ਰੈਕ ਡਾਊਨ ਅਸੀਂ ਨਹੀਂ ਕਰਦੇ। ਵੈਸੇ ਵੀ ਇੰਨੇ ਜਦੋਂ ਲੱਖਾਂ ਦਾ ਇਕੱਠ ਹੋਵੇ ਤਾਂ ਇਸ ਤਰ੍ਹਾਂ ਬਲ ਦਾ ਪ੍ਰਯੋਗ ਸਰਕਾਰਾਂ ਨਹੀਂ ਕਰਦੀਆਂ। ਨਹੀਂ, ਇਹ ਤੁਸੀਂ ਕੀ ਗੱਲ ਨੂੰ ਸਮਝੀਏ ਆਪਾਂ, ਅਸੀਂ ਕਿਸੇ ਕ੍ਰੈਕ ਡਾਊਨ ਤੋਂ ਥੋੜੀ ਡਰ ਰਹੇ ਹਾਂ। ਔਰ ਤੁਸੀਂ ਉਸ ਬੰਦੇ ਦੇ ਜਿਹੜਾ ਸਾਡਾ ਦੁਸ਼ਮਣ ਆ, ਜਿਹੜਾ ਦੁਸ਼ਮਣ ਦੀ ਗੱਲ ਤੇ ਵਿਸ਼ਵਾਸ ਕਰੋਗੇ ਵੀ ਕ੍ਰੈਕ ਡਾਊਨ ਨਹੀਂ ਕਰਦੇ,
ਇਹ ਤਾਂ ਫਿਰ ਬੇਵਕੂਫੀ ਵਾਲੀ ਗੱਲ ਆ ਨਾ ਵੀ ਉਹਨਾਂ ਨੇ ਕਹਿਤਾ ਤੇ ਇਹ ਤਾਂ ਪਹਿਲਾਂ ਹੀ ਵੀ ਸਾਨੂੰ ਭਰੋਸਾ ਦਿੱਤਾ ਉਹਨਾਂ ਨੇ ਨਹੀਂ ਕਰਨਾ। ਤਨੀ ਦਿਓਲ ਉਹਨਾਂ ਦਾ ਟਵੀਟ ਆਇਆ ਸੀਗਾ, ਉਹ ਤੋਂ ਬਾਅਦ ਫੋਨ ਤੇ ਗੱਲਬਾਤ ਕੋਈ ਹੋਈ ਬਾਈ ਵੀ ਟਵੀਟ ਕਰਨ ਦੀ ਕੀ ਲੋੜ ਸੀ ਜਾਂ ਕੀਤਾ ਤੁਸੀਂ? ਨਹੀਂ ਕੋਈ ਗੱਲਬਾਤ ਨਹੀਂ ਹੋਈ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ। ਕਿਸਾਨੀ ਸੰਘਰਸ਼ ਜਾਰੀ ਹੈ ਤੇ ਇਸੇ ਦੇ ਵਿਚਾਲੇ ਚਾਹੇ ਕਿਸਾਨ ਜਥੇਬੰਦੀਆਂ ਹੋਣ, ਚਾਹੇ ਦੀਪ ਸਿੱਧੂ ਹੋਣ, ਚਾਹੇ ਲੱਖਾ ਸਿਧਾਣਾ ਹੋਣ, ਲਗਾਤਾਰ ਇਸ ਸੰਘਰਸ਼ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਨੇ। ਇਸ ਵੇਲੇ ਬਾਈ ਦੀਪ ਸਿੱਧੂ ਸਾਡੇ ਨਾਲ ਨੇ। ਦੀਪ ਸਿੱਧੂ ਕੱਲ ਲਾਈਵ ਹੋਏ, ਅੱਜ ਫੇਰ ਲਾਈਵ ਹੋਏ, ਤਾਂ ਪਹਿਲਾਂ ਵਾਲਾ ਜਿਹੜਾ ਬਿਆਨ ਸੀਗਾ ਤਾਂ ਉਹ ਤੋਂ ਕੁਝ ਵੱਖਰਾ ਸੀਗਾ। ਤਾਂ ਸਵਾਲ ਇਹੀ ਹੈ ਕਿ ਜਿਹੜੀ ਕੱਲ ਗੱਲ ਹੋਈ ਸੀਗੀ ਤਾਂ ਉਹ ਬਦਲਣੀ ਕਿਉਂ ਪਈ ਹੈਗੀ? ਦੇਖੋ ਇਸ ਕਰਕੇ ਬਦਲਣੀ ਪਈ, ਕਈ ਵਾਰੀ ਸਾਨੂੰ ਸਾਡੀ ਸਮਝ ਤੇ ਬੜਾ ਭਰੋਸਾ ਹੋ ਜਾਂਦਾ। ਉਹ ਸਮਝ ਨੂੰ ਅਸੀਂ ਜੋ ਘਟਨਾਵਾਂ ਵਾਪਰਦੀਆਂ ਤੇ ਉਸ ਸਮਝ ਨੂੰ ਅਸੀਂ ਇਹ ਮੰਨ ਲੈਂਦੇ ਆ ਵੀ ਨਹੀਂ, ਜੋ ਮੈਂ ਗੱਲ ਸਮਝ ਰਿਹਾ ਉਹ ਗੱਲ ਵਾਪਰ ਸਕਦੀ ਆ, ਉਹ ਹੋ ਸਕਦੀ ਆ। ਹਜੇ ਤੱਕ ਜੋ ਇੱਥੇ ਹੋਇਆ ਉਹ ਅਕਾਲ ਪੁਰਖ ਦੀ ਅਗਵਾਈ 'ਚ ਹੋਇਆ ਜੀ। ਉਹ ਤੋਂ ਬਿਨਾਂ ਇਹ ਗੱਲ ਵਾਪਰ ਨਹੀਂ ਸਕਦੀ ਸੀ। ਇਹ ਗੱਲ ਸਾਨੂੰ ਪਤਾ, ਕਿਸੇ ਨੇ ਸੋਚੀ ਵੀ ਨਹੀਂ ਸੀ, ਇਹ ਕਲਪਨਾ ਨਹੀਂ ਕੀਤੀ ਸੀ ਜੋ ਹੋ ਗਿਆ, ਠੀਕ ਹੈ ਹਨਾ। ਤੇ ਜਦੋਂ ਕਿਤੇ ਅਸੀਂ ਆਪਦੀ ਸਮਝ ਨੂੰ ਵੱਡਾ ਮੰਨ ਲੈਂਦੇ ਆ ਤੇ ਉਸ ਭਰੋਸੇ ਨੂੰ ਥੋੜਾ ਬਹੁਤ ਨਹੀਂ ਉਸ ਲੈਵਲ ਤੇ ਦੇਖਦੇ ਆ ਉਹਨੂੰ, ਉਹ ਸਾਡੇ ਤੋਂ ਖੁੱਸ ਜਾਂਦਾ। ਤੇ ਫਿਰ ਜੋ ਕੱਲ ਬਿਆਨ ਦਿੱਤਾ ਗਿਆ ਉਹ ਉਸ ਢੰਗ ਨਾਲ ਬਿਆਨ ਦਿੱਤਾ ਗਿਆ, ਕਿਉਂਕਿ ਮੈਨੂੰ ਐਂ ਲੱਗਿਆ ਵੀ ਕਈ ਬੰਦੇ ਜਿਹੜੇ ਇੱਥੇ, ਜਿਵੇਂ ਤੁਸੀਂ ਦੇਖਿਓ ਸਲੋਗਨ ਲਿਖੇ ਪਏ ਆ ਲਾਲ ਰੰਗ 'ਚ, ਹਨਾ, ਤੇ ਸਲੋਗਨ ਇਸ ਢੰਗ ਨਾਲ ਆਏ ਆ। ਖਾਲਸਾ ਜੀ ਤੁਸੀਂ ਇੱਧਰ ਆ ਜਾਓ, ਇੱਧਰ ਆ ਜਾਓ, ਇੱਧਰ ਆ ਜਾਓ। ਹਾਂਜੀ ਹਾਂਜੀ, ਸਲੋਗਨ ਇਸ ਢੰਗ 'ਚ ਆ ਵੀ ਕੁਝ ਹੋਰ ਹੀ ਰੰਗਤ ਦਿੱਤੀ ਜਾ ਰਹੀ ਆ, ਮੈਨੂੰ ਇਹ ਲੱਗਿਆ ਉਦੋਂ, ਹਨਾ। ਤੇ ਮੇਰੇ ਤੱਕ ਜੋ ਗੱਲਾਂ ਪਹੁੰਚੀਆਂ ਉਹ ਗੱਲਾਂ ਵੀ ਐਂ ਪਹੁੰਚੀਆਂ ਵੀ ਕੁਝ ਬੰਦੇ ਆਪਦੇ ਸਿਆਸੀ ਇੱਕ ਪਾਰੀ ਖੇਡਣ ਲਈ ਜਾਂ ਸਿਆਸਤ ਖੜੀ ਕਰਨ ਲਈ ਸਾਡੇ ਬੰਦਿਆਂ ਦਾ ਨੁਕਸਾਨ ਕਰਾ ਸਕਦੇ ਆ। ਕੀ ਨੁਕਸਾਨ ਹੋ ਸਕਦਾ? ਨੁਕਸਾਨ ਕੀ ਹੁੰਦਾ? ਕੱਲ ਨੂੰ ਮੰਨ ਲਓ ਰਿਪਰੈਸ਼ਨ ਹੁੰਦਾ, ਉਹ ਰਿਪਰੈਸ਼ਨ ਅਸੀਂ ਨੁਕਸਾਨ ਤੋਂ ਨਹੀਂ ਡਰਦੇ, ਜਾਨਾਂ ਜਾ ਸਕਦੀਆਂ ਨੇ। ਹਾਂ, ਜਾਨਾਂ ਜਾ ਸਕਦੀਆਂ ਨਾ, ਅਸੀਂ ਜਾਨ ਦੇਣ ਤੋਂ ਨਹੀਂ ਡਰਦੇ, ਸ਼ਹਾਦਤ ਤੋਂ ਨਹੀਂ ਡਰਦੇ। ਸ਼ਹਾਦਤ ਗੁਰੂ ਦੇ ਨਾਂ ਤੇ ਹੋਵੇ ਅਸੀਂ ਕਦੇ ਨਹੀਂ ਪਿੱਛੇ ਹਟਾਂਗੇ। ਪਰ ਕਿਸੇ ਦੀ ਮਨੁੱਖੀ ਬੁੱਧੀ ਚੋਂ ਇਹ ਗੱਲ ਜਾਂ ਇਹ ਵਰਤਾਰਾ ਵਾਪਰੇ ਫਿਰ ਤੇ ਉਹਦੇ ਤੇ ਉਹ ਆਪਦੀ ਸਿਆਸਤ ਖੜੀ ਕਰਨਾ ਚਾਹੇ, ਇਹ ਗੱਲ ਬਹੁਤ ਗਲਤ ਆ। ਦੀਪ ਸਿੱਧੂ ਜੀ, ਸਵਾਲ ਹੈ ਇੱਕ ਛੋਟਾ ਜਿਹਾ ਇੱਥੇ। ਤੁਸੀਂ ਜਦੋਂ ਸ਼ੁਰੂਆਤ ਦੇ ਵਿੱਚ ਸਟਾਰਟ ਹੋਏ ਤਾਂ ਤੁਸੀਂ ਕਿਹਾ ਵੀ ਸਿਰ ਤੇ ਕਫਨ ਬੰਨ੍ਹ ਕੇ ਚੱਲਦੇ ਆ, ਤਾਂ ਹੁਣ ਜਦੋਂ ਕਫਨ ਬੰਨ੍ਹ ਕੇ ਚੱਲਦੇ ਆ ਤਾਂ ਜਿਹੜਾ ਕੱਲ ਦੀ ਤੁਹਾਡੀ ਸਟੇਟਮੈਂਟ ਸੀਗੀ ਤਾਂ ਉਹਦੇ ਵਿੱਚ ਕਿਹਾ ਵੀ ਨਹੀਂ ਬਈ ਅਸੀਂ ਉਸ ਪਾਸੇ ਨੂੰ ਨਾ ਜਾਈਏ, ਇਹਦਾ ਕਾਰਨ? ਨਹੀਂ ਇਹ ਨਹੀਂ ਮੈਂ ਕਿਹਾ ਉਸ ਪਾਸੇ ਨੂੰ ਨਾ ਜਾਈਏ। ਕਫਨ ਜੇ ਬੰਨੀ ਫਿਰਦੇ ਆ ਤਾਂ ਹੀ ਇੱਥੇ ਖੜੇ ਆ ਨਾ। ਜੇ ਉਹ ਕਫਨ ਲਾਹੇ ਹੁੰਦੇ ਤਾਂ ਫਿਰ ਦੀਪ ਸਿੱਧੂ ਕੋਲੇ ਤਾਂ ਬਹੁਤ ਕਾਰਨ ਸੀ ਇੱਥੋਂ ਜਾਣ ਦੇ। ਜਦੋਂ ਮੇਰੇ ਵਾਰੀ ਬਾਰ-ਬਾਰ ਬਿਆਨ ਦਿੱਤੇ ਗਏ ਵੀ ਦੀਪ ਸਿੱਧੂ ਇਸ ਸਟੇਜ ਤੋਂ ਨਹੀਂ ਬੁਲਾਉਣ ਦੇਣਾ, ਬਾਰ-ਬਾਰ ਇਹ ਕਿਹਾ ਗਿਆ ਵੀ ਮੈਂ ਤਾਂ ਇਸ ਸੰਘਰਸ਼ ਨੂੰ ਕਿਸੇ ਹੋਰ ਪਾਸੇ ਲੈ ਕੇ ਗਿਆ ਜਾਂ ਇਹਨੂੰ ਧਾਰਮਿਕ ਰੰਗਤ ਦੇ ਰਿਹਾ, ਮੇਰੇ ਕੋਲੇ ਤਾਂ ਬੜੇ ਕਾਰਨ ਸੀ। ਇਹ ਕਹਿ ਕੇ ਇੱਥੋਂ ਨਿਕਲ ਜਾਂਦਾ ਵੀ ਮੈਂ ਕੀ ਕਰਨਾ ਯਾਰ, ਤੁਸੀਂ ਆਪ ਹੀ ਮੈਨੂੰ ਕੱਢੀ ਜਾਂਦੇ ਹੋ। ਬੈਠਾ ਉੱਥੇ ਫੇਸਬੁੱਕਾਂ ਤੇ ਗੱਲਾਂ ਕਰੀ ਜਾਂਦਾ, ਮੈਂ ਤਾਂ ਉਸੇ ਧਰਾਤਲ ਤੇ ਖੜਾ ਨਾ, ਉਸੇ ਸੰਘਰਸ਼ 'ਚ ਬੈਠਾ ਅੱਜ। ਤੁਸੀਂ ਕੀ ਚਾਹੁੰਦੇ ਹੋ ਫਿਰ? ਚਾਹੁੰਦੇ ਕਿਉਂ? ਵਿਚਲੀ ਕੋਈ ਰਸਤਾ ਚਾਹੁੰਦੇ ਹੋ ਕਿ ਖੇਤੀ ਕਾਨੂੰਨ, ਕਿਉਂਕਿ ਸਰਕਾਰ ਹਾਲੇ ਬਜਿੱਦ ਹੈ ਕਿ ਖੇਤੀ ਕਾਨੂੰਨ ਅਸੀਂ ਰੱਦ ਨਹੀਂ ਕਰਨੇ, ਦੂਜੇ ਪਾਸੇ ਜਥੇਬੰਦੀਆਂ ਕਹਿ ਰਹੇ ਨੇ ਕਿ ਖੇਤੀ ਕਾਨੂੰਨ ਰੱਦ ਕਰਵਾਏ ਤੋਂ ਬਿਨਾਂ ਅਸੀਂ ਜਾਣਾ ਨਹੀਂ ਹੈਗਾ, ਤਾਂ ਕੀ ਹੱਲ? ਦੇਖੋ, ਸੰਗਤ ਇਹ ਚਾਹੁੰਦੀ ਆ ਵੀ ਅਸੀਂ ਰੱਦ ਕਰਾਏ ਬਿਨਾਂ ਨਹੀਂ ਜਾਣਾ, ਤਾਂ ਸੰਗਤ ਦਾ ਹੁਕਮ ਹੀ ਸਿਰ ਮੱਥੇ ਆ। ਮੇਰੀ ਆਪਦੀ ਸਮਝ ਆ ਜਿਹੜੀ ਇੰਡੀਵਿਜੂਅਲਸ ਤਾਂ ਡਿਸੋਲਵ ਹੋ ਜਾਂਦੇ ਆ ਨਾ, ਉਹ ਤਾਂ ਇੱਕ ਆਪਦੀ ਸਮਝ ਆ ਇੱਕ ਬੰਦੇ ਦੀ। ਔਰ ਉਹ ਸਮਝ ਕਿਉਂ ਬਣੀ? ਸਮਝ ਇਸ ਕਰਕੇ ਬਣੀ ਵੀ ਸਾਡੇ ਬੰਦਿਆਂ ਦਾ ਕੋਈ ਨੁਕਸਾਨ ਨਾ ਹੋਵੇ। ਪਰ ਬੰਦੇ ਕਹਿੰਦੇ ਆ ਅਸੀਂ ਤਾਂ ਯਾਰ ਨੁਕਸਾਨ, ਕੁਛ ਸਾਡੇ ਲਈ ਤਾਂ ਜਾਨ ਵੀ ਚਲੀ ਜਾਵੇ, ਇਹ ਨੁਕਸਾਨ ਨਹੀਂ ਆ। ਠੀਕ ਆ, ਫਿਰ ਤੁਹਾਨੂੰ ਸੰਗਤ ਦਾ ਹੁਕਮ ਹੀ ਸਿਰ ਮੱਥੇ ਮੰਨਣਾ ਪਊਗਾ। ਪਰ ਮੈਂ ਤਾਂ ਆਪਦੀ ਇੱਕ ਗੱਲ ਲੈ ਕੇ ਗਿਆ ਸੀ।